ਅੱਜ ਆਪਾਂ 619 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਸੋਠ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੀ ਜਿਹੜੀ ਤੀਸਰੀ ਜਿਹੜੀ ਹੈਗੀ ਲੜੀ ਸ਼ਬਦਾਂ ਦਾ ਜਿਹੜਾ ਹੈਗਾ ਇਕੱਠ ਇੱਕ ਸਬਜੈਕਟ ਦੇ ਉੱਤੇ, ਇਹ 15ਵਾਂ ਸ਼ਬਦ ਲੈ ਰਹੇ ਹਾਂ। 22 ਸ਼ਬਦ ਹੈਗੇ ਉਹਦੇ ਵਿੱਚ। ਸੋਠ ਮਹੱਲਾ ਪੰਜਵਾਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਨਹੀਂ, ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁੱਖ ਮਿਟਾਇਆ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁੱਖ ਮਿਟਾਇਆ। ਤਾਪ ਗਏ ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਇੱਥੇ ਜਿਹੜਾ ਹੈਗਾ ਮਹਾਰਾਜ ਲਿਖ ਰਿਹਾ ਕਿ ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁੱਖ ਮਿਟਾਇਆ। ਇੱਥੇ ਜਿਹੜਾ ਹੈਗਾ ਗੁਰ ਸਤਿਗੁਰ ਆਪਣਾ ਕਿਉਂ ਲਿਖਿਆ ਹੋਇਆ? ਇੱਥੇ ਪਰਮੇਸ਼ਰ ਕਿਉਂ ਨਹੀਂ ਲਿਖਿਆ ਹੋਇਆ? ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸਗਲਾ ਦੁੱਖ ਮਿਟਾਇਆ। ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਇਹ ਜਿਹੜਾ ਹੈਗਾ ਤਾਪ ਤੇ ਰੋਗ ਜਿਹੜੇ ਹੈਗੇ ਆ, ਤਿੰਨੇ ਤਾਪ ਆਦਿ ਵਿਆਧੀ ਉਪਾਧੀ ਜਿਹੜੀ ਮਾਇਆ ਦੇ ਨਾਲ ਆਪਾਂ ਨੂੰ, ਇਹ ਤਾਪ ਜਿਹੜੇ ਹੈਗੇ ਮਾਇਆ ਦੇ, ਇਹ ਤਮੋ ਰਜੋ ਸਤੋ, ਇਹ ਤਿੰਨ ਤ੍ਰਿਗੁਣੀ ਮਾਇਆ ਜਿਹੜੀ ਹੈਗੀ ਆ, ਇਹ ਜੋ ਮਾਲਕ ਪਰਮਾਤਮਾ ਨੇ, ਇੱਕ ਪਰਮਾਤਮਾ ਹੈਗਾ, ਇੱਕ ਛੋਟੇ ਦੇ ਵਿੱਚ ਆਪਾਂ ਫਿਰ ਇੱਕ ਵਾਰੀ ਜਿਹੜਾ ਹੈਗਾ ਆਪਾਂ ਇਹ ਜਿਹੜੀ ਬਣਤਰ ਜਿਹੜੀ ਹੈਗੀ ਆ ਇਹਨੂੰ ਇੱਕ ਵਾਰੀ ਲੈ ਲਈਏ ਤਾਂ ਇਹ ਗਿਆਨ ਜਿਹੜਾ ਹੈਗਾ ਇਹਨੂੰ ਆਪਾਂ ਥੋੜ੍ਹਾ ਸਮਝ ਪਾਵਾਂਗੇ। ਇੱਕ ਪਰਮਾਤਮਾ ਹੈਗਾ ਪਰਮਾਤਮਾ, ਔਰ ਉਸ ਮਾਲਕ ਪਰਮਾਤਮਾ ਨੇ ਇਹ ਜਿਹੜੀ ਖੇਡ ਬਣਾਈ ਅਤੇ ਉਸਨੇ ਕੀ ਕੀਤਾ? ਸਭ ਤੋਂ ਪਹਿਲਾਂ ਸ੍ਰਿਸ਼ਟੀ ਪੈਦਾ ਕੀਤੀ ਮਾਲਕ ਪਰਮਾਤਮਾ ਨੇ। ਇਹ ਜੋ ਆਪਾਂ ਨੂੰ ਦਿਸ ਰਹੀ ਆ ਆਕਾਰ ਜੋ ਦਿਸ ਰਿਹਾ ਦੁਨੀਆ ਦੇ ਵਿੱਚ, ਜੀਵਾਂ ਤੋਂ ਪਹਿਲਾਂ ਜੀਵਾਂ ਦੇ ਰਹਿਣ ਦੇ ਵਾਸਤੇ ਮਾਲਕ ਪਰਮਾਤਮਾ ਨੇ ਇਸ ਦੀ ਸਾਜਨਾ ਕੀਤੀ, ਸ੍ਰਿਸ਼ਟੀ ਦੀ ਰਚਨਾ ਕੀਤੀ ਮਾਲਕ ਪਰਮਾਤਮਾ ਨੇ। ਇਹ ਸ੍ਰਿਸ਼ਟੀ ਜਿਹੜੀ ਹੈਗੀ ਇਹ ਤਮੋ ਰਜੋ ਸਤੋ ਤ੍ਰਿਗੁਣੀ ਜਿਹੜੀ ਮਾਇਆ ਆ, ਮਾਲਕ ਨੇ ਆਪਣੇ ਵਿੱਚੋਂ ਹੀ ਇਹਦੀ ਰਚਨਾ ਕੀਤੀ ਹੈ। ਇਹ ਸ੍ਰਿਸ਼ਟੀ ਪੈਦਾ ਕਰਕੇ ਮਾਲਕ ਨੇ ਜਿਹੜੀ ਗੇਮ ਬਣਾਈ, ਮਾਲਕ ਨੇ ਕੀ ਕੀਤਾ? ਇਹ ਸ੍ਰਿਸ਼ਟੀ ਪੰਜਾਂ ਤੱਤਾਂ ਦੀ, ਪੰਜ ਤੱਤਾਂ ਦੇ ਨਾਲ, ਇਹ ਹਵਾ, ਪਾਣੀ, ਅੱਗ, ਧਰਤੀ ਅਤੇ ਸਪੇਸ, ਆਕਾਸ਼, ਇਹ ਜਿਹੜੀ ਪੰਜ ਤੱਤ ਆ, ਇਹਨਾਂ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਮਾਲਕ ਪਰਮਾਤਮਾ ਨੇ। ਪੰਜ ਤੱਤ। ਔਰ ਇਸ ਤੋਂ ਬਾਅਦ ਫਿਰ ਇਨਸਾਨ ਜਿਹੜੇ ਜੀਵ ਜਿਹੜੇ ਮਾਲਕ ਨੇ ਜੀਵ ਦੀ ਰਚਨਾ ਕੀਤੀ, ਜੀਵ ਭੇਜਿਆ ਆਪਣੇ ਵਿੱਚੋਂ ਜਿਹੜਾ ਹੈਗਾ, ਆਪਣੇ ਵਿੱਚੋਂ ਆਤਮਾ ਦਿੱਤੀ। ਆਪਣੀ ਜਿਹੜੀ ਆਤਮਾ ਜਿਹੜੀ ਅਸਲੀ ਜਿਹੜਾ ਆਪਾਂ ਜੀਓ ਹੈਗੇ ਆ, ਉਹ ਜੀਓ ਜਿਹੜਾ ਹੈਗਾ ਆਪਣੇ ਮਾਲਕ ਪਰਮਾਤਮਾ ਦਾ ਅੰਸ਼ ਹੈਗਾ। ਔਰ ਜੀਓ ਅਵਿਨਾਸ਼ੀ ਹੈਗਾ। ਔਰ ਜੀਓ ਉਹਨੇ ਮਾਲਕ ਪਰਮਾਤਮਾ ਦੇ ਨਾਲ ਹੀ ਮਿਲਿਆ ਹੋਇਆ ਆ। ਔਰ ਜਿਹੜਾ ਹੈਗਾ ਮਾਲਕ ਦਾ ਅੰਸ਼ ਹੈਗਾ, ਉਹ ਸਾਰੇ ਜਿਹੜੇ ਹੈਗੇ ਜੀਓ, ਸਾਰੀਆਂ ਆਤਮਾਵਾਂ, ਇਹ ਸਾਰਾ ਸਮੂਹ ਉਹ ਮਾਲਕ ਪਰਮਾਤਮਾ ਹੈਗਾ, ਪਰਮਾਤਮਾ। ਔਰ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਜੀਓ ਦੇ ਵਾਸਤੇ ਜਿਹੜਾ ਹੈਗਾ ਇਹ ਜੀਓ ਕੀ ਹੈਗਾ, ਇਹਨੂੰ ਕੀ ਚੀਜ਼ਾਂ ਦਿੱਤੀਆਂ ਮਾਲਕ ਪਰਮਾਤਮਾ ਨੇ, ਕਿਉਂਕਿ ਇਹ ਜੀਓ ਨੂੰ ਜਿਹੜਾ ਹੈਗਾ ਇਹ ਗੇਮ ਦੇ ਵਿੱਚ ਜਿਹੜਾ ਹੈਗਾ ਉਲਝਾਉਣਾ ਸੀਗਾ ਮਾਲਕ ਨੇ। ਇਸ ਕਰਕੇ ਇਹ ਜੀਓ ਨੂੰ ਜਿਹੜਾ ਹੈਗਾ ਪੰਜ ਤੱਤਾਂ ਦਾ ਇਹਦੇ ਅੰਦਰ ਜਿਹੜਾ ਬੋਧ ਦਿੱਤਾ, ਪੰਜਾਂ ਤੱਤਾਂ ਦਾ। ਇਸ ਤੋਂ ਬਾਅਦ ਇਹਦੇ ਅੰਦਰ ਜਿਹੜੇ ਪੰਜ ਪ੍ਰਾਣ ਦਿੱਤੇ, ਜਿਹਦੇ ਨਾਲ ਕਿ ਇਹ ਜਿਹੜਾ ਸਰੀਰ ਜਿਹੜਾ ਹੈਗਾ ਇਹਨੂੰ ਇੱਕ ਸਥੂਲ ਸਰੀਰ ਦਿੱਤਾ, ਇੱਕ ਸੂਖਸ਼ਮ ਸਰੀਰ ਦਿੱਤਾ ਇਹਨੂੰ।
ਸਥੂਲ ਸਰੀਰ ਜਿਹੜਾ ਹੈਗਾ, ਜਿਹੜਾ ਆਪਾਂ ਨੂੰ ਦਿਸ ਰਿਹਾ ਸਰੀਰ ਆਪਣਾ, ਆਪਾਂ ਸਮਝਦੇ ਹਾਂ ਜਿਹਨੂੰ, ਉਹ ਸਥੂਲ ਸਰੀਰ ਹੈ। ਸੂਖਸ਼ਮ ਸਰੀਰ ਜਿਹੜਾ ਆਪਾਂ ਨੂੰ ਨਹੀਂ ਦਿਸਦਾ, ਉਹ ਸੂਖਸ਼ਮ ਸਰੀਰ ਦੇ ਵਿੱਚ ਜਿਹੜਾ ਹੈਗਾ ਮਾਲਕ ਨੇ ਜਿਹੜੇ ਹੈਗੇ ਆ ਇਹਨੂੰ ਜਿਹੜਾ ਹੈਗਾ ਇੱਕ ਮਨ ਕੀ ਚੀਜ਼ ਹੈਗਾ? ਮਨ ਦੇ ਨਾਲ ਕਹਿੰਦੇ ਆ ਤੇਰੇ ਕੋਲ ਇੱਕ ਟੂਲ ਹੈਗਾ। ਮਨ ਜਿਹੜਾ ਹੈਗਾ ਇਹ ਪੰਜਾਂ ਤੱਤਾਂ ਦਾ ਜਿਹੜਾ ਹੈਗਾ, ਇਹਦੇ ਨਾਲ ਅਟਰੈਕਸ਼ਨ ਹੈਗੀ ਹੈ ਜੀ, ਪੰਜਾਂ ਤੱਤਾਂ ਦੇ ਨਾਲ। ਇਹ ਪੰਜਾਂ ਤੱਤਾਂ ਦੀ ਇਹਦੇ ਅੰਦਰ ਜਿਹੜੀ ਹੈਗੀ ਆ, ਪੰਜਾਂ ਤੱਤਾਂ ਦੇ ਇਹਦੇ ਇਸੈਂਸ ਜਿਹੜਾ ਹੈਗਾ ਪੰਜਾਂ ਤੱਤਾਂ ਦਾ ਮਨ ਦੇ ਵਿੱਚ ਹੈਗਾ। ਇਹਨੂੰ ਜਿਹੜਾ ਹੈਗਾ ਪੰਜ ਤੱਤ ਔਰ ਪੰਜ ਪ੍ਰਾਣ ਜਿਹੜੇ ਹੈਗੇ, ਜਿਸ ਤਰ੍ਹਾਂ ਕੋਈ ਆਪਣੇ ਪ੍ਰਾਣ ਜਿਹੜੇ ਹੈਗੇ ਡਿਫਰੈਂਟ ਟਾਈਪਸ ਜਿਹੜੇ ਹੈਗੇ, ਆਪਣੀ ਮਾਲਕ ਨੇ ਜਿਹੜੀ ਸ਼ਕਤੀ ਦਿੱਤੀ ਹੋਈ ਆ, ਜਿਹਦੇ ਨਾਲ ਕਿ ਆਪਾਂ ਦਿਲ ਵੀ ਧੜਕਦਾ ਹੈ ਆਪਣਾ, ਅੱਖਾਂ ਵੀ ਝਮਕਦੀਆਂ ਆ ਆਪਣੀਆਂ, ਔਰ ਜਿਹੜੇ ਹੈਗੇ ਆ ਰੋਟੀ ਵੀ ਹਜਮ ਹੁੰਦੀ ਆ। ਇਹ ਸਾਰੇ ਜਿਹੜੇ ਹੈਗੇ ਆਟੋਮੈਟਿਕ ਰਿਐਕਸ਼ਨਸ ਜਿਹੜੀਆਂ ਹੋ ਰਹੀਆਂ ਇਹ ਪੰਜਾਂ ਪ੍ਰਾਣਾਂ ਦੇ ਨਾਲ ਹੋ ਰਹੀਆਂ। ਇਹ ਜਿਹੜਾ ਹੈਗਾ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਇਹ ਮਨ ਜਿਹੜਾ ਹੈਗਾ ਇਹਨੂੰ ਗਿਆਨ ਇੰਦਰੀਆਂ ਦਿੱਤੀਆਂ, ਅੱਖਾਂ, ਕੰਨ, ਨੱਕ, ਜੀਭ, ਇਹ ਸਾਰੀ ਚਮੜੀ, ਇਹ ਗਿਆਨ। ਇਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਕਰਮ ਇੰਦਰੀਆਂ ਦਿੱਤੀਆਂ, ਹੱਥ ਪੈਰ ਸਾਰੇ ਕਰਮ ਇੰਦਰੀਆਂ, ਜਨਨ ਇੰਦਰੀ ਅਤੇ ਇੱਕ ਜਿਹੜੀ ਲੈਟਰਿਨ ਕਰਦੇ ਆਪਾਂ, ਇਹ ਸਾਰੀਆਂ ਜਨਨ ਇਹ ਇੰਦਰੀਆਂ ਇਹਨੂੰ ਦੇ ਦਿੱਤੀਆਂ। ਪੰਜ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਔਰ ਇਹਨੂੰ ਜਿਹੜਾ ਹੈਗਾ ਇਹ ਸੂਖਸ਼ਮ ਸਰੀਰ ਦੇ ਵਿੱਚ ਹੈਗਾ ਸਾਰਾ ਕੁਛ। ਸੂਖਸ਼ਮ ਸਰੀਰ ਦੀ ਰਚਨਾ ਦੱਸ ਰਹੇ ਆਪਾਂ, ਔਰ ਇਹਦੇ ਅੰਦਰ ਮੂੰਹ ਵੀ ਵੀਰ ਜੀ, ਮੂੰਹ ਵੀ ਕਰਮ ਇੰਦਰੀ ਹੈ ਨਾ? ਹਾਂ, ਮੂੰਹ ਵੀ ਹੈਗੀ, ਜਿਹੜਾ ਬੋਲਦੇ ਆ। ਬਿਲਕੁਲ ਬੋਲਦੇ। ਇਹਦੇ ਦੋ ਹੈ ਨਾ, ਜੀਭ ਹੈ ਜਿਹੜੀ ਉਹ ਗਿਆਨ ਇੰਦਰੀ ਹੈ, ਜਿਹੜੀ ਟੇਸਟ ਵਗੈਰਾ ਲੈਂਦੀ ਹੈ, ਰਸ ਲੈਂਦੀ ਹੈ। ਹਾਂ, ਮੂੰਹ ਦੇ ਨਾਲ ਆਪਾਂ ਜਿਹੜੇ ਹੈਗੇ ਨਾ, ਮੂੰਹ ਦੇ ਨਾਲ ਆਪਾਂ ਖਾਂਦੇ ਵੀ ਤਾਂ ਹੈਗੇ ਆ ਨਾ, ਕਰਮ ਤਾਂ ਖਾਣ ਦਾ ਵੀ ਤਾਂ ਕਰ ਰਹੇ ਨਾ ਆਪਾਂ। ਉਹ ਦੋ ਨੇ ਜੀ, ਕਰਮ ਵੀ ਹੈ। ਨਹੀਂ, ਮੂੰਹ ਦੇ ਵਿੱਚ ਜਿਹੜੀ ਰਸਨਾ ਹੈ ਨਾ, ਜਿਹੜੀ ਉਹ ਗਿਆਨ ਇੰਦਰੀ ਹੈ, ਕਿਉਂਕਿ ਉਹਨੇ ਟੇਸਟ ਦੱਸਣਾ ਹੈ, ਰਸ ਲੈਣਾ ਹੈ, ਜੋ ਵੀ ਹੈ ਨਾ। ਤੇ ਇਹ ਮੂੰਹ ਜਿਹੜਾ ਬੋਲਦੇ ਆ, ਬੋਲਣਾ, ਇਹ ਮਤਲਬ ਕਰਮ ਇੰਦਰੀ ਚ ਆ ਜਾਂਦਾ। ਠੀਕ ਹੈ ਜੀ, ਜਿੰਨਾ ਕੁ ਮੈਨੂੰ ਗਿਆਨ ਆਇਆ। ਨਹੀਂ ਕੋਈ ਗੱਲ ਨਹੀਂ ਵੀਰ ਜੀ। ਤੇ ਇਸ ਤੋਂ ਬਾਅਦ ਜਿਹੜੇ ਹੈਗੇ ਆ ਆਪਣੇ ਅੰਦਰ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਇੱਕ ਅਗਿਆਨਤਾ ਪਾਈ ਆਪਣੇ ਅੰਦਰ, ਅਗਿਆਨਤਾ, ਜਿਹਨੂੰ ਅਵਿਦਿਆ ਕਹਿ ਲਓ, ਅਗਿਆਨਤਾ ਕਹਿ ਲਓ। ਤੇ ਇਸ ਤੋਂ ਬਾਅਦ ਆਪਣੇ ਅੰਦਰ ਮਾਲਕ ਨੇ ਸੂਖਸ਼ਮ ਸਰੀਰ ਦੇ ਅੰਦਰ ਜਿਹੜਾ ਹੈਗਾ ਆਪਣੇ ਅੰਦਰ ਕਾਮਨਾਵਾਂ ਪਾਈਆਂ ਮਾਲਕ ਨੇ। ਕਾਮਨਾਵਾਂ ਜਿਹੜੇ ਆਪਣੇ ਅੰਦਰ ਪੈਦਾ ਹੋਣੀਆਂ, ਕਾਮਨਾਵਾਂ ਹੈ, ਕਿਉਂਕਿ ਆਪਣੇ ਕੋਲ ਮਨ ਹੈਗਾ। ਵੀਰ ਜੀ ਤੁਸੀਂ ਕੁਝ ਕਹਿਣਾ ਹੈ? ਗੁਰਸ਼ਨ ਵੀਰ ਜੀ ਤੁਹਾਡਾ ਹੱਥ ਆ ਰਿਹਾ। ਅੱਛਾ, ਇਹਦੇ ਵਿੱਚ ਜਿਹੜਾ ਹੈਗਾ ਕਾਮਨਾਵਾਂ ਹੈਗੀਆਂ ਅਤੇ ਕਰਮ ਕਰਨ ਦੀ ਜਿਹੜੀ ਇਹਦੇ ਅੰਦਰ ਇੱਕ ਕਰਮ ਕਰਨ ਦੀ ਵੀ ਜਿਹੜੀ ਹੈਗੀ ਇਹਦੇ ਮਾਲਕ ਪਰਮਾਤਮਾ ਨੇ ਸ਼ਕਤੀ ਪਾਤੀ, ਕਰਮ ਕਰਨ ਦੀ, ਐਕਸ਼ਨ ਦੀ। ਹੁਣ ਇਹ ਦੇਖ ਲਓ ਇੰਨੀਆਂ ਚੀਜ਼ਾਂ ਹੋ ਗਈਆਂ ਇਹਦੇ ਅੰਦਰ। ਇੱਕ ਦੇਖ ਲਓ ਮਨ ਹੈਗਾ, ਔਰ ਇਹਦੇ ਅੰਦਰ ਇੱਕ ਸੁਰਤ ਦਿੱਤੀ ਆ, ਇੱਕ ਅੰਦਰ ਮੱਤ ਦਿੱਤੀ ਹੈ ਇਹਦੀ ਆਪਣਾ ਜਿਹੜਾ ਹੈ ਓਪੀਨੀਅਨ, ਆਪਣਾ ਬੈਂਟ ਆਫ ਮਾਈਂਡ, ਜੋ ਇਹਦੇ ਐਕਸਪੀਰੀਅੰਸਿਸ ਹੈਗੇ ਉਹ ਇਹਦੀ ਮੱਤ ਆ। ਇੱਕ ਬੁੱਧੀ ਹੈਗੀ ਇਹਦੇ ਅੰਦਰ, ਜਿਹੜੀ ਸੋਚ ਸਕਦਾ ਹੈ, ਬੁੱਧੀ। ਸੁਰਤ, ਮੱਤ, ਮਨ, ਬੁੱਧ, ਮਨ ਔਰ ਬੁੱਧੀ, ਇਹ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਇੱਕੋ ਕੈਟੇਗਰੀ 'ਚ ਆ ਜਾਂਦੀਆਂ, ਮਨ ਦੇ ਕੋਲ ਹੀ ਹੈਗੀਆਂ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਇਹ 8 ਚੀਜ਼ਾਂ ਹੋ ਗਈਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਸੁਰਤ, ਮਤ, ਮਨ, ਬੁੱਧ, ਔਰ ਪੰਜ ਪ੍ਰਾਣ, ਪੰਜ ਭੂਤ, ਪੰਜ ਤੱਤ, ਔਰ ਅਵਿਦਿਆ ਅਤੇ ਕਾਮਨਾ ਅਤੇ ਕਰਮ। ਆ 8 ਚੀਜ਼ਾਂ ਦਾ ਸਮੂਹ ਹੈਗਾ ਇਹ ਆਪਣਾ ਸੂਖਸ਼ਮ ਸਰੀਰ। ਇਹਦੇ ਵਿੱਚ ਆਤਮਾ ਵੀ ਹੈ, ਆਤਮਾ ਨੂੰ ਆ ਚੀਜ਼ਾਂ ਹੈਗੀਆਂ ਆਤਮਾ ਦੇ ਕੋਲ। ਜੀਵ ਆਤਮਾ ਜਿਹਨੂੰ ਕਹਿ ਦਿੰਦੇ ਆਪਾਂ, ਆ ਜੀਵ ਆਤਮਾ ਬਣਿਆ ਹੋਇਆ। ਆਤਮਾ ਸ਼ੁੱਧ ਹੈ ਔਰ ਜੀਵ ਆਤਮਾ ਦੇ ਕੋਲ ਅੱਜ ਸਾਰਾ ਕੰਬੀਨੇਸ਼ਨ ਜਿਹੜਾ ਸੂਖਸ਼ਮ ਸਰੀਰ ਸਾਰਾ ਜੀਵ ਆਤਮਾ ਹੈ। ਇਹੀ ਜਿਹੜੀ ਹੈਗੀ ਭਟਕਦੀ ਹੈ ਪਾਏ, ਜੀਵ ਆਤਮਾ ਇਹ ਭਟਕਦੀ ਹੈ।
ਨਾਲ ਨਾਲ ਆਤਮਾ ਹੈ, ਇਹਦੇ ਵਿੱਚ ਹੀ ਆਹ ਕੈਦ ਆ, ਮਾਲਕ ਨੇ ਆਹ ਗੇਮ ਬਣਾਈ ਹੋਈ ਹੈ। ਹੁਣ ਇਹਦਾ ਸੰਯੋਗ ਹੁੰਦਾ ਹੈ ਤਿਰਗੁਣੀ ਜਿਹੜੀ ਹੈਗੀ ਪ੍ਰਕਿਰਤੀ ਦੇ ਨਾਲ। ਪ੍ਰਕਿਰਤੀ ਦੇ ਨਾਲ ਫਿਰ ਜਿਹੜਾ ਹੈ, ਕਿਉਂਕਿ ਇਹਦੇ ਅੰਦਰ ਮਨ ਹੈਗਾ, ਮਨ ਜਿਹੜਾ ਹੈਗਾ, ਮਨ ਇੱਕ ਪਾਸੇ ਆਤਮਾ ਦੇ ਨਾਲ ਹੈ, ਮਨ ਦਾ ਕਨੈਕਸ਼ਨ, ਦੂਜੇ ਪਾਸੇ ਮਨ ਜਿਹੜਾ ਹੈਗਾ ਇਹ ਮਾਇਆ ਦੇ ਨਾਲ, ਬਾਹਰ ਆਕਾਰ ਦੇ ਨਾਲ ਜਿਹੜਾ ਹੈਗਾ ਮਨ ਦਾ ਕਨੈਕਸ਼ਨ ਬਾਹਰ ਹੈ। ਦੋ ਪਾਸੇ ਮਨ ਆ, ਮਨ ਦੇ ਕੋਲ ਸੁਰਤ ਹੈਗੀ ਆ। ਇਹ ਸੁਰਤ ਦੇ ਦੁਆਰਾ ਜਿਹੜਾ ਹੈਗਾ ਮਨ ਜਿਹੜਾ ਹੈਗਾ ਚੱਲਦਾ ਹੈ। ਸੁਰਤ ਜਿਹੜੀ ਹੈਗੀ ਰਸਤਾ ਦਿਖਾਉਂਦੀ ਹੈ ਅਤੇ ਮਨ ਫਿਰ ਤੁਰਦਾ ਹੈ। ਔਰ ਮਨ ਬੈਲ ਵਾਂਗੂ ਆ, ਸੁਰਤ ਬਹੁਤ ਤੇਜ਼ ਹੈ, ਸੁਰਤ ਕਿਤੇ ਮਰਜ਼ੀ ਲੈ ਜਾਂਦੀ ਹੈ ਮਨ ਨੂੰ। ਔਰ ਸੁਰਤ ਜਿਹੜੀ ਹੈਗੀ ਇਹਦੇ ਕੋਲ ਆਪਸ਼ਨ ਹੈਗਾ, ਕਿਉਂਕਿ ਇਹ ਆਤਮਾ ਦੇ ਨਾਲ ਜਿਹੜਾ ਹੈਗਾ, ਇਹ ਮਨ ਇੱਕ ਪਾਸੇ ਆਤਮਾ ਦੇ ਨਾਲ ਆ, ਇੱਕ ਪਾਸੇ ਜਿਹੜਾ ਹੈਗਾ ਇਹ ਦੋ ਪਾਸੇ ਗਤੀ ਕਰ ਸਕਦਾ, ਇੱਕ ਪਾਸੇ ਪ੍ਰਕਿਰਤੀ ਦੇ ਨਾਲ ਆ। ਔਰ ਜਿਹੜੀ ਮੂਲਾਧਾਰ ਚੱਕਰ ਹੈ ਉੱਥੇ ਐਨਰਜੀ ਸਾਰੀ ਦੀ ਸਾਰੀ ਐਨਰਜੀ ਉੱਥੇ ਪਈ ਆ, ਔਰ ਜਨਨ ਇੰਦਰੀ ਦੇ ਨੇੜੇ ਪਈ ਆ। ਇਸ ਕਰਕੇ ਕਾਮ ਵਾਸਨਾ ਦੇ ਵਿੱਚ ਮੈਕਸੀਮਮ ਐਨਰਜੀ ਜਿਹੜੀ ਹੈਗੀ ਇਨਸਾਨ ਜਿਹੜਾ ਹੈਗਾ ਗਵਾ ਦਿੰਦਾ ਹੈ। ਔਰ ਫਿਰ ਕ੍ਰੋਧ ਦੇ ਨਾਲ, ਕ੍ਰੋਧ ਵੀ ਜਿਹੜਾ ਹੈਗਾ ਬਹੁਤ ਹੀ ਜਿਹੜਾ ਹੈਗਾ ਜ਼ਿਆਦਾ ਐਨਰਜੀ ਪੀਣ ਵਾਲਾ ਹੈ। ਔਰ ਲੋਭ, ਇਹ ਵਿਚਾਰ ਹੀ ਵਿਚਾਰ ਚੱਲਦੇ ਆ। ਸਾਰੀ ਐਨਰਜੀ ਜਿਹੜੀ ਇਹਨਾਂ ਦੇ ਵਿਚਾਰਾਂ ਦੇ ਵਿੱਚ ਹੀ ਆਪਣੀ ਜਿਹੜੀ ਹੈ ਨਸ਼ਟ ਹੋਈ ਜਾਂਦੀ ਹੈ। ਔਰ ਵਿਚਾਰਾਂ ਦਾ ਜਿਹੜਾ ਹੈਗਾ ਕੋਈ ਜਿਹੜਾ ਅਸਤਿਤਵ ਨਹੀਂ ਹੈਗਾ। ਬਸ ਉਹ ਜਿਹੜੇ ਵਿਚਾਰ ਹੈਗੇ ਪਾਸਟ ਦੇ ਆਪਣੀ ਜਿਹੜੇ ਹੈਗੇ, ਜੋ ਵੀ ਜਿੱਥੇ ਇਹਨੇ ਗਤੀ ਕੀਤੀ ਆ, ਇਹ ਤਮੋ ਸਤੋ ਤ੍ਰਿਗੁਣੀ ਮਾਇਆ ਦੇ ਵਿੱਚ ਜੋ ਵੀ ਐਕਸਪੀਰੀਅੰਸਿਸ ਹੈਗੇ ਕੋਈ ਇਨਸਾਨ ਦੇ ਨਾਲ ਕਿਤੇ, ਜੋ ਵੀ ਉਹ ਸਾਰੇ ਦੇ ਸਾਰੇ ਜਿਹੜੇ ਇਹਦੇ ਕੋਲ ਡਾਟਾ ਪਿਆ ਹੋਇਆ, ਉਹ ਮਨ ਜਿਹੜਾ ਹੈਗਾ ਪੂਰਾ ਉਹਦਾ ਪੂਰੀ ਫੀਲਡ ਆ ਉਹਦੇ ਕੋਲ। ਔਰ ਵਿਚਾਰ ਜਿਹੜਾ, ਕਿਹੜਾ ਵਿਚਾਰ ਕਦੋਂ ਆਊਗਾ ਔਰ ਕਿੱਥੇ ਆਊਗਾ, ਇਹਦਾ ਕੰਟਰੋਲ ਮਨ ਦੇ ਕੋਲ ਨਹੀਂ ਹੈਗਾ। ਇਹ ਜਿਹੜਾ ਹੈਗਾ ਕਾਲ ਅਪੋਜ਼ਿਟ ਟੀਮ ਜਿਹੜੀ ਹੈ, ਅਪੋਜ਼ਿਟ ਜਿਹੜੀ ਹੈਗੀ ਆ ਫੋਰਸ, ਜਿਹਨੂੰ ਆਪਾਂ ਨੇ ਜਿੱਤਣਾ ਹੈ, ਜਿਹੜੀ ਅਪੋਜ਼ਿਟ ਟੀਮ ਹੈਗੀ ਇਹ ਉਹਦੇ ਕੋਲ ਹੈਗਾ। ਉਹਦੇ ਕੋਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹੈਗੇ ਇਹ ਵਾਇਸਿਸ ਹੈਗੇ। ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਮਾਇਆ ਦੇ ਵਿੱਚ ਜਿਹੜਾ ਹੈਗਾ ਆਪਾਂ ਨੇ ਜੋ ਮਾਲਕ ਨੇ ਜਿਹੜੇ ਬਾਹਰ ਜੋ ਆਕਾਰ ਪਾਏ, ਸਵਾਦ ਪਾਏ ਹੋਏ ਆ, ਮਾਲਕ ਨੇ ਕੀ ਕੀਤਾ, ਡਿਜ਼ਾਈਨ ਕੀਤਾ, ਸਵਾਦ ਪਾਏ ਵੀ ਇਹ ਕਿਹੜੇ ਸਵਾਦ ਇਹਨੂੰ ਜਿਹੜੇ ਹੈਗੇ, ਅੱਖਾਂ ਦਾ ਸਵਾਦ, ਇਹ ਜਿਹੜਾ ਹੈਗਾ ਕੰਨਾਂ ਦਾ ਸਵਾਦ, ਜੀਭ ਦਾ ਸਵਾਦ, ਇੰਦਰੀ ਦੇ ਸਵਾਦ, ਫਿਰ ਜਿਹੜਾ ਹੈਗਾ ਟੱਚ ਦਾ ਸਵਾਦ, ਸਾਰੇ ਸਵਾਦ ਪਾਤੇ ਮਾਲਕ ਪਰਮਾਤਮਾ ਨੇ। ਸੁਣਨ ਦਾ ਸਵਾਦ, ਸਾਰੇ ਦੇ ਸਾਰੇ ਸਵਾਦ ਪਾਏ ਹੋਏ। ਇਹ ਸਵਾਦਾਂ ਦੇ ਵਿੱਚ ਜਿਹੜੇ ਹੈਗੇ ਆ, ਇਹ ਸਵਾਦਾਂ ਦੇ ਕਾਰਨ ਜਿਹੜਾ ਹੈਗਾ ਮਨ ਜਿਹੜਾ ਹੈਗਾ ਬਾਹਰ ਮੁਖੀ ਹੋ ਜਾਂਦਾ ਹੈ। ਔਰ ਮਾਲਕ ਨੇ ਜਿਹੜੇ ਸਵਾਦ ਔਰ ਜਿਹੜੀ ਦੁਨੀਆ ਜੋ ਦੁਨੀਆ ਦੇ ਆਕਾਰ ਜੋ ਦਿਸਦਾ ਸੰਸਾਰ ਹੈਗਾ, ਚਿਲ ਮਿਲ ਵਿਸਿਆਰ ਦੁਨੀਆ ਫਾਨੀ, ਕਾਲੂਬ ਅਕਲ ਮਨ ਗੌਰ ਨਾ ਮਾਨੀ। ਮਨ ਜਿਹੜਾ ਹੈਗਾ ਪੁਤਲਾ ਹੈਗਾ, ਅਕਲ ਦਾ ਪੁਤਲਾ ਕਹਿੰਦੇ। ਅਕਲ ਦੇ ਪੁਤਲੇ ਤੂੰ ਗੌਰ ਨੂੰ ਨਹੀਂ ਮੰਨਦਾ, ਤੇਰਾ ਜਿਹੜਾ ਹੈਗਾ ਵਾਸਾ ਗੌਰ ਦੇ ਵਿੱਚ ਆ। ਇਹ ਤੂੰ ਦੁਨੀਆ ਜਿੱਥੇ ਤੂੰ ਸਵਾਸ ਆਪਣੇ ਨਸ਼ਟ ਕਰ ਰਿਹਾ, ਇੰਨੇ ਕੀਮਤੀ ਸਵਾਸ ਹੈਗੇ ਤੇਰੇ ਕੋਲ। ਰੈਣ ਗਵਾਈ ਖਾਏ ਕੇ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸ ਤਰੀਕੇ ਦੇ ਨਾਲ ਜਿਹੜਾ ਹੈ ਦੇਖ ਲਓ ਆਪਾਂ ਇਹ ਸਵਾਸ ਲੁਟਾ ਰਹੇ। ਹੁਣ ਜਿਹੜਾ ਹੈਗਾ ਇਹ ਵਾਸਨਾਵਾਂ ਜਿਹੜੀਆਂ ਹੈਗੀਆਂ, ਸਾਰੀਆਂ ਜਿਹੜੀਆਂ ਹੈਗੀਆਂ ਇਹ ਮਾਇਆ ਤੋਂ ਵਾਸਨਾਵਾਂ ਹੈ, ਕਿਉਂਕਿ ਇਹਦੇ ਅੰਦਰ ਜਿਹੜੀ ਹੈਗੀ ਆ ਕਾਮਨਾਵਾਂ ਹੈਗੀਆਂ, ਅਤੇ ਉਹਨਾਂ ਦੇ ਨਾਲ ਜਿਹੜਾ ਹੈਗਾ ਚੋਗਾ ਪਿਆ ਆ, ਉਹ ਚੋਗੇ ਦੇ ਉੱਤੇ ਜਾਂਦਾ ਹੈ ਔਰ ਚੋਗੇ ਦੇ ਵਿੱਚ ਫਸ ਜਾਂਦਾ ਹੈ। ਔਰ ਇਸ ਤਰ੍ਹਾਂ ਜਿਹੜੀ ਹੈਗੀ ਇਹ ਮਨੁੱਖਾ ਸਰੀਰ ਜਿਹੜਾ ਮਨੁੱਖੀ ਜੂਨ ਮਿਲਦੀ ਹੈ ਉਹ ਆਪਾਂ ਗਵਾ ਦਿੰਦੇ ਹਾਂ ਇਸ ਤਰੀਕੇ ਦੇ ਨਾਲ। ਔਰ ਹੈ ਆਪਣਾ ਜੀਓ ਜਿਹੜਾ ਹੈਗਾ ਉਹ ਅਬਨਾਸੀ ਹੈਗਾ। ਔਰ ਇਹਦੇ ਅੰਦਰ ਜਿਹੜੀ ਹੈ ਇੱਕ ਹੋਰ ਖਾਸ ਚੀਜ਼ ਹੈਗੀ ਆ, ਉਹ ਹੈਗੀ ਕਿ ਇਹਨੂੰ ਜਿਹੜਾ ਹੈਗਾ ਰਜਿਸਟਰਡ ਔਰ ਨਾਨ ਰਜਿਸਟਰਡ, ਪੰਚੀਕ੍ਰਿਤ ਔਰ ਇੱਕ ਜਿਹੜਾ ਹੈਗਾ अपंचीकृत, ਦੋ ਟਾਈਪ ਦੇ ਫੰਕਸ਼ਨ ਹੈਗੇ ਇਹਦੇ।
ਇੱਕ ਜਾਗਦੇ ਹੋਏ ਜਿਹੜੇ ਵੀ ਆਪਾਂ ਕੰਮ ਕਰਦੇ ਹਾਂ ਉਹ ਤਾਂ ਰਜਿਸਟਰਡ ਸਮਝ ਲਓ ਬਈ, ਡਾਇਰੈਕਟਲੀ ਆਪਾਂ ਕੰਮ ਕਰ ਰਹੇ ਹਾਂ। ਇੱਕ ਜਿਹੜੇ ਹੈਗੇ ਸੁੱਤੇ ਪਏ ਸੁਪਨੇ ਦੇ ਵਿੱਚ ਜਿਹੜੇ ਹੈਗੇ ਉਹ ਅਪੰਚੀਕ੍ਰਿਤ ਕਹਿ ਦਿੰਦੇ ਆ, ਉਹਨਾਂ ਨੂੰ ਅਨਰਜਿਸਟਰਡ ਕਹਿ ਦਿੰਦੇ ਆ। ਇਹ ਦੋ ਇਸ ਤਰ੍ਹਾਂ ਦੇ ਫੰਕਸ਼ਨ ਹੈਗੇ ਇਹਦੇ। ਹੁਣ ਜਿਹੜੀ ਹੈਗੀ ਇਸ ਚੋਂ ਇਹ ਹੈਗਾ ਜਾਲ। ਇਹ ਸਾਰਾ ਜਿਹੜਾ ਇਹ ਆਪਾਂ ਨੂੰ ਪਤਾ ਹੋਏ ਵੀ ਆਪਣੇ ਕੋਲ ਕੀ ਕੀ ਹੈਗਾ ਔਰ ਆਪਾਂ ਕਿਸ ਤਰ੍ਹਾਂ ਫਸਦੇ ਹਾਂ, ਸਾਰਾ ਦਾ ਸਾਰਾ ਗਿਆਨ ਆਪਾਂ ਨੂੰ ਹੋਣਾ ਚਾਹੀਦਾ। ਹੁਣ ਇਹਦੇ ਵਿੱਚੋਂ ਜਿਹੜਾ ਹੈਗਾ ਨਿਕਲਣ ਦਾ ਇੱਕੋ ਹੀ ਤਰੀਕਾ ਰੱਖਿਆ ਹੈ ਮਾਲਕ ਪਰਮਾਤਮਾ ਨੇ। ਉਹ ਕਹਿੰਦੇ ਇਹ ਮਾਇਆ ਮੈਂ ਐਸੀ ਬਣਾਈ ਹੋਈ ਆ ਜਿਹੜੀ ਕਿ ਇਹ ਪ੍ਰਕਿਰਤੀ ਜਿਹੜੀ ਹੈਗੀ ਆ ਇਹਨੂੰ ਜਿੱਤਣਾ ਇੰਪੋਸੀਬਲ ਹੈਗਾ ਬਗੈਰ ਜਿਹੜਾ ਹੈਗਾ ਸਤਿਗੁਰੂ ਦੇ ਗਿਆਨ ਤੋਂ, ਬਗੈਰ ਜਿਹੜਾ ਹੈਗਾ ਗੁਰੂ ਦਾ ਪੱਲਾ ਫੜੇ, ਬਗੈਰ ਗੁਰੂ ਦਾ ਪੱਲਾ ਫੜੇ ਇਸ ਮਾਇਆ ਤੋਂ ਨਿਕਲਣਾ ਇੰਪੋਸੀਬਲ ਹੈ। ਸੋਠ ਮਹੱਲਾ ਪੰਜਵਾਂ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ। ਹੁਣ ਗੁਰ ਸਤਿਗੁਰ ਜਿਹੜਾ ਹੈਗਾ ਇਹ ਆਪਾਂ ਜੋ ਲੈ ਰਹੇ ਹਾਂ ਇਹ ਪੰਜਵੀਂ ਪਾਤਸ਼ਾਹੀ ਦਾ ਗਿਆਨ ਹੈਗਾ। ਇਹ ਜਿਹੜਾ ਹੈਗਾ ਉਸ ਸਤਿਗੁਰੂ ਦਾ ਗਿਆਨ ਹੈਗਾ ਆਪਣੇ ਕੋਲ। ਇਹ ਗਿਆਨ ਹੈ ਸਤਿਗੁਰੂ ਦਾ। ਔਰ ਗੁਰੂ ਜਿਹੜੇ ਹੈਗੇ ਉਹ ਗੁਰੂ ਹੈ ਉਹ ਐਕਚੁਅਲ ਜਿਹੜੇ ਗੁਰੂ ਜਿਹਨੂੰ ਕਹਿੰਦੇ ਆ ਸ਼ਬਦ ਗੁਰੂ, ਸੁਰਤ ਧੁਨ ਚੇਲਾ, ਉਹ ਜਿਹੜੇ ਹੈਗੇ ਉਹ ਆਪਾਂ ਨੂੰ ਜਿਹੜੇ ਹੈਗੇ ਜਦ ਆਪਾਂ ਵਿਚਾਰ ਜਿਹੜੇ ਹੈਗੇ ਆਪਾਂ ਘਟਾਉਨੇ ਆ ਅਤੇ ਉਦੋਂ ਜਿਹੜੇ ਸ਼ਬਦ ਸ਼ੁਰੂ ਹੋ ਜਾਂਦੇ ਆ, ਉੱਥੋਂ ਜਿਹੜਾ ਹੈਗਾ ਉਹ ਲਾਈਵ ਜਿਹੜਾ ਹੈਗਾ ਗੁਰੂ ਸ਼ੁਰੂ ਹੋ ਜਾਂਦਾ। ਉਹ ਗੁਰੂ ਦਾ ਪੱਲੂ, ਗੁਰੂ ਦਾ ਹੱਥ, ਉਹਦੇ ਨਾਲ ਜਿਹੜਾ ਹੈਗਾ ਆਪਾਂ ਨੇ ਵਿਚਾਰ ਮੰਡਲ ਤੋਂ, ਇਹ ਮਾਇਆ ਤੋਂ, ਇਹ ਜਿਹੜੀ ਆਕਾਰ ਹੈਗੀ, ਇਹ ਪ੍ਰਕਿਰਤੀ ਹੈਗੀ, ਇਹਦੀ ਕੈਦ 'ਚੋਂ ਬਾਹਰ ਹੋਣਾ ਹੈ। ਉਹਦਾ ਪੱਲੂ ਫੜ ਕੇ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਿਮਰ, ਸਮਰਨ ਕਰਕੇ ਸਮਰਨ ਕਰਨਾ, ਕਿਉਂਕਿ ਸੂਖਸ਼ਮ ਆ। ਆਪਾਂ ਫਿਜ਼ੀਕਲ ਤੋੜਨਾ ਜਿਹੜੇ ਕਿ ਕੋਈ ਪੱਲੂ ਹੈਗਾ ਤਾਂ ਫੜ ਲਾਂਗੇ ਜਾ ਕੇ, ਗੁਰੂ ਦਾ ਹੱਥ ਫੜ ਲਿਆ, ਬਸ ਸੁਰਤ ਦੁਆਰਾ ਹੀ ਫੜਿਆ ਜਾਣਾ ਹੈ। ਉਹ ਮਨ ਨੇ ਫੜਨਾ ਹੈਗਾ। ਜਦ ਸੁਰਤ ਇਨਵਰਟ ਕਰਾਂਗੇ ਤਾਂ ਉਹ ਜਿਹੜਾ ਹੈਗਾ ਉਹ ਸ਼ਬਦ ਸੁਣਦੇ ਆਪਾਂ ਨੂੰ, ਸੁਣਦੇ ਉਹਨੂੰ ਸਮਰਨ ਕਰਕੇ ਉਹ ਗੁਰੂ ਸਤਿਗੁਰੂ, ਉਹ ਜਿਹੜਾ ਹੈਗਾ ਗੁਰੂ ਹੈ, ਸਤਿਗੁਰੂ ਹੈ, ਉਹਨੂੰ ਸਤਿਗੁਰੂ ਕਹਿ ਰਹੇ। ਉਹਦੇ ਬਗੈਰ ਜਿਹੜਾ ਹੈਗਾ ਇਹ ਵਿਚਾਰ ਮੰਡਲ ਕ੍ਰਾਸ ਕਰਨਾ ਨਾਟ ਪੋਸੀਬਲ। ਉਹ ਗੁਰੂ ਨੇ ਪਾਰ ਕਰਾਉਣਾ ਹੈ ਵਿਚਾਰ ਮੰਡਲ। ਉਹ ਵਿਚੋਲਾ ਹੈਗਾ, ਇਹ ਪ੍ਰਕਿਰਤੀ ਔਰ ਪਰਮਾਤਮਾ ਦੇ ਵਿੱਚ ਵਿਚੋਲਾ ਹੈਗਾ। ਉਹ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ। ਸਾਰੇ ਦੁੱਖ ਜਿਹੜੇ ਹੈ ਮਿਟ ਜਾਂਦੇ ਆ ਭਾਈ। ਦੁੱਖ ਹੈ ਹੀ ਜਿਹੜੇ ਵਿਚਾਰਾਂ ਦੇ ਨਾਲ ਹੀ ਆਪਾਂ ਜਿਹੜੇ ਹੈਗੇ ਪ੍ਰਕਿਰਤੀ ਦੀ ਕੈਦ ਦੇ ਵਿੱਚ ਆ। ਪ੍ਰਕਿਰਤੀ ਨੇ ਆਪਾਂ ਨੂੰ ਕੈਦ ਕੀਤਾ ਹੋਇਆ। ਸਾਰੀ ਜੀਵ ਜਿੰਨੇ ਵੀ ਹੈ ਪ੍ਰਕਿਰਤੀ ਦੀ ਕੈਦ 'ਚ ਆ। ਇਹ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਆਪਾਂ ਜਿਹੜੇ ਹੈਗੇ ਕੈਦ ਆ, ਟਰੈਪ ਹੈਗੇ ਆ। ਇਹਦੇ 'ਚ ਆਪਾਂ ਜਿਹੜਾ ਹੈਗਾ ਆਪਣਾ ਜਨਮ ਗਵਾ ਦਿੰਦੇ ਹਾਂ। ਆਪਾਂ ਸਿਰਫ ਜਿਹੜਾ ਸਰੀਰ ਦੇ ਵਾਸਤੇ ਦੇਖ ਲਓ, ਸਿਰਫ ਐਸਾ ਮਨ ਬਣਾਇਆ ਹੋਇਆ ਪਤੰਦਰ ਕਿ ਸਿਰਫ ਸਰੀਰ ਦੇ ਭੋਗ, ਇਹ ਜਿੰਨੇ ਵੀ ਭੋਗ ਆ ਦੁਨੀਆ ਦੇ, ਇਹ ਸਿਰਫ ਸਰੀਰ ਦੇ ਹੈਗੇ, ਸਿਰਫ ਸਰੀਰ ਦੇ ਭੋਗ ਹੈਗੇ। ਔਰ ਉਹਨਾਂ ਦੇ ਕਾਰਨ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਦੇਖੋ ਕਿੰਨਾ ਸੁਨਹਿਰਾ ਜਿਹੜਾ ਹੈਗਾ ਮਾਲਕ ਪਰਮਾਤਮਾ ਦਾ ਆਪਾਂ ਆਪਣਾ ਅਸਲਾ ਜਿਹੜਾ ਹੈਗਾ ਆਪਣੀ ਅਸਲੀ ਪਛਾਣ ਜਿਹੜੀ ਹੈਗੀ ਉਹਨੂੰ ਆਪਾਂ ਜਿਹੜੇ ਹੈਗੇ ਉਹ ਚਾਂਸ ਖੋ ਦਿੰਨੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸਗਲਾ ਦੁੱਖ ਮਿਟਾਇਆ। ਇਹਦੇ ਨਾਲ ਸਾਰਾ ਦੁੱਖ ਮਿਟ ਸਕਦਾ ਹੈ ਭਾਈ। ਯਾਤਰਾ ਜਿੱਤੀ ਜਾ ਸਕਦੀ ਹੈ ਜਿਹਦੇ ਵਾਸਤੇ ਆਪਾਂ ਆਏ ਹਾਂ। ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਆਪਾਂ ਹੁਣ ਗੁਰੂ ਦੇ ਬਚਨ ਲੈ ਰਹੇ ਹਾਂ ਭਾਈ। ਇਹ ਗੁਰੂ ਦੇ ਬਚਨਾਂ ਨੇ ਆਪਾਂ ਨੂੰ ਦੱਸਿਆ ਬਈ ਇਸ ਤਰ੍ਹਾਂ ਦੀ ਆਹ ਗੇਮ ਹੈ ਭਾਈ, ਆਹ ਖੇਡ ਹੈ ਮਾਲਕ ਪਰਮਾਤਮਾ ਦੀ। ਅਤੇ ਤੈਨੂੰ ਜਿਹੜਾ ਹੈਗਾ ਆਪਣੇ ਵਿਚਾਰ ਜਿਹੜੇ ਹੈਗੇ ਬੰਦ ਕਰਨੇ ਪੈਣੇ ਆ। ਔਰ ਵਿਚਾਰ ਬੰਦ ਕਰਕੇ ਸੁੰਨ ਗੁਫਾ ਮੇਂ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਸੁੰਨ ਦੇ ਵਿੱਚ, ਗੁਫਾ ਦੇ ਵਿੱਚ ਬੈਠਣਾ ਪਊਗਾ ਜਿੱਥੇ ਕਿ ਵਿਚਾਰ ਨਾ ਆ ਸਕਣ। ਕਲਪਨਾ ਵਿਵਰਜਿਤ ਹੈਗੀ ਆ। ਜੇ ਵਿਚਾਰ ਆ ਗਏ ਤੇ ਸਮਝ ਲਓ ਪ੍ਰਕਿਰਤੀ ਨੇ ਫੜ ਲਿਆ ਆਪਾਂ ਨੂੰ।
ਪ੍ਰਕਿਰਤੀ ਨੇ ਫੜ ਲਿਆ ਤੇ ਪ੍ਰਕਿਰਤੀ ਨੇ ਜਾਣ ਨਹੀਂ ਦੇਣਾ, ਵਿਚਾਰ ਮੰਡਲ ਕ੍ਰਾਸ ਨਹੀਂ ਕਰਨ ਦੇਣਾ। ਸਿਮਰ ਸਿਮਰ ਗੁਰ ਸਤਗੁਰ ਆਪਣਾ, ਸਗਲਾ ਦੁਖ ਮਿਟਾਇਆ। ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਇਹ ਤਾਪ, ਇਹ ਰੋਗ ਜਿਹੜੇ ਹੈਗੇ ਸਾਰੇ ਰੋਗ ਹੀ ਹੈਗੇ ਭਾਈ। ਇਹ ਜਿੰਨਾ ਸਵਾਦ ਚੋਗਾ ਜੋ ਵੀ ਹੈਗਾ, ਇਹ ਬਸ ਆਦਿ ਵਿਆਧੀ ਉਪਾਧੀ, ਇਹ ਤਿੰਨ ਤਾਪ ਜਿਹੜੇ ਹੈਗੇ, ਇਹ ਤ੍ਰਿਗੁਣੀ ਮਾਇਆ ਦੇ ਤਾਪ। ਆਦਿ ਚਿੰਤਾ ਸੋਚ ਫਿਕਰ, ਇਹ ਆਦਿ ਕਹਿ ਦਿੰਦੇ ਆ। ਵਿਆਧੀ ਕਹਿ ਦਿੰਦੇ ਜੋ ਆਪਾਂ ਨੂੰ ਅਮਲ ਲੱਗੇ ਹੋਏ ਆ, ਜੋ ਸੰਸਕਾਰ ਹੈਗੇ। ਬਗੈਰ ਆਟੋ ਪਾਇਲਟ ਤੇ ਆਪਣਾ ਵਾਪਸ ਜਿਹੜਾ ਹੈਗਾ ਆਪਾਂ ਨੇ ਉਸੇ ਭੋਗ ਦੇ ਵਿੱਚ, ਉਸੇ ਭੋਗ ਵਿਲਾਸ ਦੇ ਵਿੱਚ, ਉਸੇ ਕੰਨਾਂ ਦੇ ਰਸ ਦੇ ਵਿੱਚ, ਉਸੇ ਜੀਭ ਦੇ ਰਸ ਦੇ ਵਿੱਚ, ਉਸੇ ਇੰਦਰੀ ਦੇ ਰਸ ਦੇ ਵਿੱਚ ਆਟੋਮੈਟਿਕਲੀ ਆਪਾਂ ਨੇ ਜਾਈ ਜਾਣਾ। ਸੋਚਣ ਦੀ ਲੋੜ ਹੀ ਨਹੀਂ ਪੈਣੀ। ਆਟੋਮੈਟਿਕਲੀ ਜਿਹੜਾ ਹੈਗਾ ਆਪਾਂ ਆਟੋ ਪਾਇਲਟ ਤੇ ਪਾਏ ਹੋਏ ਆ। ਇਹਨੂੰ ਕਹਿੰਦੇ ਆ ਵਿਆਧੀ, ਅਮਲ। ਵੀ ਅਮਲ ਹੋ ਗਿਆ, ਅਮਲੀ ਨੂੰ ਆਟੋਮੈਟਿਕਲੀ ਅਮਲੀ ਨੂੰ ਉਹ ਥੋੜ੍ਹੀ ਨਾ ਯਾਦ ਕਰਨਾ ਪੈਂਦਾ ਹੈ ਵੀ ਹੁਣ ਮੇਰਾ ਜਿਹੜਾ ਦਾਰੂ ਦਾ ਟਾਈਮ ਹੋ ਗਿਆ, ਅਮਲ ਦਾ ਟਾਈਮ ਹੋ ਗਿਆ। ਆਟੋਮੈਟਿਕਲੀ ਚੱਲ ਪੈਣਾ, ਆਟੋਮੈਟਿਕਲੀ। ਇਹ ਜਿਹੜੇ ਹੈਗੇ ਇਹਨਾਂ ਨੇ ਨਹੀਂ ਹਟਣਾ, ਨਹੀਂ ਮਿਟਣਾ ਭਾਈ, ਜਦ ਤੱਕ ਆਪਾਂ ਜਿਹੜੇ ਹੈਗੇ ਜਿਹੜਾ ਹੈਗਾ ਗੁਰੂ ਦਾ ਗਿਆਨ ਲੈ ਕੇ ਔਰ ਧਿਆਨ ਦੇ ਵਿੱਚ ਨਹੀਂ ਬੈਠਦੇ। ਇਹ ਜਿਹੜਾ ਹੈਗਾ ਇੱਕ ਅੱਖਰ ਦੀ ਭਗਤੀ ਆਪਣੀ ਸਟਾਰਟ ਜਿਹੜਾ ਹੈਗਾ ਆਪਾਂ ਨੇ ਕਰਨੀ ਆ। ਵਾਹਿਗੁਰੂ ਵਾਹਿਗੁਰੂ, ਅੱਲਾਹੁ ਅੱਲਾਹੁ, ਹਰੀ ਓਮ ਹਰੀ ਓਮ। ਪਰ ਇਹ ਤਾਂ ਜਿਹੜਾ ਹੈਗਾ ਹਾਲੇ ਆਪਾਂ ਨੇ ਐਡਮਿਸ਼ਨ ਜਿਹੜਾ ਹੈਗਾ ਨਰਸਰੀ ਦੇ ਵਿੱਚ ਜਿਹੜਾ ਹੈਗਾ LKG ਦੇ ਵਿੱਚ ਐਡਮਿਸ਼ਨ ਲਿਆ, ਤੇ ਕੀ ਹਮੇਸ਼ਾ ਸਾਰੀ ਉਮਰ ਜਿਹੜਾ ਹੈਗਾ ਇਸੇ ਦੇ ਵਿੱਚ ਬੈਠੇ ਰਹਿਣਾ ਹੈ ਆਪਾਂ ਨੇ? ਇਹ ਤਾਂ ਸਿਰਫ ਜਿਹੜਾ ਹੈ ਵਿਚਾਰ ਘਟਾਉਣ ਦਾ ਹੈਗਾ, ਨੈਰੋ ਡਾਊਨ ਕਰਨਾ ਹੈ, ਕਨਵਰਜ ਕਰਨਾ ਹੈ ਆਪਣੇ ਮਨ ਨੂੰ, ਆਪਣੇ ਵਿਚਾਰ, ਕਿ ਤਾਂ ਕਿ ਆਪਾਂ ਟਿਊਨ ਹੋ ਸਕੀਏ ਉਸ ਫ੍ਰੀਕੁਐਂਸੀ ਦੇ ਉੱਤੇ। ਉਹ ਜਿਹੜਾ ਅਨਹਦ ਸ਼ਬਦ ਹੈਗੇ, ਉਹ ਜਿਹੜਾ ਗੁਰੂ ਹੈਗਾ ਆਪਣਾ, ਉਹਨੂੰ ਸੁਣ ਸਕੀਏ ਆਪਾਂ, ਸ਼ਬਦ ਗੁਰੂ ਨੂੰ ਫੜ ਸਕੀਏ ਆਪਾਂ, ਆਪਣੀ ਸੁਰਤ ਚੇਲਾ ਹੋ ਸਕੇ। ਔਰ ਉਹ ਫੜਾਈ ਚਾਹੂਗਾ ਜਦ ਆਪਣੇ ਵਿਚਾਰ ਬੰਦ ਚੁੱਪ ਹੋ ਗਏ ਆਪਾਂ, ਤਾਂ ਫੜਾਈ ਚਾਹੂਗਾ। ਤਾਪ ਰੋਗ ਗਏ ਗੁਰ ਬਚਨੀ, ਮਨ ਇੱਛੇ ਫਲ ਪਾਇਆ। ਮਨ ਦੀ ਇੱਛਾ ਜਿਹੜੀ ਹੈਗੀ, ਸਾਰੀਆਂ ਇੱਛਾ ਪੂਰੀਆਂ ਹੋ ਜਾਣੀਆਂ, ਉਹ ਫਲ ਪ੍ਰਾਪਤ ਹੋ ਜਾਣਾ ਹੈ। ਆਪਾਂ ਪ੍ਰਕਿਰਤੀ ਦੀ ਕੈਦ ਚੋਂ ਬਾਹਰ ਹੋ ਜਾਣਾ ਹੈ। ਆਪਾਂ ਪਰਮੇਸ਼ਰ ਦਾ ਜਿਹੜਾ ਮਾਲਕ ਜਿਸ ਤਰ੍ਹਾਂ ਹੈਗਾ ਉਸ ਤਰ੍ਹਾਂ ਆਪਾਂ ਵਾਪਸ ਲੈ ਜਿਹੜੀ ਹੈਗੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆ ਮੂਲ ਆ ਜਾਣਾ ਇਹਦੇ ਕੋਲ, ਬਈ ਤੂੰ ਜੋਤ ਕੀ ਆ? ਤੂੰ ਪਰਮੇਸ਼ਰ ਦਾ ਅੰਸ਼ ਹੈਗਾ। ਤੂੰ ਮਰਨ ਵਾਲਾ ਨਹੀਂ ਹੈਗਾ, ਤੂੰ ਬੁੱਢਾ ਨਹੀਂ ਹੁੰਦਾ, ਤੂੰ ਜਿਹੜਾ ਹੈਗਾ ਹਮੇਸ਼ਾ ਇੱਕ ਹੈ। ਤੈਨੂੰ ਕੋਈ ਦੁਨੀਆ ਦੀ ਚੀਜ਼ ਜਿਹੜੀ ਹੈਗੀ ਤੈਨੂੰ ਨਸ਼ਟ ਨਹੀਂ ਕਰ ਸਕਦੀ। ਤੂੰ ਪਹਿਲਾਂ ਵੀ ਸੀਗਾ, ਹੁਣ ਵੀ ਹੈਗਾ, ਗਾਹਾਂ ਵੀ ਰਹੇਗਾ। ਮੇਰਾ ਗੁਰ ਪੂਰਾ ਸੁਖ ਦਾਤਾ। ਆਇਆ ਭਾਈ, ਪੂਰਾ ਗੁਰੂ ਸੁਖ ਦੇਣ ਵਾਲਾ, ਸੁੱਖਾਂ ਦਾ ਦਾਤਾ ਹੈਗਾ। ਇਸ ਕਰਕੇ ਸੁੱਖਾਂ ਦਾ ਦਾਤਾ, ਬਈ ਮਾਲਕ ਪਰਮਾਤਮਾ ਸੁੱਖਾਂ ਦਾ ਦਾਤਾ ਤਾਂ ਹੈਗਾ। ਇੱਥੇ ਕਹਿੰਦੇ ਮੇਰਾ ਗੁਰ ਪੂਰਾ ਸੁਖ ਦਾਤਾ, ਕਿਉਂਕਿ ਪੂਰੇ ਗੁਰੂ ਨੇ ਹੀ ਮੈਨੂੰ ਵਿਚਾਰ ਮੰਡਲ ਤੋਂ, ਦੁੱਖਾਂ ਤੋਂ ਅੱਗੇ ਲੈ ਕੇ ਜਾਣਾ ਆ। ਮੇਰਾ ਗੁਰ ਪੂਰਾ ਸੁਖ ਦਾਤਾ, ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਦਾਤਾ। ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਕਰਨ ਕਾਰਨ ਆ, ਇਹ ਗੇਮ ਪਾਉਣ ਵਾਲਾ ਆ, ਸਮਰੱਥ ਹੈਗਾ, ਉਹ ਮਾਲਕ ਹੈਗਾ, ਔਰ ਸਾਰਿਆਂ ਦੀ ਤਕਦੀਰ ਲਿਖਣ ਵਾਲਾ ਹੈ। ਪੂਰਨ ਪੁਰਖ ਵਿਦਾਤਾ, ਵਿਧੀ ਦੀ ਰਚਨਾ ਕਰਨ ਵਾਲਾ ਹੈ। ਰਹਾਓ ਦੇਖੋ, ਕੜੀਆਂ ਵਾਂਗੂ ਜਿਹੜਾ ਹੈਗਾ ਗਿਆਨ, ਜਿਹੜਾ ਸ਼ਬਦ ਜਿਹੜੇ ਹੈਗੇ ਆਟੋਮੈਟਿਕਲੀ ਪੂਰਾ ਦਾ ਪੂਰਾ ਆਪਾਂ ਨੂੰ ਜਿਹੜੇ ਹੈਗੇ ਖੁੱਲ੍ਹੀ ਜਾਣਗੇ। ਬਸ ਆ ਜਿਹੜੇ ਹੈਗੇ ਆਪਾਂ ਨੇ ਆ ਰਚਨਾ ਜਿਹੜੀ ਸਾਰੀ ਦੀ ਸਾਰੀ ਆਪਣੇ ਅੰਦਰ ਦਿਮਾਗ 'ਚ ਬਿਠਾ ਲਈ। ਤੇ ਆਨੰਦ ਵਿਨੋਦ ਮੰਗਲ ਗੁਣ ਗਾਵੋ, ਆਹੀ ਹੈ ਭਾਈ, ਆਨੰਦ ਵਿਨੋਦ ਮੰਗਲ ਗੁਣ ਗਾਉਣੇ। ਆ ਬਾਣੀ ਜਿਹੜੀ ਹੈਗੀ, ਇਹ ਜਿਹੜੀ ਹੈਗੀ ਆ, ਇਹ ਗੁਰੂ ਦੇ ਬਚਨ ਜਿਹੜੇ ਹੈਗੇ, ਇਹਨੂੰ ਵੀ ਆਪਾਂ ਜਿਹੜੇ ਹੈਗੇ ਪਿਆਰ ਨਾਲ ਜਿਹੜੇ ਹੈਗੇ ਇਹਨੂੰ ਆਪਾਂ ਇਸ 'ਚੋਂ ਇਹਦੇ 'ਚੋਂ ਗਿਆਨ, ਇਹ 'ਚੋਂ ਗਿਆਨ ਲੈ ਲਈਏ।
ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ। ਮੇਰਾ ਗੁਰ ਪੂਰਾ ਸੁਖ ਦਾਤਾ, ਕਰਨ ਕਾਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਓ। ਆਨੰਦ ਵਿਨੋਦ ਮੰਗਲ ਗੁਣ ਗਾਵੋ, ਗੁਰ ਨਾਨਕ ਭਏ ਦਿਆਲਾ। ਆਨੰਦ ਵਿਨੋਦ ਮੰਗਲ ਗੁਣ ਗਾਵੋ, ਕਹਿੰਦੇ ਸਾਰਾ ਖੇੜਾ ਆ ਗਿਆ। ਦੇਖੋ ਸਾਰਾ ਅਸਲੀ ਜਿਹੜਾ ਹੈਗਾ ਆਨੰਦ, ਅਸਲੀ ਵਿਨੋਦ, ਅਸਲੀ ਮੰਗਲ ਕੁਸ਼ਲ ਗੁਣ ਗਾਵੋ ਕਿ ਗੁਰੂ ਨਾਨਕ ਭਏ ਦਿਆਲਾ। ਗੁਰੂ ਦਿਆਲ ਹੋ ਗਿਆ ਭਾਈ। ਆ ਅਨਹਦ ਸ਼ਬਦ ਸੁਣਨ ਲੱਗ ਪਏ। ਗੁਰੂ ਜਿਹੜਾ ਹੈਗਾ, ਗੁਰੂ ਨੇ ਪੱਲੂ ਫੜਾਤਾ। ਇਹ ਪੱਲੂ ਉਹ ਮਾਲਕ ਪਰਮਾਤਮਾ ਦੇ ਚਰਨ ਹੈਗੇ ਭਾਈ। ਇਹ ਗੁਰੂ ਇਹਨੇ ਜਿਹੜਾ ਹੈਗਾ ਮਾਲਕ ਦੇ ਨਾਲ ਜੋੜ ਦੇਣਾ, ਆਪਾਂ ਨੂੰ ਵਿਚਾਰ ਮੰਡਲ ਕ੍ਰਾਸ ਕਰਾ ਦੇਣਾ। ਆਨੰਦ ਵਿਨੋਦ ਮੰਗਲ ਗੁਣ ਗਾਵੋ, ਗੁਰੂ ਨਾਨਕ ਭਏ ਦਿਆਲਾ। ਜੈ ਜੈਕਾਰ ਭਏ ਜਗ ਭੀਤਰ, ਹੋਆ ਪਾਰ ਬ੍ਰਹਮ ਰਖਵਾਲਾ। ਇਸ ਤਰ੍ਹਾਂ ਪਾਰ ਬ੍ਰਹਮ ਰਖਵਾਲਾ ਹੋ ਜਾਂਦਾ ਹੈ ਭਾਈ। ਔਰ ਜਿਹੜਾ ਇਨਸਾਨ ਜਿਹੜਾ ਹੈਗਾ ਇਸ ਤਰ੍ਹਾਂ ਯਾਤਰਾ ਕਰਦਾ ਹੈ ਤੇ ਲਾਜ਼ਮੀ ਹੈਗਾ ਕਿ ਉਹਦੇ ਅੰਦਰੋਂ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹਕਾਰ ਇਹ ਘਟਨੇ, ਔਰ ਉਹਦੇ ਅੰਦਰ ਨਿਮਰਤਾ ਸਤ ਸੰਤੋਖ ਦਇਆ ਧਰਮ ਧੀਰਜ ਆ ਗੁਣ ਲਾਜ਼ਮੀ ਆਟੋਮੈਟਿਕਲੀ ਆ ਜਾਣੇ ਬਾਈ ਪ੍ਰੋਡਕਟ। ਦੁਨੀਆ ਦੇ ਵਿੱਚ ਜੈ ਜੈਕਾਰ ਭਏ ਜਗ ਭੀਤਰ, ਸੰਸਾਰ ਦੇ ਵਿੱਚ ਉਹਦੀ ਸੋਭਾ ਹੋਣੀ ਲਾਜ਼ਮੀ ਹੈਗੀ। ਜਿਹੜੇ ਵੀ ਭਗਤ ਆ ਦੇਖ ਲਓ ਜਿਸ ਤਰ੍ਹਾਂ ਤਾਰਿਆਂ ਵਾਂਗੂ ਜਿਹੜੇ ਲਿਸ਼ਕਦੇ ਆ, ਜੈ ਜੈਕਾਰ ਭਏ ਜਗ ਭੀਤਰ, ਆ ਆਪਾਂ ਉਹਨਾਂ ਦਾ ਹੀ ਗਿਆਨ ਲੈ ਰਹੇ ਹਾਂ। ਜੈ ਜੈਕਾਰ ਭਏ ਜਗ ਭੀਤਰ, ਹੋਆ ਪਾਰ ਬ੍ਰਹਮ ਰਖਵਾਲਾ। ਇਸ ਤਰ੍ਹਾਂ ਮਾਲਕ ਪਰਮਾਤਮਾ ਰਖਵਾਲਾ ਬਣਦਾ ਹੈ ਭਾਈ। ਆ ਪੂਰੀ ਦੀ ਪੂਰਾ ਸਿਸਟਮ ਬਣਾਇਆ ਮਾਲਕ ਪਰਮਾਤਮਾ ਨੇ ਨਿਕਲਣ ਦਾ। ਅਗਲਾ ਸ਼ਬਦ ਆ ਗਿਆ ਸੋਠ ਮਹੱਲਾ ਪੰਜਵਾਂ। ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਇੱਥੇ ਦੇਖ ਲਓ ਪੁਕਾਰ ਹੈਗੀ ਆ ਮਾਲਕ ਪਰਮਾਤਮਾ ਦੇ ਅੱਗੇ, ਅਰਦਾਸ ਹੈ, ਫਰਿਆਦ ਹੈਗੀ ਵੀ ਮਾਲਕਾ ਮੈਂ ਤਾਂ ਪੂਰੀ ਤਰ੍ਹਾਂ ਗਲਤਾਨ ਆ। ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਅੱਗੇ ਹੈਗਾ ਆ। ਹਮਰੀ ਗਣਤ ਨਾ ਗਣੀਆਂ ਕਾਏ, ਮੇਰੇ ਵੱਲ ਨਾ ਦੇਖ। ਜੇ ਤੂੰ ਮੇਰੇ ਵੱਲ ਦੇਖੇਗਾ ਤੇ ਫਿਰ ਤਾਂ ਜਿਹੜਾ ਹੈਗਾ ਮੈਂ ਨਿਕਲ ਹੀ ਨਹੀਂ ਸਕਦਾ ਕਦੀ ਵੀ। ਔਰ ਮਾਲਕ ਜਿਹੜਾ ਹੈਗਾ ਉਹ ਕਹਿੰਦਾ ਮੈਂ ਇਹ ਚੀਜ਼ਾਂ ਤੇਰੀਆਂ ਥੋੜ੍ਹੀ ਨਾ ਹੈਗੀਆਂ, ਇਹ ਮੈਂ ਪਾਈਆਂ ਆ ਤੇਰੇ ਅੰਦਰ, ਮੈਂ ਪਾਉਣ ਵਾਲਾ ਇਹਨਾਂ ਨੂੰ। ਇਹ ਸਾਰਾ ਦਾ ਸਾਰਾ ਗੇਮ, ਇਹ ਸਾਰੀ ਦੀ ਸਾਰੀ ਭੂਲ ਭੁਲਈਆ, ਇਹ ਸਾਰਾ ਦਾ ਸਾਰਾ ਜੋ ਵੀ ਜਿੱਥੇ ਵੀ ਪਾਪ ਕਰ ਰਹੇ ਹਾਂ, ਜੋ ਵੀ ਕਰ ਰਹੇ ਹਾਂ, ਇਹ ਸਾਰਾ ਦਾ ਸਾਰਾ ਇਹਦਾ ਕਰਤਾ ਰਚੀਤਾ ਮੈਂ ਹੈਗਾ ਆ। ਤੂੰ ਇਹਦੀ ਇਹਦੀ ਬੌਦਰੇਸ਼ਨ ਨਾ ਕਰ, ਤੈਨੂੰ ਨਹੀਂ ਹੋਣੀ ਚਾਹੀਦੀ ਇਹਦੀ ਬੌਦਰੇਸ਼ਨ। ਬਸ ਤੂੰ ਤੇਰਾ ਦਿਲੋਂ ਪੁਕਾਰ ਕਰ ਕਿ ਤੂੰ ਮੇਰੇ ਕੋਲ ਆਉਣਾ ਚਾਹੁੰਦਾ ਹੈ, ਮੇਰੇ ਵੱਲ ਤੇਰੀ ਇੱਛਾ ਹੈ। ਮੈਨੂੰ ਧੋਖਾ ਨਾ ਦੇਈਂ, ਮੈਨੂੰ ਖਚਰ ਵਿਦਿਆ ਨਾ ਖੇਡੀ ਮੇਰੇ ਨਾਲ। ਦਿਲ ਮੈਨੂੰ, ਕਿਉਂਕਿ ਮਾਲਕ ਇਮੀਡੀਏਟਲੀ, ਮਾਲਕ ਜਿਹੜਾ ਹੈਗਾ ਅੰਤਰਜਾਮੀ ਹੈਗਾ, ਉਹਨੂੰ ਪਤਾ ਲੱਗ ਜਾਣਾ ਹੈ ਕਿ ਆਪਾਂ ਕੀ ਚਾਹੁੰਦੇ ਹਾਂ। ਜੇ ਨਹੀਂ ਨਿਕਲ ਪਾ ਰਹੇ ਆਪਣੇ ਕੋਲ, ਨਹੀਂ ਸਵਾਦਾਂ ਤੋਂ, ਨਹੀਂ ਰਸਾਂ ਕਸਾਂ ਤੋਂ ਨਿਕਲਿਆ ਜਾ ਰਿਹਾ, ਜੇ ਆਪਣੀ ਫਰਿਆਦ ਸੱਚੀ ਹੈ ਵੀ ਨਿਕਲਣ ਦੀ ਇੱਛਾ ਸੱਚੀ ਹੈਗੀ ਤੇ ਮਾਲਕ ਮਿਹਰ ਕਰ ਦੇਗਾ। ਇੱਛਾ ਦੇ ਵਿੱਚ ਜਿਹੜਾ ਨਿਕਲਣ ਦੀ ਬਈ ਜੋ ਗਿਆਨ ਮਹਾਰਾਜ ਕਹਿੰਦੇ ਆ, ਪਰਮਾਤਮਾ ਕਹਿੰਦਾ ਕਿ ਮੈਂ ਤੈਨੂੰ ਗਿਆਨ ਦਊਂਗਾ ਜੇ ਤੇਰੀ ਇੱਛਾ ਹੈਗੀ ਤੇ ਗਿਆਨ ਨੂੰ ਲੈ ਲਾ। ਗਿਆਨ ਲੈ ਕੇ ਫਿਰ ਉਹ ਗੁਰੂ ਨੂੰ ਜਿਹੜਾ ਹੈ, ਗੁਰੂ ਦਾ ਪੱਲੂ ਫੜ ਕੇ ਜਿਹੜਾ ਸ਼ਬਦ ਗੁਰੂ ਤੇ ਆਪਣੀ ਸੁਰਤ ਉਸ ਪਾਸੇ ਨੂੰ ਗਤੀ ਕਰ ਲਾ ਤੇ ਨਿਕਲ ਜਾਏਗਾ। ਹਮਰੀ ਗਣਤ ਨਾ ਗਣੀਆਂ ਕਾਏ, ਆਪਣਾ ਬਿਰਦ ਪਛਾਣ। ਮਾਲਕ ਹਮੇਸ਼ਾ ਆਪਣਾ ਬਿਰਦ ਪਛਾਣਦਾ ਹੈ। ਹੱਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗਮਾਨ। ਹੱਥ ਦਿੰਦਾ ਹੈ ਮਾਲਕ ਪਰਮਾਤਮਾ, ਗੁਰੂ ਨੂੰ ਮਿਲਾਉਂਦਾ ਹੈ, ਹੱਥ ਦੇ ਕੇ ਰੱਖਦਾ ਹੈ। ਔਰ ਕਹਿੰਦੇ ਹਮੇਸ਼ਾ ਵਾਸਤੇ ਜਿਹੜਾ ਹੈਗਾ ਤੂੰ, ਹਮੇਸ਼ਾ ਵਾਸਤੇ ਜਿਹੜਾ ਹੈਗਾ ਇਹ ਭੋਗ ਵਿਲਾਸ ਦੁਨੀਆ ਦੇ ਪਦਾਰਥ ਜਿਨ੍ਹਾਂ ਦੇ ਪਿੱਛੇ ਮਰ ਰਿਹਾ ਆ, ਇਹ ਤਾਂ ਕੁਛ ਵੀ ਨਹੀਂ ਹੈਗੇ। ਜਿਹੜਾ ਤੈਨੂੰ ਜਿਹੜਾ ਆਨੰਦ ਖੇੜਾ ਖੁਸ਼ੀ ਜਿਹੜੀ ਹੈਗੀ ਉਹ ਅੰਮ੍ਰਿਤ ਰਸ ਜੋ ਹੈਗਾ ਹਮੇਸ਼ਾ ਵਾਸਤੇ ਮਾਣ ਲਏਗਾ ਪਿਆਰਿਆ, ਹਮੇਸ਼ਾ ਵਾਸਤੇ। ਕੋਈ ਟਰੈਪ ਨਹੀਂ, ਕੋਈ ਚਿੰਤਾ ਨਹੀਂ, ਕੋਈ ਕੁਛ ਨਹੀਂ, ਕੋਈ ਸਰੀਰ ਜਾਣ ਦੀ, ਕੋਈ ਮਾਂ ਦੇ ਪੇਟ 'ਚ ਪੁੱਠਾ ਲਟਕਣ ਦਾ, ਕੋਈ ਜੂਨਾਂ ਦੇ ਵਿੱਚ ਜਾਣ ਦਾ ਕੋਈ ਚੱਕਰ ਹੀ ਨਹੀਂ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰੇ ਆਪਣੇ, ਸਦਾ ਸਦਾ ਰੰਗਮਾਨ। ਸਾਚਾ ਸਾਹਿਬ ਸਦ ਮਿਹਰਵਾਨ। ਕਹਿੰਦੇ
ਉਹ ਮਾਲਕ ਪਰਮਾਤਮਾ ਤਾਂ ਹਮੇਸ਼ਾ ਮਿਹਰਬਾਨ ਆ। ਕੋਈ ਆਏ ਤਾਂ ਸਹੀ, ਕੋਈ ਕਹੇ ਤਾਂ ਸਹੀ ਬਈ ਮੈਂ ਨਿਕਲਣਾ ਚਾਹੁੰਦਾ ਆ, ਕੋਈ ਕਹੇ ਤਾਂ ਸਹੀ। ਉਹ ਤਾਂ ਆਖਰੀ ਦਮ ਤੱਕ ਜਿਹੜਾ ਹੈ ਵੇਟ ਕਰਦਾ ਹੈ ਮਾਲਕ ਪਰਮਾਤਮਾ, ਆਖਰੀ ਦਮ ਤੱਕ ਬਈ ਕੋਈ ਆਏ, ਕੋਈ ਪੁਕਾਰ ਤਾਂ ਕਰੇ ਨਾ ਕਿਸੇ ਪਾਸਿਓਂ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰੇ ਪੂਰੈ, ਹੋਈ ਸਰਬ ਕਲਿਆਣ। ਕਹਿੰਦੇ ਬੰਦ ਇਹ ਮਾਇਆ ਤੋਂ, ਪ੍ਰਕਿਰਤੀ ਤੋਂ ਉਸ ਸਤਿਗੁਰੂ ਨੇ ਪਾਉਣਾ ਹੈ। ਬੰਦ ਪਾਇਆ ਮੇਰੇ ਸਤਿਗੁਰੂ ਪੂਰੈ, ਹੋਈ ਸਰਬ ਕਲਿਆਣ। ਸਾਰੀ ਜਗ੍ਹਾ ਤੇ ਕਲਿਆਣ ਹੋ ਜਾਏਗੀ ਤੇਰੀ, ਹਰ ਪਾਸੇ ਕਲਿਆਣ ਹੋ ਜਾਏਗੀ। ਜਿਹੜੀ ਵੀ ਕਲਿਆਣ ਹੁੰਦੀ ਹੈ ਐਸੇ ਤਰੀਕੇ ਦੇ ਨਾਲ ਹੁੰਦੀ ਹੈ। ਬਸ ਇੱਛਾ ਜ਼ਾਹਿਰ ਕਰਨੀ ਪੈਂਦੀ ਹੈ ਦਿਲੋਂ ਅੰਦਰੋਂ, ਬਈ ਮੈਂ ਇਸ ਪਾਸੇ ਆਉਣਾ ਚਾਹੁੰਦਾ, ਹੁਣ ਮੈਂ ਇਸ ਪਾਸਿਓਂ ਨਿਕਲਣਾ ਚਾਹੁੰਦਾ। ਦਿਲੋਂ ਇੱਛਾ ਹੋਏ ਯੂ ਟਰਨ ਲੈਣ ਦੀ, ਬਸ ਮਾਲਕ ਵੱਲ ਨੂੰ ਜਿਹੜਾ ਹੈਗਾ ਗਤੀ ਕਰਨ ਦੀ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਡਾਰੀ। ਮਨ ਬੈਲ ਜਿਹੜਾ ਹੈਗਾ ਇਹ ਸੁਰਤ ਆਤਮਾ ਵੱਲ ਨੂੰ ਹੋ ਜਾਏ, ਪ੍ਰਾਣ ਸ਼ਕਤੀ ਉੱਪਰ ਨੂੰ ਜਾਣੀ ਸ਼ੁਰੂ ਹੋ ਜਾਏ। ਕਿਉਂਕਿ ਪ੍ਰਾਣ ਸ਼ਕਤੀ ਜਿਹੜੀ ਹੈਗੀ ਆਪਾਂ ਇਹ ਮਿਨੀਮਮ ਦੇ ਉੱਤੇ ਚੱਲ ਸਕਦੇ, ਨੀਡ ਦੇ ਅਨੁਸਾਰ। ਮਾਲਕ ਨਹੀਂ ਕਹਿੰਦਾ ਕਿ ਤੂੰ ਛੱਡ ਦੇ ਇੱਕਦਮ ਜਿਹੜਾ ਤੂੰ ਜਿੱਥੇ ਗਤੀ ਕਰ ਰਿਹਾ, ਜੋ ਕੁਛ ਕਰ ਰਿਹਾ ਇਹਨਾਂ ਨੂੰ ਛੱਡ ਦੇ। ਨਹੀਂ, ਮਾਲਕ ਕਹਿੰਦਾ ਤੂੰ ਮੇਰੇ ਵਾਲੀ ਜਿਹੜਾ ਇਸ ਪਾਸੇ ਨੂੰ ਵੀ ਯਾਤਰਾ ਸ਼ੁਰੂ ਕਰ ਦੇ, ਇਸ ਪਾਸੇ ਨੂੰ ਵੀ ਯਾਤਰਾ ਸ਼ੁਰੂ ਕਰ ਦੇ। ਮੈਂ ਛਡਾਊਂਗਾ, ਮੈਂ ਆਪਣੇ ਆਪ ਛਡਾਊਂਗਾ। ਬਸ ਤੂੰ ਗੁਰੂ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦੇ। ਆਇਆ ਬੰਦ, ਇਸ ਤਰ੍ਹਾਂ ਕਲਿਆਣ ਹੋਏਗਾ। ਨਹੀਂ ਤਾਂ ਕਿਸ ਤਰ੍ਹਾਂ ਛੱਡੇਗਾ ਇਨਸਾਨ? ਇਮੀਡੀਏਟਲੀ ਸਵਾਦ ਕਿਸ ਤਰ੍ਹਾਂ ਛੱਡ ਦੇਗਾ? ਸਾਰਾ ਰਸਕਸ ਚੋਗਾ ਕਿਵੇਂ ਛੁੱਟ ਜਾਏਗਾ? ਮਾਲਕ ਕਹਿੰਦਾ ਤੂੰ ਤੇਰੇ ਜੀਵਨ ਦੇ ਵਿੱਚ, ਤੇਰੇ ਸਕੈਡਿਊਲ ਦੇ ਵਿੱਚ ਸਭ ਤੋਂ ਉੱਪਰਲਾ, ਸਭ ਤੋਂ ਟਾਪ ਦੇ ਉੱਤੇ ਜਿਹੜਾ ਹੈਗਾ ਤੂੰ ਮੇਰਾ ਵਾਲਾ ਕੰਮ ਨੂੰ ਟਾਪ ਤੇ ਲਿਆ, ਟਾਪ ਪ੍ਰਾਇਰਟੀ ਤੇ ਲਿਆ। ਇਹਨੂੰ ਨਹੀਂ ਇਹ ਕੰਮ ਤੇਰਾ ਕਦੀ ਵੀ ਇਹ ਜਿਹੜਾ ਇਹ ਕਦੀ ਵੀ ਜਿਹੜਾ ਹੈਗਾ ਇਹ ਨਹੀਂ ਛੁੱਟਣਾ ਚਾਹੀਦਾ। ਬਸ ਆ ਨਿਤਨੇਮ ਹਰ ਹਰ ਨਿਤ ਜਪਿਓ ਜੀਹੋ, ਲਾਹਾ ਖੱਟਿਓ ਦਿਹਾੜੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠੇ ਹਰ ਨਾਮ ਧਿਆਵੈ। ਜੇ ਸਿੱਖ ਹੈਗੇ, ਜੇ ਆਪਾਂ ਗੁਰੂ ਦੇ ਸਿੱਖ ਹੈਗੇ ਆ ਭਾਈ, ਤੇ ਭਲਕੇ ਉੱਠਦੇ ਸਾਰ ਧਿਆਨ ਦੇ ਵਿੱਚ ਜਾਣਾ ਪਊਗਾ। ਨਹੀਂ ਤਾਂ ਸਰਾਣੇ ਦੇ ਉੱਤੇ ਹੀ ਮਾਇਆ ਨੇ ਘੇਰ ਲੈਣਾ। ਸੁੱਤੇ ਪਏ ਆਪਾਂ, ਬਿਲਕੁਲ ਜਿਹੜੇ ਸੁਪਨੇ, ਮਾੜੇ ਮੋਟੇ ਸੁਪਨੇ ਵੀ ਨਹੀਂ ਹੁੰਦੇ ਉਸ ਟਾਈਮ, ਜਿਹੜੇ ਵਿਚਾਰ ਬਣਦੇ ਆਪਾਂ ਉਸ ਟਾਈਮ ਜੇ ਧਿਆਨ 'ਚ ਚਲੇ ਜਾਈਏ, ਉਸੇ ਟਾਈਮ ਦੇ ਦੇਖ ਲਓ ਫਿਰ ਸੁਖੈਨ ਜਿਹੜੇ ਹੈਗੇ ਆਪਾਂ ਹੈ ਹੀ ਉਸ ਵਿਚਾਰ ਬਿਲਕੁਲ ਕੇਂਦਰਿਤ ਹੈਗੇ। ਉਸ ਵੇਲੇ ਧੁਨ ਪੂਰੀ ਦੀ ਪੂਰੀ ਪਕੜ 'ਚ ਆ ਜਾਏਗੀ। ਉਸ ਤੋਂ ਬਾਅਦ ਫਿਰ ਜਿਹੜਾ ਜੋ ਮਰਜ਼ੀ ਕਰ ਲਓ ਭਾਈ, ਜਿਹੇ ਜਿਹਾ ਨਿਤਨੇਮ, ਭਾਵੇਂ 8 ਘੰਟੇ ਦਾ ਨਿਤਨੇਮ ਕਰ ਲਓ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਆਹ ਕੰਮ ਜਿਹੜਾ ਹੈਗਾ, ਦੇਖੋ ਮਹਾਰਾਜ ਕਹਿੰਦੇ ਚੌਥੀ ਪਾਤਸ਼ਾਹ ਨੇ ਕੈਲੰਡਰ ਬਣਾਇਆ, ਗੁਰ ਸਤਿਗੁਰੂ ਕਾ ਜੋ ਸਿੱਖ ਖਾਏ, ਸੋ ਪਲਕੇ ਉਠੇ ਹਰ ਨਾਮ ਧਿਆਵੈ। ਧਿਆਨ ਕੀ ਹੁੰਦਾ ਹੈ? ਵਿਚਾਰ ਬੰਦ ਕਰਨੇ, ਇਹ ਧਿਆਨ ਆ ਭਾਈ। ਇਹਨੂੰ ਜਿਹੜਾ ਹੈ ਜੇ ਆਪਾਂ ਕਹਾਂਗੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ, ਵਾਹਿਗੁਰੂ ਵਾਹਿਗੁਰੂ ਕਰੀ ਜਾਈਏ, ਕਦ ਤੱਕ ਕਰੀ ਜਾਵਾਂਗੇ ਭਾਈ? ਉਹ ਧੁਨ ਹੈਗੀ, ਧੁਨ ਫੜਨੀ ਆਪਾਂ ਗੁਰੂ ਇਹ ਸਿਰਫ ਜਿਹੜਾ ਹੈਗਾ ਇਹ ਆਪਾਂ ਨੂੰ ਜਿਹੜਾ ਹੈਗਾ ਸਟਾਰਟ ਜਿਹੜੀ ਹੈਗੀ। ਹੁਣ ਜਿਸ ਤਰ੍ਹਾਂ ਛੋਟਾ ਬੱਚਾ ਹੁੰਦਾ LKG ਦੇ ਵਿੱਚ ਜਿਹੜਾ ਹੈਗਾ ਜਾਂ ਨਰਸਰੀ ਦੇ ਵਿੱਚ, ਤੇ ਬੋਲ ਬੋਲ ਕੇ ਉਹਨੂੰ ਯਾਦ ਕਰਨਾ ਪੈਂਦਾ। ਉਸੇ ਤਰੀਕੇ ਦੇ ਨਾਲ ਇਹ ਸਟਾਰਟਿੰਗ ਪੁਆਇੰਟ ਹੈ ਆਪਣਾ। ਵਾਹਿਗੁਰੂ ਵਾਹਿਗੁਰੂ ਹਰੀ ਓਮ ਅੱਲਾਹੁ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰੇ ਪੂਰੇ, ਹੋਈ ਸਰਬ ਕਲਿਆਣ ਰਹਾਓ। ਜਿਉ ਪਾਏ ਪਿੰਡ ਜਿਨੇ ਸਾਜਿਆ, ਦਿੱਤਾ ਪੈਨਣ ਖਾਣ। ਦੇਖ ਲਓ ਉਹ ਮਾਲਕ ਪਰਮਾਤਮਾ ਨੇ ਜਿਉ ਜਿਹੜਾ ਹੈਗਾ ਇਹ ਸਾਰਾ ਜਿੰਨਾ ਆਪਾਂ ਨੇ ਪਹਿਲਾਂ ਜਿਹੜਾ ਹੈਗਾ ਜਿਉ ਦੇ ਬਾਰੇ ਜਾਣਕਾਰੀ ਦਿੱਤੀ, ਫਿਰ ਸਰੀਰ ਦੇ ਬਾਰੇ ਜਾਣਕਾਰੀ ਦਿੱਤੀ, ਸੂਖਸ਼ਮ ਸਰੀਰ ਜਿਹੜਾ ਹੈਗਾ, ਸਥੂਲ ਸਰੀਰ, ਇਹ ਸਾਰਾ ਪਾ ਕੇ ਜਿਹੜਾ ਹੈਗਾ ਸਾਜਨਾ ਕਰਤੀ ਮਾਲਕ ਨੇ। ਕਿੰਨਾ ਸੋਹਣਾ ਬਣਾ ਦਿੱਤਾ। ਅੰਦਰ ਦੇਖ ਲਓ ਕਿੰਨੀ ਜਿਹੜੀ ਹੈਗੀ ਆਪਣੇ ਅੰਦਰ ਖੂਨ, ਮਾਸ ਔਰ ਸਾਰਾ ਲੈਟਰਿਨ, ਪਿਸ਼ਾਬ ਸਾਰਾ ਕੁਝ ਪਿਆ ਹੋਇਆ, ਔਰ ਫਿਰ ਵੀ ਜਿਹੜਾ ਹੈਗਾ ਕਿੰਨਾ ਜਿਹੜਾ ਹੈਗਾ ਸੋਹਣਾ ਲੱਗਦਾ ਸਰੀਰ।
ਜਿਉ ਪਾਏ ਪਿੰਡ ਜਿਨ ਸਾਜਿਆ, ਕਿੰਨੀ ਸਾਜਣਾ ਕਰ ਦਿੱਤੀ। ਦਿੱਤਾ ਪਹਿਨਣ ਖਾਣ, ਔਰ ਖਾਣ ਨੂੰ ਦੇ ਰਿਹਾ ਮਾਲਕ ਪਰਮਾਤਮਾ। ਦੇਖ ਲਓ, ਸਾਰਾ ਕੁਝ ਦੇਣ ਵਾਲਾ ਮਾਲਕ ਹੈਗਾ। ਆਪਾਂ ਆਤਮਾ ਮਾਲਕ ਦੀ ਆ, ਸੂਖਸ਼ਮ ਸਰੀਰ ਮਾਲਕ ਦਾ ਹੈ, ਸਥੂਲ ਸਰੀਰ ਮਾਲਕ ਦਾ ਹੈ। ਹਵਾ ਪਾਣੀ ਅੰਨ ਜੋ ਕੁਝ ਵੀ ਲੈ ਰਹੇ, ਦੁਨੀਆ ਦੇ ਪਦਾਰਥ, ਜੋ ਵੀ ਰਿਸ਼ਤੇਦਾਰ, ਜੋ ਵੀ ਬਾਲ ਬੱਚੇ, ਜੋ ਵੀ ਘਰਵਾਲੀ ਘਰ ਵਾਲਾ, ਸਾਰੇ ਮਾਲਕ ਦੇ ਦਿੱਤੇ ਹੋਏ। ਸਾਰਾ ਕੁਝ ਮਾਲਕ ਦਾ ਹੈ। ਔਰ ਆਪਾਂ ਜਿਹੜੇ ਹੈਗੇ ਮਾਲਕ ਨੂੰ ਯਾਦ ਹੀ ਨਹੀਂ ਕਰਦੇ, ਉਹਨੂੰ ਆਪਣੇ ਸਕੈਡਿਊਲ ਦੇ ਵਿੱਚ ਹੀ ਨਹੀਂ ਹੈ। ਕਹਿੰਦੇ ਸਾਡੇ ਕੋਲ ਤਾਂ ਸਮਾਂ ਨਹੀਂ ਹੈਗਾ। ਇਸ ਤੋਂ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਹਰਾਮਖੋਰ ਕਹੋ, ਇਸ ਤੋਂ ਹਰਾਮਖੋਰੀ ਕੀ ਹੋ ਸਕਦੀ ਹੈ ਭਾਈ। ਔਰ ਫਿਰ ਵੀ ਬਰਦਾਸ਼ਤ ਕਰਦਾ ਹੈ ਮਾਲਕ ਪਰਮਾਤਮਾ, ਉਹ ਫਿਰ ਵੀ ਬਰਦਾਸ਼ਤ ਕਰਦਾ ਹੈ। ਕਹਿੰਦੇ ਮੈਂ ਟਰੈਪ ਪਾਈ ਹੈ, ਮੈਂ ਤੈਨੂੰ ਪੂਰਾ ਸਮਾਂ ਜਿਹੜਾ ਹੈਗਾ, ਜਦ ਤੱਕ ਤੇਰੀ ਉਮਰ ਆ, ਮੈਂ ਤੈਨੂੰ ਸਾਰਾ ਕੁਝ ਦੇਈ ਜਾਊਂਗਾ। ਤੂੰ ਮੈਨੂੰ ਯਾਦ ਕਰ, ਭਾਵੇਂ ਨਾ ਕਰ, ਭਾਵੇਂ ਮੈਨੂੰ ਗਾਲਾਂ ਕੱਢ, ਜੋ ਮਰਜ਼ੀ ਕਰ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਕਹਿੰਦੇ ਉਹ ਮਾਲਕ ਪਰਮਾਤਮਾ ਨੇ ਆਪਣੇ ਦਾਸ ਦੀ ਆਪ ਪੈਜ ਰੱਖਤੀ ਹੈ, ਆਪ ਪੈਜ ਰੱਖੀ। ਮਾਲਕ ਪਰਮਾਤਮਾ ਨੇ ਮਿਹਰ ਕੀਤੀ, ਦਾਸ ਨੇ ਡਿਮਾਂਡ ਕੀਤੀ, ਮਾਲਕ ਨੇ ਮਿਹਰ ਕਰਤੀ, ਇੱਜ਼ਤ ਰੱਖ ਲਈ ਲੋਕ ਪਰਲੋਕ ਦੇ ਵਿੱਚ। ਮਹਾਰਾਜ ਕਹਿੰਦੇ ਆ, ਮੈਂ ਤਾਂ ਹਮੇਸ਼ਾ ਕੁਰਬਾਨ ਹਾਂ, ਮੈਂ ਤਾਂ ਹਮੇਸ਼ਾ ਕੁਰਬਾਨ ਹਾਂ। ਇਸ ਸੰਸਾਰ ਦੇ ਵਿੱਚ ਜਿਹੜਾ ਹੈਗਾ ਇਹ ਗੁਰੂ, ਇਹ ਨਾ ਹੋਏ ਤੇ ਫਿਰ ਤਾਂ ਆਪਾਂ ਮਿਲ ਹੀ ਨਹੀਂ ਸਕਦੇ। ਆਪਾਂ ਕਿਸ ਪਾਸਿਓਂ ਆਪਾਂ ਨੂੰ ਜਿਹੜਾ ਹੈਗਾ ਇਹ ਮਾਲਕ ਦੀ ਯਾਦ ਆ ਸਕਦੀ ਹੈ ਭਾਈ। ਔਰ ਉਹ ਜਿਹੜੀ ਆਦਮ ਔਰ ਈਵ ਦੀ ਜਿਹੜੀ ਕਹਾਣੀ ਹੈਗੀ ਆ, ਦੋ ਸੀਗੇ, ਉਹਨਾਂ ਨੂੰ ਕਿਹਾ ਸੀ ਆਪ ਫਰੂਟ ਨਾ ਖਾਇਓ। ਬਸ ਆਹੀ ਚੀਜ਼ ਹੈਗੀ ਆ, ਆਹੀ ਹੈ ਮਾਇਆ ਜਿਹੜੀ, ਜੋ ਸਵਾਦ, ਜੋ ਰਸਕਸ ਪਏ ਹੋਏ ਆ, ਆਹੀ ਕਿਹਾ ਸੀ ਭਾਈ ਨਾ ਖਾਇਓ। ਨਹੀਂ, ਉਹਨਾਂ ਨੂੰ ਇਹਦਾ ਮਤਲਬ ਇਹ ਹੈਗਾ ਬਈ ਇਹਨੂੰ ਜਿਹੜਾ ਹੈ ਨੀਡ ਦੇ ਅਨੁਸਾਰ ਲੈਣਾ ਹੈ, ਗਰੀਡ ਦੇ ਅਨੁਸਾਰ ਨਹੀਂ ਕਰਨਾ, ਇਹਦੀ ਗਰੀਡ ਨਹੀਂ ਕਰਨੀ। ਬਸ ਇਸ ਤਰ੍ਹਾਂ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਬਿਲਕੁਲ ਗੁਰੂ ਸਤਿਗੁਰ ਸੰਗ ਕੀੜੇ ਹਮ ਥਾਪੇ। ਹਾਂ ਦੇਖੋ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਮਿਲਿਆ ਚੁੱਕੇ ਸਭ ਸੁਖ ਸੰਤਾਪੇ। ਬਿਲਕੁਲ ਆਹੀ ਆਦਮ ਈਵ ਦੀ ਜਿਹੜੀ ਹੈ ਕ੍ਰਿਸਚਨ ਦੇ ਵਿੱਚ ਜਿਹੜੀ ਹੈ ਸਟੋਰੀ, ਕਹਾਣੀ ਹੈ, ਇਹ ਆਹੀ ਚੀਜ਼ ਹੈਗੀ ਆ ਬਈ ਇਹ ਸਵਾਦ ਜਿਹੜੇ ਹੈਗੇ, ਇਹਨਾਂ ਸਵਾਦਾਂ ਨੂੰ ਜਿਹੜਾ ਹੈਗਾ, ਇਹਨਾਂ ਨੂੰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਇਹਨਾਂ ਨੂੰ ਟਾਰਗੇਟ ਨਹੀਂ ਸਮਝਣਾ। ਇਹੀ ਤੇਰਾ ਮਕਸਦ ਨਹੀਂ ਹੈਗਾ, ਇਹੀ ਤੇਰੀ ਯਾਤਰਾ ਜਿਹੜੀ ਹੈਗੀ, ਜਨਮਾਂ ਜਨਮਾਂ ਤੋਂ ਤੂੰ ਇਹਨਾਂ ਨੂੰ ਟਾਰਗੇਟ ਸਮਝਿਆ। ਬਸ ਇਹ ਖਾ ਲੈਣਾ ਹੈ ਅਤੇ ਬਸ ਫਿਰ ਬਸ ਖਤਮ ਹੋ ਗਈ ਤੇਰੀ, ਫਿਰ ਚੱਲ ਪਿਆ, ਫਿਰ ਜਿਹੜਾ ਹੈਗਾ ਉਹ ਕਰਮਾਂ ਦਾ ਚੱਕਰ ਸ਼ੁਰੂ ਹੋ ਗਿਆ, ਫਿਰ ਘੁੰਮਣ ਘੇਰੀ ਸ਼ੁਰੂ ਹੋ ਗਈ। ਬਸ ਕਾਲ ਦਾ ਚੱਕਰ, ਕਾਲ ਦੇ ਵਿੱਚ ਭਟਕੀ ਜਾਓ। ਸਰੀਰ ਡਿਫਰੈਂਟ ਪ੍ਰਕਿਰਤੀ ਦੀ ਕੈਦ ਦੇ ਵਿੱਚ, ਜਿਵੇਂ ਪ੍ਰਕਿਰਤੀ ਜਿਹੜੀ ਹੈਗੀ ਆਪਾਂ ਨੂੰ ਜਿਹੜੀ ਜੋ ਜਿੱਤੇ ਆਪਾਂ ਗਤੀ ਕਰ ਰਹੇ ਹਾਂ। ਔਰ ਉਹ ਵੀ ਜਿਹੜਾ ਹੈਗਾ ਮਾਲਕ ਨੇ ਪ੍ਰਕਿਰਤੀ ਨੂੰ ਕਿਹਾ ਹੋਇਆ ਬਈ ਇਹ ਮੇਰਾ, ਉਹਨੂੰ ਪ੍ਰਕਿਰਤੀ ਨੂੰ ਪਤਾ ਹੈ ਬਈ ਇਹ ਤਾਂ ਮੇਰੀ ਐਗਜ਼ਿਸਟੈਂਸ ਕੁਛ ਨਹੀਂ ਹੈਗੀ, ਪਰ ਇਹ ਜਿਹੜਾ ਹੈਗਾ ਮਾਲਕ ਮੇਰੇ ਮਾਲਕ ਦਾ ਬੱਚਾ ਹੈਗਾ। ਉਹ ਨਹੀਂ ਆਪਣੇ ਆਪਾਂ ਨੂੰ ਜਿਹੜਾ ਹੈਗਾ ਆਪਣੇ ਤੋਂ ਪ੍ਰਕਿਰਤੀ ਗੁੱਸਾ ਨਹੀਂ ਕਰਦੀ ਆਪਣੇ ਨਾਲ। ਬਸ ਉਹ ਕਹਿੰਦੀ ਹੈ ਜੋ ਇਹ ਮੰਗੂਗਾ ਮੈਂ ਉਹਨੂੰ ਦੇ ਜਾਣਾ ਹੈ। ਜੋ ਵੀ ਜਿੱਧਰ ਵੀ ਜਿਹੜੀ ਚੀਜ਼ ਜਿੱਥੇ ਗਤੀ ਕਰਦਾ ਹੈ, ਜਿਹੜੀ ਇਹਦੀ ਡਿਮਾਂਡ ਹੁੰਦੀ ਹੈ, ਬਸ ਕਹਿੰਦੀ ਮੈਂ ਉਸ ਟਾਈਪ ਦਾ ਸਰੀਰ ਦੇ ਕੇ ਇਹਨੂੰ ਜਿਹੜੀ ਹੈ ਇਹਦੀਆਂ ਇੱਛਾਵਾਂ ਪੂਰੀਆਂ ਕਰਦੀ ਰਹੂੰਗੀ। ਸੋਠ ਮਹੱਲਾ ਪੰਜਵਾਂ। ਦੁਰਤ ਕਵਾਇਆ ਹਰ ਪ੍ਰਭੇ ਆਪੇ, ਸਭ ਸੰਸਾਰ ਉਬਾਰਿਆ। ਦੁਰਤ ਕਹਿੰਦੇ ਆ ਜਿਹੜਾ ਹੈਗਾ ਇਹ ਜਿਹੜਾ ਮਾਇਆ ਨੂੰ ਭੋਗਣ ਦਾ ਜਿਹੜਾ ਹੈਗਾ ਜਿਹੜੇ ਹੈਗੇ ਜਿਹੜੀ ਭੈੜੀ ਮੱਤ ਕਹਿ ਲਓ, ਦੁਰਤ ਜਿਹੜਾ ਹੈਗਾ, ਹੁੱਕ ਐਂਡ ਕਰੁੱਕ ਜਿਹੜੇ ਹੈਗੇ ਆਪਾਂ ਚਾਹੁੰਦੇ ਆ ਪਦਾਰਥ ਸਵਾਦ, ਆਹੀ ਇਹਨੂੰ ਦੁਰਤ ਕਹਿ ਦਿੰਦੇ ਆ। ਦੁਰਤ ਗਵਾਇਆ ਹਰ ਪ੍ਰਭੇ ਆਪੇ, ਪਰਮਾਤਮਾ ਨੇ ਸਭ ਸੰਸਾਰ ਉਬਾਰਿਆ, ਕਿਉਂਕਿ ਮਾਲਕ ਨਹੀਂ ਪਾਇਆ ਇਹ ਸਾਰਾ ਦਾ ਸਾਰਾ, ਉਸੇ ਨੇ ਉਬਾਰਨਾ ਹੈਗਾ। ਦੁਰਤ ਗਵਾਇਆ ਹਰ ਪ੍ਰਭੇ ਆਪੇ, ਸਭ ਸੰਸਾਰ ਉਬਾਰਿਆ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਦ ਸਮਾਰਿਆ।
ਉਸ ਮਾਲਕ ਪਰਮਾਤਮਾ ਨੇ ਕਿਰਪਾ ਕਰ ਦਿੱਤੀ। ਉਸ ਮਾਲਕ ਪਰਮਾਤਮਾ ਨੇ ਕਿਰਪਾ ਕਰ ਦਿੱਤੀ। ਪ੍ਰਭੂ ਨੇ ਆਪਣਾ ਬਿਰਧ ਸਮਾਰਿਆ। ਬਿਰਧ ਕੀ ਕਹਿੰਦੇ ਆ? ਉਹਦਾ ਸੁਭਾਅ ਮੁੱਢ ਕਦੀਮੀ, ਕਿਉਂਕਿ ਮਾਲਕ ਜਿਹੜਾ ਹੈ, ਮਾਲਕ ਦੇ ਬੱਚੇ ਆ ਆਪਾਂ, ਮਾਲਕ ਦੇ ਬੱਚੇ ਆ। ਮਾਲਕ ਨੇ ਤਾਂ ਜਿਹੜਾ ਹੈਗਾ ਬੱਚੇ ਦਾ ਭਲਾ ਸੋਚਣਾ ਹੈ। ਉਸਨੇ ਗੇਮ ਪਾਈ ਹੋਈ ਆ। ਉਸਨੇ ਜਿਹੜਾ ਹੈਗਾ ਆਪਣੇ ਅੰਦਰੋਂ ਜਿਹੜੀ ਹੈਗੇ ਭੈੜੇ ਪਾਸੇ ਜਾ ਰਹੇ ਆ, ਉਹ ਸਾਰਾ ਜਿਹੜਾ ਹੈਗਾ ਮਾਲਕ ਨੇ ਆਪਾਂ ਨੂੰ ਗੁਰੂ ਮਿਲਾ ਕੇ ਜਿਹੜਾ ਹੈਗਾ ਸਹੀ ਸਾਈਡ ਤੇ ਲੈ ਕੇ ਜਾਣਾ ਹੈ। ਆਹੀ ਗੇਮ ਆ। ਆਹੀ ਮਾਲਕ ਪਰਮਾਤਮਾ ਨੇ ਸਾਰੇ ਸੰਸਾਰ ਨੂੰ ਇਸੇ ਤਰੀਕੇ ਦੇ ਨਾਲ ਉਭਾਰਦਾ ਹੈ। ਅਗਾਂਹ ਵੀ ਉਭਾਰਦਾ ਰਹੂਗਾ, ਪਹਿਲਾਂ ਵੀ ਉਭਾਰਦਾ ਰਿਹਾ ਹੈ। ਦੁਰਤ ਗਵਾਇਆ ਉਹਨੇ ਗੁਰੂ ਨੂੰ ਮਿਲਾ ਕੇ, ਔਰ ਜਿਹੜਾ ਗੁਰੂ ਤੋਂ ਗਿਆਨ ਦੇ ਕੇ, ਔਰ ਇਸ ਪਾਸੇ ਜਿਹੜਾ ਹੈਗਾ ਆਹ ਸਾਰੀ ਦੀ ਸਾਰੀ ਜਿਹੜੀ ਹੈ ਧਿਆਨ ਸਿਮਰਨ ਦੁਆਰਾ ਉਭਾਰ ਦੇਣਾ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਭਾਰ ਬ੍ਰਹਮੇ ਪ੍ਰਭ ਕਿਰਪਾ ਹਤਾਰੀ, ਆਪਣਾ ਬਿਰਧ ਸਮਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ, ਉਹ ਰਾਜੇ ਰਾਮ ਦੀ ਰਖਵਾਲੀ ਹੋ ਗਈ। ਇਸ ਤਰ੍ਹਾਂ ਰਾਜਾ ਰਾਮ ਰਖਵਾਲੀ ਕਰਦਾ ਹੈ। ਜਿਹੜਾ ਹੈਗਾ ਨਿਕਲਣਾ ਚਾਹੁੰਦਾ ਹੈ, ਉਹਨੂੰ ਗੁਰੂ ਮਿਲਾਉਣਾ ਉਹਦੀ ਜ਼ਿੰਮੇਵਾਰੀ ਹੈ। ਇਹ ਦੁਰਤ ਐਵੇਂ ਨਹੀਂ ਗਵਾਇਆ ਜਾਏਗਾ, ਗੁਰੂ ਮਿਲਾ ਕੇ ਹੀ ਗਵਾਇਆ ਜਾਏਗਾ। ਹੋਈ ਰਾਜੇ ਰਾਮ ਕੀ ਰਖਵਾਲੀ, ਸੂਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇ ਸੁਖਾਲੀ। ਸੁੱਖ ਉਸੇ ਵੇਲੇ ਲਾਜ਼ਮੀ ਹੈ, ਸੁੱਖ ਹੋਣੇ, ਸਹਿਜ ਅਵਸਥਾ ਆ ਜਾਣੀ, ਆਨੰਦ ਆ ਜਾਏਗਾ ਭਾਈ। ਇਹ ਗੁਣ ਗਾਉਣ ਦੇ ਨਾਲ, ਧਿਆਨ ਸਿਮਰਨ ਦੇ ਨਾਲ ਮਨ ਔਰ ਤਨ ਔਰ ਦੇਹ ਸਰੀਰ ਜੋ ਸਰੀਰ ਦੇ ਵਿੱਚ ਸਾਰਾ ਕੁਝ ਜਿਹੜਾ ਕਹਿੰਦੇ ਸੁੱਖ ਵਾਲਾ ਹੋ ਜਾਏਗਾ, ਸੁਖਾਲੀ ਹੋ ਜਾਏਗੀ ਭਾਈ। ਇਹ ਦੁੱਖ ਤਕਲੀਫ ਤੇਰੀ ਸਾਰੀ ਦੀ ਸਾਰੀ ਚਲੇ ਜਾਏਗੀ। ਸ਼ਬਦ ਪੰਜੀ ਪਾਤਸ਼ਾਹੀ ਗਰੰਟੀ ਲੈ ਰਹੀ ਹੈ। ਕਿਵੇਂ ਜਿਹੜਾ ਹੈ ਭਾਰ ਬ੍ਰਹਮ ਨੇ ਕਿਵੇਂ ਕਿਰਪਾ ਕਰ ਦਿੱਤੀ। ਇਹ ਦੁਰਤ ਕਿਵੇਂ ਗਵਾ ਦਿੱਤਾ? ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ। ਕਿਸ ਤਰ੍ਹਾਂ ਉਬਾਰਦਾ ਹੈ? ਕੀ ਟੈਕਨੀਕ ਹੈਗੀ ਆ? ਭਾਰ ਬ੍ਰਹਮੇ ਪ੍ਰਭ ਕਿਰਪਾ ਧਾਰੀ, ਆਪਣਾ ਬਿਰਧ ਸਮਾਰਿਆ। ਕਿਹੜਾ ਬਿਰਧ ਹੈ ਪਰਮਾਤਮਾ ਦਾ? ਕਿਵੇਂ ਕਿਰਪਾ ਕਰਦਾ ਹੈ ਮਾਲਕ ਪਰਮਾਤਮਾ? ਹੋਈ ਰਾਜੇ ਰਾਮ ਕੀ ਰਖਵਾਲੀ, ਕਿਸ ਤਰੀਕੇ ਦੇ ਨਾਲ ਹੋਈ ਰਾਜੇ ਰਾਮ ਦੀ ਰਖਵਾਲੀ। ਸੁਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇ ਦੁੱਖ ਸੁਖਾਲੀ। ਕਿਸ ਤਰ੍ਹਾਂ ਗੁਣ ਗਾਉਣੇ ਆ? ਕਿਸ ਤਰ੍ਹਾਂ ਸਹਿਜ ਅਵਸਥਾ 'ਚ ਜਾਣਾ ਹੈ? ਕਿਸ ਤਰ੍ਹਾਂ ਆਨੰਦ ਪ੍ਰਾਪਤ ਕਰਨਾ ਹੈ? ਕਿਵੇਂ ਮਨ ਔਰ ਤਨ ਜਿਹੜਾ ਹੈਗਾ ਇਹ ਸੁਖੀ ਹੋਣਾ ਹੈ? ਰਹਾਓ ਪਤਿਤ ਉਦਾਹਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ। ਲਓ ਦੇਖ ਲਓ ਆ ਗਿਆ। ਪਤਿਤ ਤੋਂ ਉਦਾਹਰਨ ਕੌਣ ਵਾਲਾ ਹੈ? ਕੌਣ ਆ? ਸਤਿਗੁਰੂ। ਇੰਟਰਨ ਮਾਲਕ ਪਰਮਾਤਮਾ ਹੈ, ਉਹਨੇ ਸਤਿਗੁਰੂ ਦੇ ਦੁਆਰਾ ਉਦਾਹਰਨਾ ਹੈ। ਆਹ ਮਾਲਕ ਦੀ ਗੇਮ ਹੈਗੀ। ਪਤਿਤ ਉਦਾਹਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ। ਬਸ ਕਹਿੰਦੇ ਮੈਨੂੰ ਤਾਂ ਉਸ ਦਾ ਪਰਵਾਸਾ ਹੈ ਪੂਰਾ। ਆਪਾਂ ਨੇ ਪਰਵਾਸਾ ਕਰਨਾ ਹੈ ਸ਼ਬਦਾਂ ਦਾ। ਇਹ ਗਿਆਨ ਹੈ ਜਿਹੜਾ ਜੋ ਗਿਆਨ ਦੇ ਰਹੇ ਮਹਾਰਾਜ। ਆਪਾਂ ਨੇ ਰਸਤਾ ਚੂਜ਼ ਕਰ ਲਿਆ, ਹੁਣ ਰਸਤੇ ਤੇ ਤੁਰੀਏ। ਹੁਣ ਤਾਂ ਗगन ਦਮਾਮਾ ਬਾਜਿਓ, ਪੜ੍ਹਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਹੁਣ ਜਿਹੜਾ ਉਹ ਸ਼ਬਦ ਅੰਦਰ ਪ੍ਰਗਟ ਹੋ ਜਾਏ, ਸਹੀ ਨਿਸ਼ਾਨੇ ਤੇ ਜਿਹੜਾ ਹੈਗਾ ਸਹੀ ਚੋਟ, ਸਹੀ ਗੁਰੂ ਪੱਲਾ ਫੜ ਲਈਏ ਗੁਰੂ ਦਾ, ਔਰ ਨਿਕਲੀਏ ਵਿਚਾਰ ਮੰਡਲ ਤੋਂ। ਸੂਰਾ ਸੋ ਪਹਿਚਾਨੀਏ ਜੋ ਲਹਿਰੇ ਦੀਨ ਕੇ। ਦੀਨ ਕਹਿੰਦੇ ਆ ਦੀਨ ਆ ਧਰਮ ਆ ਆਪਣਾ। ਦੀਨ ਧਰਮ ਨੂੰ ਕਹਿੰਦੇ, ਦੀਨ ਗਰੀਬ ਨੂੰ ਵੀ ਕਹਿੰਦੇ ਆ, ਪਰ ਦੀਨ ਧਰਮ ਨੂੰ ਕਹਿੰਦੇ। ਪੁਰਜਾ ਕੱਟ ਮਾਰੇ ਕਬੂ ਨਾ ਛਾੜੇ ਖੇਤ। ਪੁਰਜਾ ਕੱਟਣਾ ਮਰਨਾ ਕੀ ਹੈਗਾ ਭਾਈ? ਆਪਣੀ ਹਉਮੈ ਜਿਹੜੀ ਹੈਗੀ, ਜਿਹੜੀ ਗੇਮ ਪਾਈ ਹੋਈ ਹੈ, ਜਿਹੜਾ ਆਪਾਂ ਆਪਣੇ ਆਪ ਨੂੰ ਸਰੀਰ ਸਮਝ ਰਹੇ ਹਾਂ। ਆਪਾਂ ਸਮਝ ਰਹੇ ਆਪਾਂ ਸਿਰਫ ਸਵਾਦ ਹੀ ਲੈਣੇ, ਦੁਨੀਆ ਦੇ ਪਦਾਰਥ ਹੀ ਭੋਗਣ ਵਾਸਤੇ ਪੈਦਾ ਹੋਏ ਹਾਂ। ਉਹ ਭਾਈ ਇਹ ਤਾਂ ਸਰੀਰ ਤਾਂ ਦੇਖ ਲਓ, ਧਿਆਨ ਦੇ ਨਾਲ ਦੇਖ ਲਓ। ਆਪਾਂ ਜਿਹੜੇ ਜਿਸ ਤਰ੍ਹਾਂ ਪੈਦਾ ਹੋਏ ਸੀਗੇ ਉਸ ਤਰ੍ਹਾਂ ਤਾਂ ਹੈ ਨਹੀਂ ਗੇ। ਕਮਜ਼ੋਰੀ ਆ ਗਈ ਸਰੀਰ ਦੇ ਵਿੱਚ, ਦੰਦ ਵੀ ਹਿੱਲਣ ਲੱਗ ਪਏ, ਅੱਖਾਂ ਤੋਂ ਵੀ ਜਿਹੜਾ ਹੈਗਾ ਹੋਰ ਜਿਹੜਾ ਹੈਗਾ ਬਿਮਾਰੀਆਂ ਵੀ ਆ ਗਈਆਂ, ਸਰੀਰ ਵੀ ਕਮਜ਼ੋਰ ਹੋ ਰਿਹਾ ਹੈ। ਪਤਾ ਨਹੀਂ ਲੱਗਣਾ ਕਿਹੜੇ ਵੇਲੇ ਫਿਊਜ਼ ਉੱਡ ਜਾਣਾ ਹੈ ਆਪਣਾ। ਪਤਿਤ ਉਦਾਹਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ। ਬਖਸ਼ ਲਏ ਸਭੇ ਸੱਚੇ ਸਾਹਿਬੇ, ਸੁਣ ਨਾਨਕ ਕੀ ਅਰਦਾਸਾ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਸੱਚਾ ਸਾਹਿਬ ਗੁਰੂ ਨੂੰ ਮਿਲਾ ਕੇ ਪਤਿਤ ਨੂੰ ਉਧਾਰ ਦਿੰਦਾ ਹੈ। ਉਹਦਾ ਸੁਭਾਅ ਹੈ ਮਾਲਕ ਪਰਮਾਤਮਾ ਦਾ। ਜਿਹੜਾ ਪਤਿਤ ਉਧਰਨਾ ਚਾਹੁੰਦਾ ਹੈ ਉਹਨੂੰ ਉਧਾਰ ਦਿੰਦਾ ਹੈ, ਉਹ ਬਖਸ਼ ਲੈਂਦਾ ਹੈ। ਬਖਸ਼ਿਸ਼ ਕਰ ਦੇਣਾ, ਬਖਸ਼ ਲਿਆ। ਬਖਸ਼ਣਾ ਕੀ ਹੈ? ਵੀ ਗੁਨਾਹ ਕੀਤੇ ਬਖਸ਼ ਲਿਆ। ਬਖਸ਼ ਲਏ ਸਭੇ ਸੱਚੇ ਸਾਹਿਬੇ,
ਉਹ ਸਾਹਿਬ, ਉਹ ਮਾਲਕ ਪਰਮਾਤਮਾ ਇਸ ਤਰ੍ਹਾਂ ਬਖਸ਼ਦਾ ਹੈ। ਸੁਣੇ ਨਾਨਕ ਕੀ ਅਰਦਾਸਾਂ, ਮਾਲਕਾ ਮੈਂ ਵੀ ਹੈਗਾ ਆ। ਮਹਾਰਾਜ ਕਹਿੰਦੇ ਆ ਮੈਂ ਵੀ ਹੈਗਾ, ਆਪਣੇ ਵੱਲੋਂ ਕਹਿ ਰਹੇ ਆ ਮਹਾਰਾਜ ਮੈਂ ਵੀ ਹੈਗਾ ਆ, ਮੇਰੀ ਵੀ ਅਰਦਾਸ ਸੁਣ, ਮੈਂ ਵੀ ਇਹ ਚਾਹੁੰਦਾ ਇਹੀ ਚੀਜ਼। ਸੁਣੇ ਨਾਨਕ ਕੀ ਅਰਦਾਸਾਂ, ਨਾਨਕ ਦੀ ਵੀ ਅਰਦਾਸ ਸੁਣਦਾ ਆ ਉਹ। ਕੀ ਵਰਡ ਲੱਗਿਆ ਇਸ ਕਰਕੇ ਕੱਕੇ ਨੂੰ ਔਂਕੜ ਚਲੀ ਗਈ, ਆਪਣੇ ਤੇ ਲਾ ਕੇ ਕਹਿ ਰਹੀ ਹੈ ਪੰਜਵੀਂ ਪਾਤਸ਼ਾਹੀ। ਸੋਠ ਮਹਲਾ ਪੰਜਵਾਂ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ। ਲਓ ਬਖਸ਼ ਲਿਆ ਕਹਿੰਦੇ, ਚੱਲ ਪਿਆ ਭਾਈ। ਜਿਹੜਾ ਵੀ ਸਿੱਖ ਹੈਗਾ, ਜਿਹੜਾ ਇਹ ਗਿਆਨ ਦਾ ਸਿੱਖ ਹੈਗਾ, ਸਿੱਖਿਆ ਜਿਹੜਾ ਗਿਆਨ ਲੈਣਾ ਚਾਹੁੰਦਾ ਹੈ, ਜਿਹੜਾ ਗਿਆਨ ਲੈ ਰਿਹਾ ਹੈ, ਜਿਹੜਾ ਇਹਦੇ ਅਨੁਸਾਰ ਜਿਹੜਾ ਹੈਗਾ ਆਪਣੇ ਤੇ ਘੜ ਰਿਹਾ ਹੈ, ਇਹ ਗਿਆਨ ਕੀ ਹੈਗਾ? ਇਹ ਤਾਂ ਇੰਸਟਰਕਸ਼ਨਸ ਹੈਗੀਆਂ ਜਿਹੜੀਆਂ ਕਿ ਆਪਾਂ ਨੇ ਫਾਲੋ ਕਰਨੀਆਂ ਹੈ, ਆਪਣੇ ਉੱਤੇ ਲਾਉਣੀਆਂ। ਇਹਦਾ ਪਾਠ ਹੀ ਕਰਕੇ ਇਹਨੂੰ ਗਾ ਕੇ ਇਹਦੇ ਨਾਲ ਜਿਹੜਾ ਹੈਗਾ ਬਸ ਇਸੇ ਤੇ ਸੀਮਿਤ ਕਰ ਦੇਣਾ ਇਹਨੂੰ। ਇਹਦੇ ਨਾਲ ਤਾਂ ਕੁਝ ਵੀ ਨਹੀਂ ਹੋਣਾ। ਜਿੰਨਾ ਮਰਜ਼ੀ ਗਿਆਨ ਲੈ ਲਈਏ, ਭਾਵੇਂ ਜਿੰਨਾ ਮਰਜ਼ੀ ਜਿਹੜਾ ਹੈਗਾ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਜ਼ਬਾਨੀ ਯਾਦ ਹੋ ਜਾਏ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆ ਚਲੋ ਸਹੀ ਅਰਥ ਵੀ ਆ ਜਾਣ, ਬਿਲਕੁਲ ਚੌਥੇ ਪਦ ਦੇ ਅਰਥ ਆ ਜਾਣ, ਤਾਂ ਵੀ ਕੀ ਹੋ ਜਾਏਗਾ ਭਾਈ? ਕੀ ਹੋ ਜਾਏਗਾ? ਆਪਾਂ ਤਾਂ ਉੱਥੇ ਹੀ ਖੜੇ ਹਾਂ ਜਿੱਥੇ ਹੈਗੇ ਹਾਂ। ਆਪਾਂ ਤਾਂ ਹੋਰ ਜ਼ਿਆਦਾ ਜਿਹੜੇ ਹੈਗੇ ਸਗੋਂ ਜਿਹੜੇ ਹੈਗੇ ਕਸੂਰਵਾਰ ਹੋ ਗਏ ਕਿ ਆਪਾਂ ਗੁਰੂ ਨੂੰ ਜਿਹੜਾ ਹੈ ਗੁਰੂ ਇਹ ਟਿੱਚ ਕਰ ਰਹੇ ਹਾਂ, ਬਈ ਤੁਰ ਹੀ ਨਹੀਂ ਰਹੇ। ਸੋਠ ਮਹਲਾ ਪੰਜਵਾਂ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੇ ਸਗਲੇ ਰੋਗ ਵਿਦਾਰੇ। ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ। ਦੇਖ ਲਓ ਪਰਮੇਸ਼ਰ ਨੇ ਬਖਸ਼ਿਆ ਆ, ਸਾਰੇ ਰੋਗ ਦੂਰ ਕਰ ਦਿੱਤੇ। ਪਰ ਕਿਵੇਂ? ਗੁਰਪੂਰੇ ਕੀ ਸਰਣੀ ਉਬਰੇ। ਦੇਖ ਲਓ ਇਮੀਡੀਏਟਲੀ ਆਏਗਾ ਭਾਈ। ਮਾਲਕ ਪਰਮਾਤਮਾ ਥੋੜੀ ਨਾ ਜਿਹੜਾ ਹੈਗਾ ਵਿਚਾਲੇ ਵਿਚਾਰ ਰਿਹਾ ਹੈ। ਮਾਲਕ ਪਰਮਾਤਮਾ ਕਿਤੇ ਸੰਸਾਰ ਦੇ ਵਿੱਚ ਨਾ, ਉਹ ਤਾਂ ਵਿਚਾਰ ਹੀ ਨਹੀਂ ਹੈ ਉਹਦੇ ਕੋਲ, ਉਹ ਤਾਂ ਸੁਣਨਾ ਹੈਗਾ। ਕੋਈ ਵਿਚਾਰ ਨਹੀਂ ਹੈ ਮਾਲਕ ਪਰਮਾਤਮਾ ਦੇ ਕੋਲ। ਜੇ ਮਾਲਕ ਨੂੰ ਮਿਲਣਾ ਹੈ, ਮਾਲਕ ਨਾਲ ਗੱਲਬਾਤ ਕਰਨੀ ਹੈ, ਤੇ ਆਪਾਂ ਨੂੰ ਵੀ ਸੁਣਨ ਹੋਣਾ ਪਊਗਾ ਬਸ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ। ਗੁਰਪੂਰੇ ਕੀ ਸਰਣੀ ਉਭਰੇ। ਸਰਣੀ ਗੁਰਪੂਰੇ ਦੀ ਸ਼ਰਨ 'ਚ ਪੈਣਾ ਪਊਗਾ। ਸਰਣੀ ਕੀ ਹੈ? ਵੀ ਇੱਕ ਇੰਸਟਰਕਸ਼ਨ ਨੂੰ ਆਪਾਂ ਨੂੰ ਜਿੰਨਾ ਕੁ ਆਪਣੇ ਅੰਦਰ ਜਿਹੜਾ ਹੈਗਾ ਸਮਝ ਆ ਰਹੀ ਹੈ ਉਹਨੂੰ ਆਪਣੇ ਤੇ ਇੰਪਲੀਮੈਂਟ ਕਰਨਾ ਪਊਗਾ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ। ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ। ਸਾਰੇ ਕਾਰਜ ਸਵਾਰ ਦਿੰਦਾ ਹੈ। ਹਰ ਜਨੇ ਸਿਮਰਿਆ ਨਾਮ ਆਧਾਰ। ਦੇਖ ਲਓ ਭਾਈ ਹਰੀ ਦੇ ਜਨ ਨੇ ਕੀ ਕੀਤਾ? ਜਿਹੜਾ ਵੀ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਚੱਲ ਪਿਆ, ਜਿਹੜਾ ਗੁਰੂ ਦਾ ਸਿੱਖਿਆ, ਉਹ ਹਰੀ ਦਾ ਜਨ ਬਣ ਜਾਏਗਾ ਭਾਈ। ਪਰਮੇਸ਼ਰ ਦਾ ਜਨ ਬਣ ਗਿਆ ਹੁਣ ਉਹ। ਮਾਲਕ ਨੂੰ ਉਹਨੇ ਮਾਲਕ ਨੇ ਦੁਨਿਆਵੀ ਉਹਦੇ ਸਾਰੀਆਂ ਜੋ ਵੀ ਉਹਦੇ ਅੰਦਰ ਜੋ ਵੀ ਉਹਦੇ ਕੰਮਕਾਰ ਹੈ ਉਹ ਮਾਲਕ ਨੇ ਆਪਣੇ ਕੰਟਰੋਲ 'ਚ ਲੈ ਲੈਣੇ। ਉਹਦੇ ਕੰਮਕਾਰ ਮਾਲਕ ਨੇ ਕਰਨੇ ਸ਼ੁਰੂ ਕਰ ਦੇਣੇ, ਕਿਉਂਕਿ ਉਹ ਆਪਾਂ ਮਾਲਕ ਦਾ ਕੰਮ ਕਰ ਰਿਹਾ ਭਾਈ। ਉਹ ਹਰੀ ਦਾ ਜਨ ਹੋ ਗਿਆ। ਹਰ ਜਨੇ ਸਿਮਰਿਆ ਨਾਮ ਆਧਾਰ। ਉਹਨੇ ਨਾਮ ਨੂੰ ਆਧਾਰ ਬਣਾ ਲਿਆ, ਸਮਰਨ ਨੂੰ, ਪਰਮਾਤਮਾ ਦੇ ਧਿਆਨ ਨੂੰ, ਚੁੱਪ ਰਹਿਣ ਨੂੰ। ਸਿਮਰਨਾ ਕੀ ਹੈ? ਸਮਰਨ। ਧਿਆਨ ਕੀ ਹੈ? ਚੁੱਪ। ਬਸ ਆਪਾਂ ਆਪਣੀ ਆਤਮਾ ਦੇ ਵਿੱਚ ਚਲੇ ਗਏ। ਆਤਮਾ ਦਾ ਧਿਆਨ ਹੈ। ਆਪਾਂ ਸਰੀਰ ਨਹੀਂ ਹੈਗੇ, ਆਪਾਂ ਆਤਮਾ ਦੇ ਨੇੜੇ ਬੈਠ ਰਹੇ। ਵਿਚਾਰ ਖਤਮ ਹੋ ਗਏ ਤੇ ਬਸ ਆਤਮਾ ਦੇ ਨੇੜੇ ਪਹੁੰਚ ਗਏ ਆਪਾਂ। ਹੁਣ ਇੱਥੇ ਬੈਠਣਾ ਆ, ਦਰ ਆਏ, ਅੱਗੇ ਮਾਲਕ ਦੀ ਮਰਜ਼ੀ ਹੈ ਕਦੋਂ ਦਰ ਖੋਲੇ, ਉਹ ਮਾਲਕ ਨੇ ਖੋਲ੍ਹਣਾ ਹੈ। ਬਸ ਆਪਾਂ ਨੇ ਇੱਥੇ ਜਿਹੜਾ ਹੈਗਾ ਸਰਮਖੰਡ ਦੇ ਵਿੱਚ ਬੈਠਣਾ ਹੈ। ਇੱਥੇ ਘੜੇ ਜਾਣੇ ਆ। ਸੁਰਤ ਮਤ ਮਨ ਬੁੱਧ ਇਹ ਚਾਰੋਂ ਚੀਜ਼ਾਂ ਘੜਨੀਆਂ ਹੈ। ਜਿਹੜਾ ਇਨਸਾਨ ਇੱਥੇ ਬੈਠ ਗਿਆ, ਜਿਹਨੇ ਵਿਚਾਰ ਬੰਦ ਕਰ ਲਏ, ਭਾਵੇਂ ਜਿੰਨੀ ਦੇਰ ਮਰਜ਼ੀ, ਭਾਵੇਂ ਮੈਂ ਪਹਿਲਾਂ ਵੀ ਦੱਸਿਆ, ਭਾਵੇਂ ਅੱਧਾ ਘੰਟਾ, ਭਾਵੇਂ 5 ਮਿੰਟ, ਭਾਵੇਂ 1 ਮਿੰਟ, ਭਾਵੇਂ 1 ਸਕਿੰਟ ਵਾਸਤੇ ਵੀ ਜਿਹੜੇ ਇਨਸਾਨ ਨੇ ਵਿਚਾਰ ਬੰਦ ਕੀਤੇ, ਉਹ ਜਿਹੜਾ ਹੈਗਾ ਉਹ ਜਿਹੜਾ ਜਿਹੇ ਜਿਹਾ ਗਿਆ ਸੀਗਾ ਉਹੋ ਜਿਹਾ ਨਹੀਂ ਰਹੇਗਾ ਭਾਈ। ਉਹਦੇ ਅੰਦਰ ਪਰਿਵਰਤਨ ਲਾਜ਼ਮੀ ਆਏਗਾ। ਉਹਦੇ ਅੰਦਰ ਥੋੜ੍ਹਾ ਜਿਹਾ ਉਹਦਾ ਛਟਨੀ ਹੋ ਗਈ, ਥੋੜ੍ਹੀ ਦੀ ਉਹਦੇ ਅੰਦਰ ਕਾਰਨਸ਼ੀਲ ਘਟਿਆ। ਇਸ ਤਰੀਕੇ ਦੇ ਨਾਲ ਹੈਗਾ ਭਾਈ ਜਦ ਜਿਹੜਾ ਹੈਗਾ ਜਿਹੜਾ ਖਰਾ ਸੋਨਾ, ਜਦ ਇਹਦੇ ਅੰਦਰੋਂ ਮੈਲ ਨਿਕਲ ਜਾਂਦੀ ਹੈ
ਤੇ ਖਰਾ ਜਿਹੜਾ ਰਹਿ ਗਿਆ ਉਹ ਤਾਂ ਮਾਲਕ ਪਰਮਾਤਮਾ ਹੀ ਸੀਗਾ। ਆਪਾਂ ਨੇ ਕਿਤੇ ਜਾਣਾ ਥੋੜ੍ਹੀ ਨਾ, ਕਿਤੇ ਆਉਣਾ ਨਹੀਂ, ਕਿਤੇ ਜਾਣਾ ਨਹੀਂ, ਮਾਲਕ ਦੇ ਨਾਲ ਆ, ਮਾਲਕ ਦੇ ਵਿੱਚ ਹੈਗੇ ਆ ਆਪਾਂ। ਬਸ ਆਹ ਮੈਲ ਆਪਣਾ ਰੂਪ, ਆਪਣੇ ਆਪ ਨੂੰ ਪਛਾਣਨਾ ਹੈ ਆਪਾਂ ਨੇ। ਹਰ ਜਨ ਸਿਮਰਿਆ ਨਾਮ ਆਧਾਰ, ਤਾਪ ਉਤਾਰਿਆ ਸਤਿਗੁਰੇ ਪੂਰੈ, ਆਪਣੀ ਕਿਰਪਾ ਤਾਰ ਰਾਹੋ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਮਾਇਆ ਦਾ ਤਾਪ ਜਿਹੜਾ ਹੈਗਾ, ਇਹ ਜਿਹੜੇ ਪਦਾਰਥਾਂ ਦਾ ਅਟਰੈਕਸ਼ਨ ਜਿਹੜਾ ਹੈਗਾ, ਇਹ ਸਾਰਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੇ ਗੁਰੂ ਦੇ ਦੁਆਰਾ ਜਿਹੜਾ ਹੈਗਾ ਉਤਾਰਤਾ। ਤਾਪ ਉਤਾਰਿਆ ਸਤਿਗੁਰੇ ਪੂਰੇ ਸਤਿਗੁਰੂ ਨੇ ਆਪਣੀ ਕਿਰਪਾ ਤਾਰ। ਇਹ ਜਿਹੜੇ ਹੈਗੇ ਅਧੂਰੇ ਵੀ ਹੈਗੇ, ਕਿਉਂਕਿ ਸੋ ਕਾਲਡ ਜਿਹੜੇ ਹੈਗੇ ਜਗ੍ਹਾ ਜਗ੍ਹਾ 'ਤੇ ਬ੍ਰਹਮ ਗਿਆਨੀ ਮਿਲ ਜਾਣਗੇ ਆਪਾਂ ਨੂੰ। ਸੋ ਕਾਲਡ ਜਿਹੜੇ ਹੈਗੇ ਉਹ ਮਿਸਗਾਈਡ ਕਰਨਗੇ, ਆਪ ਤਾਂ ਮਾਇਆ ਦੇ ਵਿੱਚ ਪੂਰੀ ਤਰ੍ਹਾਂ ਗਲਤਾਨ ਹੈ, ਔਰ ਚੇਲਿਆਂ ਨੂੰ ਵੀ ਰੁੜਾ ਦੇਣਗੇ, ਬਹਾ ਦੇਣਗੇ। ਇਸ ਕਰਕੇ ਇਹ ਪ੍ਰੋਬਲਮ ਨੂੰ ਦੇਖਦੇ ਹੋਏ ਜਿਹੜੀ ਹੈਗੀ, ਦੇਖ ਲਓ ਮਾਲਕ ਪਰਮਾਤਮਾ ਨੇ ਆਪਾਂ ਨੂੰ ਜੇ ਬਿਲਕੁਲ ਜਿਹੜਾ ਇੰਟੈਕਟ ਪੂਰਾ ਦਾ ਪੂਰਾ ਜਿਹੜਾ ਹੈਗਾ, ਕਿਸੇ ਪਾਸਿਓਂ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਕਰੀ, ਨਾ ਕਰ ਸਕਦਾ ਹੈ ਕੋਈ, ਉਹ ਗਿਆਨ ਆਪਾਂ ਨੂੰ ਦਿੱਤਾ ਹੋਇਆ। ਉਹ ਪੂਰਾ ਦਾ ਪੂਰਾ ਜਿਹੜਾ ਹੈਗਾ ਗਿਆਨ ਹੈ ਸਤਿਗੁਰੂ ਦਾ। ਉਹਦੇ ਅਨੁਸਾਰ ਚੱਲਾਂਗੇ ਤੇ ਆਪਣਾ ਤਾਪ ਉਤਰ ਜਾਏਗਾ। ਹਰ ਜਨ ਸਿਮਰਿਆ ਨਾਮ ਆਧਾਰ, ਤਾਪ ਉਤਾਰਿਆ ਸਤਿਗੁਰੇ ਪੂਰੇ, ਆਪਣੀ ਕਿਰਪਾ ਤਾਰ ਰਹਾਓ। ਸਦਾ ਆਨੰਦ ਕਰੈ ਮੇਰੇ ਪਿਆਰੇ, ਹਰ ਗੋਬਿੰਦ ਗੁਰੇ ਰਾਖਿਆ। ਹੁਣ ਇੱਥੇ ਜਿਹੜਾ ਹੈਗਾ ਇਹ ਕਹਾਣੀ ਬਣਾਤੀ ਜੀ। ਹਰ ਗੋਬਿੰਦ ਜਿਹੜੇ ਹੈਗੇ ਉਹਨਾਂ ਨੂੰ ਕੁਛ ਜਿਹੜਾ ਹੈਗਾ ਤਾਪ ਚੜ ਗਿਆ ਸੀਗਾ, ਤੇ ਉਹਨਾਂ ਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਗੁਰੂ ਨੇ ਰੱਖਿਆ ਕਰ ਲਈ ਉਹਨਾਂ ਦੀ। ਨਾ ਬਈ ਨਾ, ਦੇਖੋ ਉੱਪਰੋਂ ਸ਼ਬਦ ਕਿੱਥੋਂ ਸ਼ੁਰੂ ਹੋ ਰਿਹਾ, ਕੀ ਕਹਿ ਰਿਹਾ ਸ਼ਬਦ? ਇਹ ਤਾਂ ਆਪਾਂ ਇਹ ਬਾਣੀ ਜਿਹੜੀ ਹੈ ਸ਼ਬਦਾਂ ਦੀ ਨੂੰ ਜਿਹੜੀ ਇਹਦੀ ਉਚਾਈ ਜਿਹੜੀ ਹੈਗੀ ਇਹਨੂੰ ਘਟਾ ਰਹੇ ਹਾਂ ਆਪਾਂ, ਇਹਨੂੰ ਘਟਾ ਰਹੇ ਹਾਂ, ਇਹਦੀ ਵਡਿਆਈ ਨਹੀਂ ਕਰ ਰਹੇ, ਇਹਦੀ ਘਟਾਈ ਕਰ ਰਹੇ ਹਾਂ ਆਪਾਂ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੇ, ਸਗਲੇ ਰੋਗ ਵਿਦਾਰੇ। ਪਰਮੇਸ਼ਰ ਨੇ ਬਖਸ਼ ਲਿਆ, ਸਾਰੇ ਦੇ ਸਾਰੇ ਰੋਗ ਵਿਦਾਰ ਦਿੱਤੇ। ਗੁਰ ਪੂਰੇ ਕੀ ਸਰਣੀ ਉਬਰੇ, ਕਾਰਜ ਸਗਲ ਸਵਾਰੇ। ਪੂਰੇ ਗੁਰੂ ਦੀ ਸ਼ਰਣੀ ਪਾ ਕੇ ਤੇ ਸਾਰੇ ਕਾਰਜ ਸਵਾਰ ਦਿੱਤੇ। ਕਿਹਦੇ? ਹਰ ਜਨੇ ਸਿਮਰਿਆ ਨਾਮ ਆਧਾਰ। ਹਰੀ ਦੇ ਜਨ, ਕੋਈ ਵੀ ਹੋ ਸਕਦਾ ਹਰੀ ਦਾ ਜਨ, ਜਿਹੜਾ ਵੀ ਧਿਆਨ ਸਿਮਰਨ ਕਰਦਾ ਉਹਨੂੰ ਹਰ ਜਨੇ ਸਿਮਰਿਆ ਨਾਮ ਆਧਾਰ। ਇੱਥੋਂ ਖੁੱਲੇਗਾ ਸ਼ਬਦ। ਜੇ ਹਰ ਜਨ ਮਿਸ ਕਰਤਾ ਉੱਥੇ ਫਿਰ ਹਰਗੋਬਿੰਦ ਲਾ ਦੇਣਾ ਆਪਾਂ ਨੇ। ਹਰ ਜਨੇ ਫਿਰ ਆਪਾਂ ਨੇ ਉਹਨਾਂ ਦੀ ਕਹਾਣੀ ਦੇ ਵਿੱਚ ਫਸ ਜਾਣਾ ਹੈ। ਹਰ ਜਨੇ ਸਿਮਰਿਆ ਨਾਮ ਆਧਾਰ, ਤਾਪ ਉਤਾਰਿਆ ਸਤਿਗੁਰੇ ਪੂਰੈ, ਆਪਣੀ ਕਿਰਪਾ ਤਾਰ। ਇਸ ਤਰ੍ਹਾਂ ਸਤਿਗੁਰੂ ਪੂਰੇ ਨੇ ਜਿਹੜਾ ਵੀ ਧਿਆਨ ਸਿਮਰਨ ਕਰਦਾ ਹੈ ਉਹਦਾ ਤਾਪ ਲਾ ਦਿੰਦਾ, ਇਸ ਤਰ੍ਹਾਂ ਕਿਰਪਾ ਕਰ ਦਿੰਦਾ, ਵਿਚਾਰ ਮੰਡਲ ਕ੍ਰਾਸ ਹੋ ਜਾਂਦਾ ਹੈ। ਸਦਾ ਆਨੰਦ ਕਰੇ ਮੇਰੇ ਪਿਆਰੇ। ਉਹ ਅਭਿਆਸੀ ਜਿਹੜੇ ਹਮੇਸ਼ਾ ਆਨੰਦ ਕਰਦੇ ਆ। ਸਦਾ ਆਨੰਦ ਕਰੇ ਮੇਰੇ ਪਿਆਰੇ। ਦੇਖੋ ਬਹੁਤ ਸਾਰੇ ਹੋ ਗਏ ਹੁਣ ਹਰਗੋਬਿੰਦ ਥੋੜ੍ਹੀ ਨਾ ਹੈ। ਹਰ ਗੋਬਿੰਦ ਗੁਰੇ ਰਾਖਿਆ। ਕਿਹਨੇ ਰੱਖਿਆ? ਕਹਿੰਦੇ ਉਹ ਮਾਲਕ ਪਰਮਾਤਮਾ ਦਾ ਰੂਪ ਜਿਹੜਾ ਗੁਰੂ ਹੈਗਾ, ਹਰ ਗੋਬਿੰਦ ਉਹਦਾ ਰੂਪ, ਹਰੀ ਦਾ ਗੋਬਿੰਦ ਦਾ ਰੂਪ ਗੁਰੂ ਉਹਨੇ ਰੱਖਿਆ। ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰੇ ਰਾਖਿਆ। ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸ਼ਬਦ ਸਤ ਭਾਖਿਆ। ਕਹਿੰਦੇ ਵੱਡੀ ਵਡਿਆਈ ਆ ਉਸ ਮਾਲਕ ਪਰਮਾਤਮਾ ਦੀ, ਸੱਚਾ ਸ਼ਬਦ ਜਿਹੜਾ ਹੈਗਾ ਸਤ, ਉਹਨੂੰ ਭਾਖਿਆ। ਸੱਚੇ ਸ਼ਬਦ ਨੂੰ ਭਾਖਣਾ ਕੀ ਹੈਗਾ? ਬਈ ਉਹ ਜਿਹੜਾ ਹੈਗਾ ਜਿਹੜਾ ਅੰਦਰ ਜਿਹੜਾ ਸ਼ਬਦ ਚੱਲ ਰਿਹਾ ਆ ਉਹਦੇ ਨਾਲ ਜੁੜ ਗਏ। ਇਹ 18 ਹੋ ਗਏ ਜੀ। 22 ਦੀ ਲੜੀ ਆ। ਸੋਠ ਮਹੱਲਾ ਪੰਜਵਾਂ। ਭਏ ਕਿਰਪਾਲ ਸੁਆਮੀ ਮੇਰੇ, ਤਿਤ ਸਾਚੇ ਦਰਬਾਰ। ਲਓ ਵਿਚਾਰ ਮੰਡਲ ਕ੍ਰਾਸ ਕਰਤਾ ਤੇ ਦਰਬਾਰ 'ਚ ਪਹੁੰਚ ਗਿਆ। ਫਿਰ ਭਏ ਕਿਰਪਾਲ ਸੁਆਮੀ ਮੇਰੇ, ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਕਿਰਪਾਲ ਹੋ ਗਿਆ। ਕਹਿੰਦੇ ਮੈਨੂੰ ਦਰਬਾਰ ਦੇ ਦਰਸ਼ਨ ਕਰਾਤੇ ਆਪਣੇ। ਭਏ ਕਿਰਪਾਲ ਸੁਆਮੀ ਮੇਰੇ, ਤਿਤ ਸਾਚੇ ਦਰਬਾਰ। ਸਤਿਗੁਰੇ ਤਾਪ ਗਵਾਇਆ, ਭਾਈ ਠਾਂਡ ਪਈ ਸੰਸਾਰ। ਇਸ ਤਰ੍ਹਾਂ ਸਤਿਗੁਰੂ ਜਿਹੜਾ ਹੈਗਾ, ਫਿਰ ਸਤਿਗੁਰੂ ਦੀ ਜਿਹੜਾ ਹੈਗਾ ਦੇਖੋ ਥੈਂਕਸ ਕਰ ਰਹੇ। ਕਹਿੰਦੇ ਸਾਰਾ ਕੁਝ ਮੇਰੇ ਗੁਰੂ ਨੇ ਕੀਤਾ ਹੈ। ਇਹ ਮੇਰੇ ਗੁਰੂ ਨੇ ਜਿਹੜਾ ਹੈਗਾ
ਇਹ ਮਾਇਆ ਦਾ ਤਾਪ ਜਿਹੜਾ ਹੈਗਾ, ਤ੍ਰਿਸ਼ਨਾ ਜਿਹੜੀ ਹੈਗੀ, ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਤੰਦਾਂ ਜਿਹੜੀਆਂ ਹੈਗੀਆਂ ਖੋਲੀਆਂ ਹੈ। ਸਤਿਗੁਰੇ ਤਾਪ ਗਵਾਇਆ ਠਾਂਡ, ਸਤਿਗੁਰੇ ਤਾਪ ਗਵਾਇਆ ਪਾਏ ਠਾਂਡ ਪਈ ਸੰਸਾਰ। ਸੰਸਾਰ ਦੇ ਵਿੱਚ ਇਸ ਤਰ੍ਹਾਂ ਠੰਡ ਪੈ ਜਾਂਦੀ ਹੈ। ਆਪਣੇ ਜੀ ਜੰਤ ਆਪੇ ਰਾਖੇ, ਜੀ ਜੰਤ ਸਾਰੇ ਇੱਕੋ ਹੀ ਹੈਗੇ ਆ, ਸਾਰਿਆਂ ਦੇ ਵਿੱਚ ਉਹੀ ਆਤਮਾ ਹੈ। ਜਿਹੜਾ ਵੀ ਮਨੁੱਖ ਸਰੀਰ ਚਾਹੁੰਦਾ ਹੈ, ਜਿਹੜਾ ਵੀ ਡਿਮਾਂਡ ਕਰਦਾ ਹੈ, ਉਸ ਨੂੰ ਰੱਖ ਲੈਂਦਾ ਹੈ। ਆਪਣੇ ਜੀ ਜੰਤ ਆਪੇ ਰਾਖੇ ਜਮੈ ਕੀਓ ਹਟ ਤਾਰ। ਕੀ ਕਰਤਾ? ਜਮ ਜਿਹੜੇ ਸੀਗੇ ਉਹਨਾਂ ਦੀ ਹੱਟੀ ਜਿਹੜੀ ਕੀ ਕਰਤੀ? ਕਹਿੰਦੇ ਉਹਨਾਂ ਦੀ ਹੱਟੀ ਤਾਰ ਕਰ ਦਿੱਤੀ, ਉਹਨਾਂ ਦੀ ਹੱਟੀ ਬੰਦ ਕਰਾ ਦਿੱਤੀ, ਜਮਾਂ ਦੀ ਹੱਟੀ ਬੰਦ ਕਰਾ ਦਿੱਤੀ। ਜਿਹੜੇ ਬਾਰ ਜੂਨਾਂ ਦੇ ਵਿੱਚ ਲੈ ਕੇ ਜਾ ਰਹੇ ਸੀ ਸਵਾਦਾਂ ਦੇ ਨਾਲ, ਕਹਿੰਦੇ ਉਹ ਹੱਟੀ ਬੰਦ ਕਰਾ ਦਿੱਤੀ ਉਸ ਇਨਸਾਨ ਦੇ ਅੰਦਰ। ਇਸ ਤਰ੍ਹਾਂ ਆਪਣੇ ਜੀ ਜੰਤ ਨੂੰ ਰੱਖਦਾ ਹੈ ਮਾਲਕ ਪਰਮਾਤਮਾ। ਆਪਣੇ ਜੀ ਜੰਤ ਆਪੇ ਰਾਖੇ, ਉਸੇ ਨੇ ਰੱਖਣੇ ਆ, ਉਹਦੇ ਹੀ ਤਾਂ ਹੈਗੇ ਆ, ਆਪਣੇ ਆ ਉਹਦੇ। ਜਮੇ ਕੀਓ ਹਟ ਤਾਰ, ਜਿਹੜਾ ਕਹਿੰਦਾ ਹੈ ਭਾਈ, ਜਿਹੜਾ ਕਹਿੰਦਾ ਬਾਪੂ ਮੈਂ ਤਾਂ ਖੁਸ਼ ਹਾਂ, ਮੈਨੂੰ ਤਾਂ ਆ ਖਿਡੌਣੇ ਚਾਹੀਦੇ ਆ, ਮੈਂ ਤਾਂ ਸਵਾਦ ਚਾਹੀਦੇ, ਉਹ ਕਹਿੰਦਾ ਗੋ ਹੈਡ। ਮਾਲਕ ਨੂੰ ਥੋੜੀ ਨਾ ਕੋਈ ਪ੍ਰੋਬਲਮ ਹੈਗੀ ਆ। ਆਪਣੇ ਜੀ ਜੰਤ ਆਪੇ ਰਾਖੇ ਜਮੇ ਕੀਓ ਹਟ ਤਾਰ, ਹਰ ਕੇ ਚਰਨ ਹਿਰਦੈ ਔਰ ਧਾਰ। ਆ ਲਓ ਫਿਰ ਵਾਪਸ ਦੱਸਤਾ ਮਹਾਰਾਜ ਨੇ ਵੀ ਪਰਮੇਸ਼ਰ ਦੇ ਚਰਨ ਹਿਰਦੇ 'ਚ ਧਾਰਨੇ ਪਾਉਗੇ। ਪਰਮੇਸ਼ਰ ਦੇ ਚਰਨ ਜਿਹੜੇ ਹੈਗੇ ਉਹ ਉਹੀ ਜਿਹੜਾ ਹੈਗੇ ਆਪਣੀ ਧੁਨ ਮੈਂ ਧਿਆਨ ਮੈਂ ਜਾਣਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਹਰ ਕੇ ਚਰਨ ਹਿਰਦੈ ਔਰ ਧਾਰ, ਸਦਾ ਸਦਾ ਪ੍ਰਭ ਸਿਮਰਿਏ ਪਾਏ ਦੁੱਖ ਕਿਲ ਵਿਖ ਕਾਟਨਹਾਰ। ਜਿਹਨੂੰ ਉਹ ਪਰਮੇਸ਼ਰ ਦੇ ਚਰਨ ਫੜਨ 'ਚ ਆ ਗਏ, ਜਿਹਨੂੰ ਉਹ ਧੁਨ ਫੜਨ 'ਚ ਆ ਗਈ, ਜਿਹਨੂੰ ਉਹ ਗੁਰੂ ਫੜਨ 'ਚ ਆ ਗਿਆ, ਸ਼ਬਦ ਗੁਰੂ ਜਿਹੜਾ ਆਪਣੇ ਉਹਦੀ ਸੁਰਤ ਉਹਦੀ ਚੇਲਾ ਹੋ ਗਈ, ਅਤੇ ਉਹਦੇ ਤਾਂ ਫਿਰ ਜਿਹੜਾ ਹੈਗੇ ਪਾਏ ਸਾਰੇ ਦੁੱਖ, ਸਾਰੇ ਦੇ ਕਿਲ ਵਿਖ ਬਜਰ ਪਾਪ, ਸਾਰਾ ਲੇਖਾ ਜੋਖਾ ਘਟ ਜਾਏਗਾ। ਇਸ ਕਰਕੇ ਕਹਿ ਰਹੇ ਸਦਾ ਸਦਾ ਪ੍ਰਭ ਸਿਮਰਿਏ ਪਾਏ। ਮੈਕਸੀਮਮ ਜਿੰਨਾ ਹੋ ਸਕਦਾ ਹੈ ਇਸ ਨੂੰ ਟਾਪ ਪ੍ਰਾਇਰਟੀ 'ਤੇ ਰੱਖੀਏ। ਰਹਾਓ ਤਿਸ ਕੀ ਸਰਣੀ ਉਭਰਹਿ ਪਾਏ, ਜਿਹਨੇ ਰਚਿਆ ਸਭ ਕੋਏ। ਆਇਆ ਉਹਦੀ ਸ਼ਰਨ, ਇਸ ਤਰੀਕੇ ਦੇ ਨਾਲ ਉੱਭਰ ਸਕਦੇ ਹਾਂ ਜਿਸ ਮਾਲਕ ਨੇ ਆਹ ਦੁਨੀਆ, ਆਹ ਸੰਸਾਰ, ਇਹ ਸਾਰਾ ਦਾ ਸਾਰਾ ਸਿਸਟਮ ਬਣਾਇਆ ਹੈ। ਉਹਨੇ ਆਹ ਨਿਕਲਣ ਦਾ ਰਸਤਾ ਰੱਖਿਆ ਹੋਇਆ ਹੈ। ਆਇਆ ਉਹਦੀ ਸ਼ਰਨ ਦੇ ਵਿੱਚ ਜਾਣਾ। ਤਿਸ ਕੀ ਸਰਣੀ ਉਭਰਹਿ ਪਾਈ, ਜਿਹਨੇ ਰਚਿਆ ਸਭ ਕੋਏ। ਕਰਨ ਕਾਰਨ ਸਮਰੱਥ ਸੋ ਪਾਈ, ਸੱਚਾ ਸੱਚੀ ਸੋਏ। ਕਹਿੰਦੇ ਉਹ ਮਾਲਕ ਪਰਮਾਤਮਾ ਕਰਨ ਕਾਰਨ ਸਮਰੱਥ ਹੈਗਾ, ਕਰਨ ਵਾਲਾ ਵੀ ਹੈ ਅਤੇ ਕਾਰਨ ਵੀ ਹੈਗਾ ਅਤੇ ਸਮਰੱਥ ਵੀ ਹੈਗਾ। ਉਹਦੀ ਸੋਭਾ ਹਮੇਸ਼ਾ ਹੀ ਸੱਚੀ ਹੈ, ਉਸ ਸੱਚੇ ਦੀ, ਔਰ ਉਹਦੀ ਵੀ ਜਿਹੜਾ ਉਹ ਸੱਚੇ ਦੇ ਨਾਲ ਜੁੜਦਾ ਹੈ। ਨਾਨਕ ਪ੍ਰਭੂ ਧਿਆਈਏ ਪਾਈ, ਮਨ ਤਨ ਸੀਤਲ ਹੋਏ। ਫਿਰ ਦੇਖ ਲਓ ਆਖਰੀ ਦੇ ਵਿੱਚ ਨੁਕਤਾ ਦੇ ਰਹੇ ਮਹਾਰਾਜ ਕਿ ਭਾਈ ਉਸ ਮਾਲਕ ਪਰਮਾਤਮਾ ਦਾ ਧਿਆਨ ਕਰ। ਮਾਇਆ ਤੇ ਵਿਚਾਰ, ਮਾਇਆ ਦੇ ਵਿਚਾਰ ਪਾਸੇ ਕਰ। ਧਿਆਨ ਬਸ ਉਹ ਧੁਨ ਦਾ ਧਿਆਨ ਕਰ ਲਓ, ਮਾਇਆ ਦੇ ਵਿਚਾਰ ਆਟੋਮੈਟਿਕਲੀ ਚਲੇ ਜਾਣਗੇ। ਉਹ ਧੁਨ ਪ੍ਰਗਟ ਹੋ ਜਾਏ, ਫੜ ਲਓ ਉਹਨੂੰ ਬਸ। ਤਿਸ ਕੀ ਸਰਣੀ ਉਭਰਹਿ ਪਾਏ, ਜਿਹਨੇ ਰਚਿਆ ਸਭ ਕੋਏ। ਕਰਨ ਕਾਰਨ ਸਮਰੱਥ ਸੋ ਪਾਏ, ਸੱਚਾ ਸੱਚੀ ਸੋਏ। ਨਾਨਕ ਪ੍ਰਭੂ ਧਿਆਈਏ ਪਾਏ, ਮਨ ਤਨ ਸੀਤਲ ਹੋਏ। ਲਾਜ਼ਮੀ ਹੈਗਾ ਮਨ ਔਰ ਤਨ ਸੀਤਲ ਹੋਣਾ। ਵਿਚਾਰ ਹੀ ਤਾਂ ਸੀਗੇ ਜਿਹੜੇ ਉਹਨੂੰ ਜਿਹੜੇ ਹੈਗੇ ਉਹਨੂੰ ਗਰਮ ਕਰ ਰਹੇ ਸੀਗੇ। ਤ੍ਰਿਸ਼ਨਾ ਦੀ ਅੱਗ ਵਿਚਾਰ। ਸੋਠ ਮਹਲਾ ਪੰਜਵਾਂ। ਸੰਤੋ ਹਰ ਹਰ ਨਾਮ ਧਿਆਈ। ਦੇਖੋ ਬਾਹਰ ਬਾਣੀ ਉਹੀ ਗੱਲ ਕਹਿ ਰਹੀ ਹੈ, ਫਿਰ ਸੰਤਾਂ ਨੂੰ ਕਹਿ ਰਹੀ ਹੈ, ਅਭਿਆਸੀਆਂ ਨੂੰ ਕਹਿ ਰਹੀ ਹੈ, ਆਪਾਂ ਨੂੰ ਕਹਿ ਰਹੀ ਹੈ ਬਾਣੀ। ਬਈ ਧਿਆਨ ਦੇ ਵਿੱਚ ਜਾਓ ਪਿਆਰਿਓ, ਧਿਆਨ ਦੇ ਵਿੱਚ ਜਾਓ। ਐਕਸ਼ਨ ਕਰੋ, ਐਕਸ਼ਨ। ਖਾਲੀ ਜਿਹੜਾ ਹੈਗਾ ਆ ਗਿਆਨ ਦੇ ਉੱਤੇ ਹੀ ਨਾ ਰਹੋ, ਇਹ ਫੀਲਿੰਗ ਹੀ ਨਾ ਲਓ। ਐਕਸ਼ਨ। ਸੰਤੋ ਹਰ ਹਰ ਨਾਮ ਧਿਆਈ, ਸੁਖ ਸਾਗਰ ਪ੍ਰਭ ਵਿਸਰੋ ਨਾਹੀ। ਮੈਂ ਕਦੀ ਨਾ ਵਿਸਾਰਾਂ ਉਹ ਸੁੱਖਾਂ ਦੇ ਸਾਗਰ ਪ੍ਰਭੂ ਨੂੰ। ਮਨ ਚਿੰਦੇੜਾ ਫਲ ਪਾਈ, ਮੈਂ ਮਨ ਚਿੰਦਿਆ ਫਲ ਪਾ ਲਵਾਂ। ਇਸ ਤਰ੍ਹਾਂ ਭਾਈ ਆਹ ਤਰੀਕਾ ਹੈਗਾ। ਰਹਾਓ ਸਤਿਗੁਰੇ ਪੂਰੇ ਤਾਪ ਗਵਾਇਆ, ਆਪਣੀ ਕਿਰਪਾ ਧਾਰੀ। ਇਸ ਤਰ੍ਹਾਂ ਪੂਰੇ ਗੁਰੂ ਨੇ
ਜਿਹੜਾ ਹੈਗਾ ਇਹ ਸੰਸਾਰ ਦਾ ਤਾਪ ਕੀ ਹੈ? ਮਾਇਆ ਚਿੰਬੜੀ ਹੋਈ ਸੀ, ਪ੍ਰਕਿਰਤੀ ਦੀ ਕੈਦ ਦੇ ਵਿੱਚ ਸੀਗਾ, ਇਸ ਤਰ੍ਹਾਂ ਗਵਾ ਦਿੱਤਾ, ਪ੍ਰਕਿਰਤੀ ਦੀ ਕੈਦ 'ਚ ਛੁੱਟ ਗਿਆ, ਪ੍ਰਕਿਰਤੀ ਖੜੀ ਹੋ ਗਈ, ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਵੀ ਕਿਹੜਾ ਹੈ ਸੂਰਮਾ ਜਿਹੜਾ ਇਹ ਵਿਚਾਰ ਮੰਡਲ ਕ੍ਰਾਸ ਕਰ ਗਿਆ, ਕਿਹੜਾ ਹੈ ਜਿਹੜਾ ਇਹਨੇ ਜਿਹੜਾ ਹੈਗਾ ਪ੍ਰਕਿਰਤੀ ਦੇ ਵਿੱਚ ਜਿਹੜਾ ਹੈਗਾ ਇਹ ਸੰਨ ਲਗਾ ਦਿੱਤੀ। ਸਤਿਗੁਰੇ ਪੂਰੇ ਤਾਪ ਗਵਾਇਆ, ਆਪਣੀ ਕਿਰਪਾ ਧਾਰੀ, ਪਾਰ ਬ੍ਰਹਮ ਪ੍ਰਭ ਭੈ ਦਿਆਲਾ, ਦੁੱਖ ਮਿਟਿਆ ਸਭ ਪਰਿਵਾਰੀ। ਆਪਣਾ ਸਾਰਾ ਪਰਿਵਾਰ ਹੈਗਾ ਭਾਈ, ਕੋਈ ਵੀ ਸਾਰਾ ਪਰਿਵਾਰ ਜਿਹੜਾ ਵੀ ਇਸ ਤਰ੍ਹਾਂ ਧਿਆਨ ਸਿਮਰਨ ਕਰਦਾ ਹੈ ਉਹਦਾ ਦੁੱਖ ਜਾਣਾ ਲਾਜ਼ਮੀ ਹੈਗਾ, ਦੁੱਖ ਮਿਟਣਾ ਲਾਜ਼ਮੀ ਹੈਗਾ, ਸਾਰੇ ਪਰਿਵਾਰ ਦਾ। ਜਿਹੜਾ ਵੀ ਹਰੀ ਦਾ ਜਨ ਹੈਗਾ ਧਿਆਨ ਸਿਮਰਨ ਕਰ ਰਿਹਾ ਭਾਈ, ਉਹਦਾ ਦੁੱਖ ਮਿਟਣਾ ਲਾਜ਼ਮੀ। ਇਹਦੇ ਵਿੱਚ ਇੱਥੇ ਫੇਲੂਅਰ ਹੈ ਨਹੀਂ ਗੇ, ਸਭ ਪਰਿਵਾਰੀ ਲਿਖਿਆ ਹੋਇਆ। ਸਤਿਗੁਰੇ ਪੂਰੇ ਤਾਪ ਗਵਾਇਆ, ਆਪਣੀ ਕਿਰਪਾ ਧਾਰੀ, ਪਾਰ ਬ੍ਰਹਮ ਪ੍ਰਭ ਭੈ ਦਿਆਲਾ, ਦੁੱਖ ਮਿਟਿਆ ਸਭ ਪਰਿਵਾਰੀ। ਸਰਵ ਨਿਧਾਨ ਮੰਗਲ ਰਸ ਰੂਪਾ, ਹਰ ਕਾ ਨਾਮ ਆਧਾਰੋ। ਜਿਸ ਰੂਪ ਦੇ ਉੱਤੇ, ਜਿਸ ਰਸਾਂ ਦੇ ਉੱਤੇ ਆਪਾਂ ਜਿਹੜੇ ਹੈਗੇ ਨਹੀਂ ਛੱਡ ਪਾਉਂਦੇ, ਕਹਿੰਦੇ ਪਿਆਰਿਓ ਸਰਵ ਨਿਧਾਨ ਸਾਰੇ ਖਜ਼ਾਨੇ, ਮੰਗਲ ਰਸ ਰੂਪਾ ਰੂਪ, ਹਰ ਕਾ ਨਾਮ ਆਧਾਰੋ। ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਆਧਾਰ ਬਣਾ ਲਾ ਪਿਆਰਿਆ, ਇਹ ਤਾਂ ਕੁਛ ਵੀ ਨਹੀਂ ਹੈਗੇ, ਕੁਛ ਵੀ ਨਹੀਂ ਹੈਗੇ। ਨਾਨਕ ਪਤ ਰਾਖੀ ਪਰਮੇਸ਼ਰੇ, ਉਧਰਿਆ ਸਭ ਸੰਸਾਰੋ। ਇਸ ਤਰ੍ਹਾਂ ਉਹ ਮਾਲਕ ਪਰਮਾਤਮਾ ਪਤ ਰੱਖਦਾ ਹੈ। ਆਹ ਸਿਸਟਮ, ਆਹ ਉਹਦਾ ਜਿਹੜਾ ਹੈਗਾ ਮਾਲਕ ਨੇ ਆਹ ਖੇਡ ਇਸ ਤਰ੍ਹਾਂ ਜਿਹੜਾ ਹੈਗਾ ਨਿਕਲਣ ਦਾ ਰਸਤਾ ਬਣਾਇਆ ਹੋਇਆ ਭਾਈ ਸਾਰੇ ਸੰਸਾਰ ਦੇ ਵਾਸਤੇ। ਸੋਠਮਾਲਾ ਪੰਜਵਾਂ, ਮੇਰਾ ਸਤਿਗੁਰ ਰਖਵਾਲਾ ਹੋਆ। ਬਾਰ ਦੇਖੋ ਬਾਣੀ ਜਿਹੜੀ ਹੈ ਸਤਿਗੁਰੂ ਨੂੰ ਜਿਹੜਾ ਹੈਗਾ ਹਰੇਕ ਸ਼ਬਦ ਦੇ ਵਿੱਚ ਸਤਿਗੁਰੂ ਨੂੰ ਫੜ ਰਹੀ ਹੈ ਭਾਈ, ਕਿਉਂਕਿ ਇਹ ਗੁਰੂ ਨੇ ਹੀ ਪਾਰ ਲੈ ਕੇ ਜਾਣਾ ਹੈ, ਗੁਰੂ ਨੂੰ ਹੀ ਆਪਾਂ ਨੇ ਫੜਨਾ ਹੈ। ਮੇਰਾ ਸਤਿਗੁਰ ਰਖਵਾਲਾ ਹੋਆ, ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਆ ਲੋ ਪਰਮਾਤਮਾ ਦਾ ਹੱਥ ਆ ਗਿਆ। ਕਹਿੰਦੇ ਸਤਿਗੁਰੂ ਕੀ ਹੈਗਾ? ਇਹ ਹੱਥ ਆ ਪਰਮਾਤਮਾ ਦਾ। ਫੜ ਲਾ ਪਿਆਰਿਆ, ਫੜ ਲਾ, ਛੱਡ ਦੇ ਵਿਚਾਰ। ਉੱਥੇ ਵੀ ਆਪਾਂ ਵਿਚਾਰ ਲੈਣੇ ਸ਼ੁਰੂ ਕਰ ਦਿੰਦੇ ਹਾਂ। ਮੇਰੇ ਅੰਦਰ ਜਿਹੜਾ ਹੈਗਾ, ਮੇਰੇ ਅੰਦਰ ਹੁਣ ਪਤਾ ਨਹੀਂ ਇਹ ਜਿਹੜਾ ਮੇਰੇ ਅੰਦਰ ਜਿਹੜੇ ਮੇਰੇ ਅੰਦਰ ਇਹ ਪ੍ਰਕਾਸ਼ ਹੋ ਰਿਹਾ ਆ, ਮੇਰੇ ਅੰਦਰ ਕੁਛ ਹੋਰ ਹੋ ਰਿਹਾ ਹੈ, ਮੇਰੇ ਅੰਦਰ ਆ ਕੀ ਹੋ ਰਿਹਾ? ਉਹ ਜਿਹੜੀ ਧੁਨ ਫੜੀ ਆ, ਮੇਰੇ ਅੰਦਰ ਜਿਹੜਾ ਘੁੰਗਰੂ ਵੱਜ ਰਿਹਾ, ਕਿ ਮੇਰੇ ਅੰਦਰ ਢੋਲਕੀ ਵੱਜ ਰਹੀ, ਕਿ ਮੇਰੇ ਅੰਦਰ ਜਿਹੜਾ ਟਰੰਪੇਟ ਵੱਜ ਰਹੀ ਹੈ, ਮੇਰੇ ਅੰਦਰ ਜਿਹੜੀ ਤੂਤੀ ਕੀ ਵੱਜ ਰਿਹਾ? ਬਸ ਉੱਥੇ ਵੀ ਵਿਚਾਰ ਸ਼ੁਰੂ ਕਰਤੇ, ਉਹਦੇ ਹੀ ਵਿਚਾਰ ਲੈਣੇ ਸ਼ੁਰੂ ਕਰਤੇ। ਹੁਣ ਜਿਹੜਾ ਮੇਰਾ ਆਹ ਹੋ ਰਿਹਾ, ਹੁਣ ਜਿਹੜਾ ਮੇਰਾ ਇਸ ਤਰ੍ਹਾਂ ਹੋ ਰਿਹਾ, ਹੁਣ ਮੈਂ ਅੱਗੇ ਵਧ ਰਿਹਾ, ਹੁਣ ਮੈਨੂੰ ਪ੍ਰਕਾਸ਼ ਹੋ ਜਾਣਾ ਹੈ, ਹੁਣ ਮੈਂ ਵਿਚਾਰ ਮੰਡਲ ਤੋਂ ਬਾਹਰ ਚਲ ਜਾਣਾ ਹੈ। ਜਿੰਨਾ ਇਸ ਤਰ੍ਹਾਂ ਕਰਾਂਗੇ ਆਪਾਂ, ਉਨਾ ਆਪਾਂ ਢਿਲੇ ਕਰਾਂਗੇ। ਮੇਰਾ ਸਤਿਗੁਰ ਰਖਵਾਲਾ ਹੋਆ, ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਫਿਰ ਦੇਖੋ ਇੱਥੇ ਫਿਰ ਜਿਹੜਾ ਹਰਗੋਬਿੰਦ ਉਹਨਾਂ ਨੇ ਫਿਰ ਲਗਾਤਾ, ਹਰਗੋਬਿੰਦ ਦੇ ਉੱਤੇ ਇੱਥੇ ਫਿਰ ਹਰਗੋਬਿੰਦ ਲਾਤਾ। ਫਿਰ ਗਿਆਨ ਨੂੰ ਛੁਟਲਾ ਦਿੱਤਾ ਇਹਨਾਂ ਨੇ ਬਈ। ਉਹਨਾਂ ਨੇ ਦੇਖ ਲਓ, ਉਹਨਾਂ ਦਾ ਤਾਪ ਲਾ ਦਿੱਤਾ, ਬਸ ਸਤਿਗੁਰੂ ਰਖਵਾਲਾ ਹੋ ਗਿਆ। ਬਈ ਇਹ ਬ੍ਰਹਮ ਗਿਆਨ ਆ ਭਾਈ। ਆਪਣੇ ਜਿਹੜੇ ਹੈਗੇ ਬਾਲ ਬੱਚਿਆਂ ਦੇ ਵਾਸਤੇ ਗਿਆਨ, ਇਹ ਬ੍ਰਹਮ ਗਿਆਨ ਆ ਭਾਈ। ਮੇਰਾ ਸਤਿਗੁਰ ਰਖਵਾਲਾ ਹੋਆ, ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ। ਇੱਥੇ ਤਾਂ ਕਹਿ ਰਹੇ ਮੇਰਾ ਸਤਿਗੁਰ ਰਖਵਾਲਾ ਹੋਆ। ਕਹਿਣ ਵਾਲਾ ਕੌਣ ਹੈ? ਕਹਿਣ ਵਾਲਾ ਤਾਂ ਅਭਿਆਸੀ ਹੈਗਾ, ਕਹਿਣ ਵਾਲਾ ਤਾਂ ਜਿਹੜਾ ਹਰੀ ਦਾ ਜਨ ਹੈਗਾ। ਮੇਰਾ ਸਤਿਗੁਰ ਰਖਵਾਲਾ ਹੋ ਗਿਆ। ਕਿਵੇਂ ਹੋ ਗਿਆ ਰਖਵਾਲਾ? ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ। ਕਹਿੰਦੇ ਮਾਲਕ ਨੇ ਕਿਰਪਾ ਕਰਤੀ, ਪ੍ਰਭੂ ਨੇ ਹੱਥ ਦੇ ਕੇ ਰੱਖ ਲਿਆ। ਕਿਹੜੇ ਪ੍ਰਭੂ ਨੇ? ਹਰ ਗੋਬਿੰਦ ਨਵਾਂ ਨਰੋਆ। ਜਿਹੜਾ ਹਰੀ ਗੋਬਿੰਦ, ਉਹ ਮਾਲਕ ਪਰਮਾਤਮਾ ਹਮੇਸ਼ਾ ਨਵਾਂ ਨਰੋਆ ਰਹਿੰਦਾ, ਉਸਨੇ ਰਹਾਓ। ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਆ ਦੇਖੋ ਆਗੇ ਜਨ ਤਾਪ ਗਿਆ, ਪ੍ਰਭ ਆਪ ਮਿਟਾਇਆ। ਪਰਮਾਤਮਾ ਨੇ ਆਪ ਮਿਟਾਇਆ ਤਾਪ, ਜਨ ਦੀ ਲਾਜ ਰੱਖ ਲਈ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਏ। ਆ ਲਓ ਸਾਧ ਸੰਗਤ ਆ ਗਈ ਇੱਥੇ। ਸਾਧ ਸੰਗਤ ਤੇ ਸਭ ਫਲ ਪਾਏ, ਸਾਰੇ ਫਲ ਪ੍ਰਾਪਤ ਹੋ ਗਏ।
ਮੈਂ ਤਾਂ ਸਤਿਗੁਰੂ ਤੋਂ ਬਲਿਹਾਰ ਜਾਣਾ ਹੈ, ਜਿਹਨੇ ਸਾਧ ਸੰਗਤ ਦਿੱਤੀ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਆ ਤੇ ਇੱਥੇ ਹਮਰਾ ਸ਼ੁਰੂ ਹੋ ਗਿਆ। ਦੇਖ ਲਓ, ਜਿਹੜਾ ਵੀ ਇਹ ਬਿਆਸੀ ਹੈ ਉਹਦੇ ਉੱਤੇ ਚੱਲ ਰਹੀ ਹੈ ਗੱਲ, ਤਾਂ ਉਹਦੇ ਤੇ ਚੱਲ ਰਹੀ ਹੈ। ਕ੍ਰਾਸ ਤਾਂ ਉਹਨੇ ਕਰਨਾ ਹੈ ਜਿਹੜਾ ਅਭਿਆਸ ਕਰ ਰਿਹਾ ਹੈ ਭਾਈ। ਇਹ ਕੋਈ ਜਿਹੜੀ ਹੈ ਬਿਮਾਰੀ ਦੀ ਗੱਲ ਥੋੜੀ ਨਾ ਹੋ ਰਹੀ ਹੈ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਕਹਿੰਦੇ ਮੇਰੇ ਗੁਣ ਤੇ ਅਵਗੁਣ, ਇੱਥੇ ਜਿਹੜਾ ਜਿਨ੍ਹਾਂ ਨੂੰ ਤਾਪ ਜਾਂ ਬਿਮਾਰੀ ਹੈਗੀ ਆ ਤੇ ਉਹਦੇ ਗੁਣ ਅਵਗੁਣ ਵਿਚਾਰਨ ਦੀ ਲੋੜ ਹੁੰਦੀ ਆ। ਕਿਵੇਂ ਜਿਹੜਾ ਆਪਾਂ ਛੁਟਿਆ ਰਹੇ ਹਾਂ, ਦੇਖੋ ਕਿਸ ਤਰ੍ਹਾਂ ਜਿਹੜਾ ਹੈਗਾ ਭੋਲੇ ਭਾਈ ਜਿਹੜੇ ਹੈਗੇ, ਇਹ ਬਾਣੀ ਜਿਹੜੀ ਹੈਗੀ ਇਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਨੀਵਾਂ ਕਰ ਰਹੇ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਕਹਿੰਦੇ ਮੇਰਾ ਕੋਈ ਲੇਖਾ ਜੋਖਾ ਨਹੀਂ। ਬਸ ਜਿਹੜਾ ਵੀ ਨਿਕਲਣਾ ਚਾਹੁੰਦਾ ਹੈ, ਮਾਲਕ ਕਹਿੰਦਾ, ਮਾਲਕ ਤੋਂ ਡਿਮਾਂਡ ਚਾਹੀਦੀ ਹੈ, ਬਸ ਜੈਨੂਇਨ ਡਿਮਾਂਡ ਚਾਹੀਦੀ ਹੈ, ਅੰਦਰੋਂ ਪੁਕਾਰ ਚਾਹੀਦੀ ਹੈ। ਬਾਪੂ ਮੈਂ ਤੇਰੇ ਕੋਲ ਆਉਣਾ ਚਾਹੁੰਦਾ ਹੈ, ਬਾਪੂ ਮੈਨੂੰ ਚੁੱਕ ਲਾ, ਹੁਣ ਚੁੱਕ ਲਾ ਬਾਪੂ, ਮੈਂ ਫਸ ਗਿਆ ਬਾਪੂ, ਮੈਂ ਫਸ ਗਿਆ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਅਟਲ ਬਚਨ ਆ, ਦੇਖ ਲਓ, ਨਾਨਕ ਗੁਰ ਤੇਰਾ, ਇਹ ਗੁਰੂ ਦੇ ਬਚਨ ਅਟਲ ਹੈਗੇ ਭਾਈ। ਇਹ ਸ਼ਬਦ ਅਟਲ ਹੈਗੇ। ਇਹ ਤਾਂ ਬ੍ਰਹਮ ਗਿਆਨ ਹੈ ਭਾਈ, ਬ੍ਰਹਮ ਗਿਆਨ ਹੈ। ਮਾਲਕ ਪਰਮਾਤਮਾ ਦੀ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਮੈਂ ਤਾਂ ਸਫਲ, ਇਹਨੂੰ ਬਸ ਇਸੇ ਦੇ ਨਾਲ ਸਾਰਾ ਕੁਝ ਹੋਣਾ ਹੈ। ਮੈਂ ਤਾਂ ਆਪਣੇ ਮੱਥੇ ਦੇ ਵਿੱਚ ਜਿਹੜਾ ਹੈਗਾ ਚੰਗੀ ਤਰ੍ਹਾਂ ਲੈ ਲਿਆ ਭਾਈ, ਚੰਗੀ ਤਰ੍ਹਾਂ ਵਸਾ ਲਏ ਇਹ ਅੱਖਰ ਜੋ ਕਹਿ ਰਹੇ ਉਹ ਕਾਰਵਾਈ। ਲੜੀ ਦਾ ਆਖਰੀ ਮੋਤੀ ਆ ਰਿਹਾ ਜੀ। ਸੋਠ ਮਹਲਾ ਪੰਜਵਾਂ। ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ। ਦੇਖ ਲਓ, ਕਹਿੰਦੇ ਸਾਰੇ ਜੀ ਜੰਤਰ ਜੋ ਵੀ ਹੈਗੇ ਉਹ ਮਾਲਕ ਪਰਮਾਤਮਾ ਦੇ ਬਣਾਏ ਹੋਏ। ਜਿਹੜੀ ਵੀ ਜੂਨ 'ਚ ਜਿਹੜਾ ਵੀ ਹੈਗਾ ਸਾਰੇ ਇੱਕੋ ਜਿਹੇ ਹੈਗੇ, ਸਾਰੇ ਮਾਲਕ ਪਰਮਾਤਮਾ ਦੇ ਬਣਾਏ ਹੋਏ। ਉਹ ਵਿਚਾਰੇ ਗਰੀਬ ਜਿਹੜੇ ਆ ਭੋਗ ਰਹੇ ਆ ਭੋਗੀ ਜੂਨਾਂ ਦੇ 'ਚ, ਆਪਾਂ ਨੂੰ ਚਾਂਸ ਮਿਲਿਆ ਹੋਇਆ ਹੈ। ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ। ਉਹੀ ਮਾਲਕ ਪਰਮਾਤਮਾ ਸੰਤਾਂ ਦੀ ਸਹਾਇਤਾ ਕਰਦਾ ਹੈ। ਸਾਧੂਆਂ, ਸੰਤ ਕਿਉਂ ਲਿਖਿਆ ਇੱਥੇ? ਸਾਧਨਾ ਕਰਨ ਵਾਲਿਆਂ ਦੀ ਨਿਕਲਣ ਦਾ ਜਰੀਆ, ਉਹਨਾਂ ਦਾ ਨਿਕਲਣ ਦਾ ਚਾਂਸ ਆਇਆ, ਵਾਰੀ ਆਈ ਹੋਈ ਹੈ। ਵਾਰੀ ਖਸਮ ਕਢਾਏ ਕਿਰਤ ਕਮਾਵਣਾ, ਆ ਗਈ ਵਾਰੀ ਉਹਨਾਂ ਦੀ। ਜੀ ਜੰਤ ਆਪਾਂ ਗਿਆਨ ਲੈ ਰਹੇ ਹਾਂ, ਆਪਣੀ ਵਾਰੀ ਆਈ ਹੋਈ ਹੈ ਭਾਈ, ਚੱਲੀਏ ਆਪਾਂ ਇਸ ਗਿਆਨ ਦੇ ਅਨੁਸਾਰ। ਜੀ ਜੰਤਰ ਸਭ ਤਿਸਕੇ ਕੀਏ, ਸੋਈ ਸੰਤ ਸਹਾਈ। ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਵਡਾਈ। ਸੇਵਕ ਦੀ ਮਾਲਕ ਨੇ ਆਪ ਰੱਖਣੀ ਹੈ, ਉਹਦੀ ਵਡਿਆਈ ਜਿਹੜੀ ਹੈ ਮਾਲਕ ਨੇ ਕਰਵਾਉਣੀ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਪੂਰਨ ਭਈ ਵਡਾਈ। ਪਾਰ ਬ੍ਰਹਮ ਪੂਰਾ ਮੇਰੇ ਨਾਲ, ਪੂਰਾ ਪਾਰ ਪਰਮੇਸ਼ਰ ਨਾਲ ਆ ਭਾਈ। ਉਹ ਤਾਂ ਹੈ ਹੀ, ਆਪਾਂ ਪਰਮੇਸ਼ਰ ਤਾਂ ਹੈਗੇ ਹੀ ਆ। ਆਤਮਾ ਜਿਹੜੀ ਹੈ ਪਰਮਾਤਮਾ ਦਾ ਅੰਸ਼, ਤਾਂ ਪਰਮਾਤਮਾ ਹੀ ਤਾਂ ਹੈਗੀ ਹੈ ਆਤਮਾ। ਕਹਿੰਦੇ ਹਮੇਸ਼ਾ ਆਪਣੇ ਨਾਲ ਆ, ਕਦੀ ਵੀ ਜਿਹੜਾ ਹੈਗਾ ਆਪਾਂ ਉਸ ਤੋਂ ਵੱਖ ਨਹੀਂ ਹੋ ਸਕਦੇ ਪਰਮੇਸ਼ਰ ਤੋਂ। ਪਾਰ ਬ੍ਰਹਮ ਪੂਰਾ ਮੇਰੇ ਨਾਲ, ਗੁਰੇ ਪੂਰਾ ਪੂਰੀ ਸਭ ਰਾਖੀ, ਹੋਏ ਸਰਬ ਦਿਆਲ ਰਹਾਓ। ਪੂਰੇ ਗੁਰੂ ਨੇ ਪੂਰੀ ਰੱਖ ਲਈ ਪਾਏ, ਸਾਰਿਆਂ ਦੀ ਰੱਖ ਲੈਂਦਾ ਹੈ। ਜਿਹੜਾ ਵੀ ਨਿਕਲਣਾ ਚਾਹੁੰਦਾ ਹੈ ਸਾਰਿਆਂ ਤੇ ਦਿਆਲ ਆ ਪਾਏ, ਹੋਏ ਸਰਬ ਦਿਆਲ, ਸਾਰਿਆਂ ਤੇ ਦਿਆਲ ਆ। ਮਾਲਕ ਪਰਮਾਤਮਾ ਵੀ ਤੇ ਪੂਰਾ ਗੁਰੂ ਵੀ ਹਮੇਸ਼ਾ ਹੀ ਰਹਾਓ। ਅੰਦਿਨ ਨਾਨਕ ਨਾਮ ਧਿਆਏ, ਜੀ ਪ੍ਰਾਣ ਕਾ ਦਾਤਾ। ਦੇਖ ਲਓ ਭਾਈ, ਆਖਰੀ ਦੇ ਵਿੱਚ ਫਿਰ ਜਿਹੜਾ ਲੜੀ ਬੰਦ ਕਰਨ ਲੱਗੇ ਮਹਾਰਾਜ, ਧਿਆਨ ਨਿਤਨੇਮ ਦੇ ਰਹੇ ਆਪਾਂ ਨੂੰ। ਅੰਦਿਨ ਨਾਨਕ ਨਾਮ ਧਿਆਏ। ਅੰਦਿਨ, ਕੋਈ ਵੀ ਦਿਨ ਖਾਲੀ ਨਹੀਂ ਜਾਂਦਾ, ਕੋਈ ਵੀ ਦਿਨ। ਨਾਨਕ ਕੱਕੇ ਨੂੰ ਔਂਕੜ ਲਾ ਕੇ ਪੰਜਵੀਂ ਪਾਤਸ਼ਾਹੀ ਆਪਣੇ ਤੇ ਲਾ ਕੇ ਕਹਿ ਰਹੀ ਹੈ। ਨਾਨਕ ਜਿਹੜੀ ਹੈਗੀ, ਇਹ ਨਾਨਕ ਨਾਮ ਦੇ ਨਾਲ ਮਹਾਰਾਜ ਨੇ ਜਿੰਨੇ ਮਹੱਲਿਆਂ ਨੂੰ ਬਾਣੀ ਆਈ ਹੈ, ਨਾਨਕ ਨਾਮ ਸਾਰਿਆਂ ਨੇ ਆਪਣਾ ਨਾਮ ਨਹੀਂ ਵਿੱਚ ਪਾਇਆ, ਪਰ ਇਹ ਆਪਣੇ ਤੇ ਜਿਹੜੀ ਪਰਟੀਕੂਲਰ ਜਿਹੜੀ ਹੈ, ਜਿਹੜੀ ਜੇ ਪੰਜਵੀਂ ਪਾਤਸ਼ਾਹੀ ਜਿਸ ਤਰ੍ਹਾਂ ਉਹਨਾਂ ਦੀ ਉੱਤੇ ਮਹੱਲੇ ਲਿਖਤੇ, ਉਹ ਵੀ ਦੂਸਰੇ ਜਿਹੜੇ ਅਗਲੇ ਲਿਖਦੇ ਸੀ। ਇਹਦੇ ਵਿੱਚ ਜਿਹੜੇ ਹੈਗੇ ਆ ਕਿ ਬਈ ਕਿਸ ਤਰ੍ਹਾਂ ਪਤਾ ਲੱਗੇ ਵੀ ਉਹ ਆਪਣੇ ਤੇ ਪਰਟੀਕੂਲਰਲੀ ਕਹਿਣਾ ਚਾਹੁੰਦੇ ਆ, ਅਤੇ ਉੱਥੇ ਕੱਕੇ ਨੂੰ ਔਂਕੜ ਲੱਗ ਜਾਂਦੀ ਹੈ।
ਅਨਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ। ਉਹ ਮਾਲਕ ਪਰਮਾਤਮਾ ਜੀ ਪ੍ਰਾਣ ਦਾ ਦਾਤਾ ਆ, ਉਹਦਾ ਨਾਮ ਧਿਆਉਣਾ ਕੀ ਆ? ਆ ਧਿਆਨ ਸਿਮਰਨ, ਵਿਚਾਰ ਬੰਦ ਕਰਨੇ, ਉਹ ਸ਼ਬਦ ਗੁਰੂ ਨੂੰ ਫੜਨਾ। ਅਨਦਿਨ ਨਾਨਕ ਨਾਮ ਧਿਆਏ ਕੀ ਮਤਲਬ? ਫੜ ਲਿਆ, ਧਿਆਨ ਦੇ ਵਿੱਚ ਚਲਾ ਗਿਆ। ਅਨਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ। ਧਿਆਨ ਜਿਹਦਾ ਲੱਗ ਗਿਆ ਭਾਈ, ਬਾਕੀ ਚੀਜ਼ਾਂ ਤੋਂ ਧਿਆਨ ਹਟ ਜਾਏਗਾ। ਅਨਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ, ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਕ ਪਿਤ ਮਾਤਾ। ਇਸ ਤਰ੍ਹਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਆਪਣੇ ਬੱਚੇ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ, ਜਿਵੇਂ ਮਾਂ ਪਿਓ ਦੁਨੀਆ ਦੇ ਵਿੱਚ ਰੱਖਦੇ ਆ। ਕਹਿੰਦੇ ਮਾਲਕ ਕਹਿੰਦਾ ਮੈਂ ਵੀ ਤੇਰਾ ਮਾਂ ਪਿਓ, ਅਸਲੀ ਮਾਂ ਪਿਓ ਤਾਂ ਮੈਂ ਹੈਗਾ ਤੇਰਾ ਪਿਆਰਿਆ। ਆ ਮੇਰੇ ਗਲ ਨਾਲ ਲੱਗ, ਆ ਮੇਰੇ ਗਲ ਨਾਲ ਲੱਗ ਮੇਰੇ ਬੱਚੇ। ਅਨਦਿਨ ਨਾਨਕ ਆਇਆ ਪਾਏ, ਮਾਲਕ ਦੇ ਗਲ ਦੇ ਨਾਲ ਲੱਗਣਾ। ਅਨਦਿਨ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ, ਆਪਣੇ ਦਾਸ ਕੋ ਕੰਠ ਲਾਏ ਰਾਖੇ ਜਿਉਂ ਬਾਰਕ ਪਿਤ ਮਾਤਾ। ਹਾਂ ਜੀ, 22 ਸ਼ਬਦਾਂ ਦੀ ਲੜੀ ਸੀਗੀ, ਪੂਰੀ ਹੋ ਗਈ। ਤੀਸਰੀ ਲੜੀ, ਪਹਿਲੀ 11 ਦੀ, ਫਿਰ 17 ਦੀ, ਔਰ ਹੁਣ 22 ਦੀ। ਇਹ ਟੋਟਲ 50 ਹੋ ਗਏ। ਇਹ 2 ਬੰਦਾਂ ਦਾ ਸੀ ਆਖਰੀ ਸ਼ਬਦ, 22 ਦੀ ਲੜੀ ਸੀਗੀ, ਅਗਲਾ 50 ਨੰਬਰ ਪਾਇਆ। ਟੋਟਲ ਤਿੰਨੋਂ ਲੜੀਆਂ ਦੇ ਸ਼ਬਦ ਮਿਲਾ ਕੇ 50 ਹੋ ਗਏ। ਫੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡਾ ਮਕਸਦ ਜਿਹੜਾ ਹੈ ਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਲੜੀ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਨੂੰ ਜੀ ਲੜੀ ਪੂਰੀ ਕਰਨੀ ਮਕਸਦ ਨਹੀਂ ਸੀਗਾ ਸਾਡਾ। ਮਕਸਦ ਸੀਗਾ ਵੀ ਗਿਆਨ ਜਿਹੜਾ ਹੈਗਾ ਉਹ ਬਹੁਤ ਉਚਾਈ ਦੇ ਵਿੱਚ ਸੀਗਾ, ਤੇ ਉਹਦੀ ਮਹਾਰਾਜ ਦੀ ਜਿਹੜੀ ਹੈ ਗੱਲ ਆਪਾਂ ਜਿਹੜੀ ਹੈ ਇਸੇ ਦੇ ਨਾਲ, ਜਦ ਹੁਣ ਲੋਹਾ ਗਰਮ ਹੈਗਾ ਤੇ ਭਾਈ, ਤੇ ਫਿਰ ਜਿਹੜਾ ਹੈਗਾ ਤੇ ਸੱਟ ਮਾਰਨੀ ਤਾਂ ਲਾਜ਼ਮੀ ਹੈਗੀ। ਫੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੁਝ ਕਹਿ ਰਹੇ ਮੈਂ ਸੀ? ਪੁੱਛਣਾ ਸੀ। ਹਾਂਜੀ, ਮੈਂ ਉਹ ਜਿਹੜਾ ਆਪਣਾ ਤਾਪ ਗਵਾਇਆ, ਮਤਲਬ ਵਿਚਾਰਾਂ ਤੋਂ ਮੁਕਤ ਹੋ ਗਿਆ ਆਪਾਂ। ਹਾਂ, ਉਹ ਤਾਪ ਦੀ ਗੱਲ ਕਰ ਰਹੇ ਕਿ ਪਾਪ ਦੀ ਗੱਲ ਕਰ ਰਹੇ ਹੋ? ਨਹੀਂ, ਤਾਪ ਜਿਵੇਂ ਹਾਂ, ਸ਼ਬਦ ਤਾਪ ਵਿੱਚ ਤਾਂ ਆਇਆ ਸੀ। ਉਹੀ ਹੈ ਨਾ। ਤਾਪ ਦਾ ਮਤਲਬ ਹੈ ਅਟਰੈਕਸ਼ਨ। ਜਿਹੜਾ ਤਾਪ ਚੜਿਆ ਹੋਇਆ ਆਪਾਂ ਨੂੰ, ਇਹ ਜਿਹੜਾ ਹੈਗਾ ਮਾਈਕ ਬੰਦ ਕਰ ਦਿਓ ਜੁਗਰਾਜ ਸਿੰਘ ਜੀ, ਤੁਹਾਡਾ ਜਿਹੜਾ ਹੈਗਾ ਦੇਖੋ, ਤੁਹਾਡਾ ਮਾਈਕ। ਹਾਂ, ਅਸੀਂ ਗੱਲਬਾਤ ਨਹੀਂ ਕਰ ਪਾਵਾਂਗੇ। ਇਹ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਦੇਖੋ, ਤ੍ਰਿਸ਼ਨਾ ਹੈ ਨਾ ਆਪਣੀ, ਇਹ ਪਦਾਰਥਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਮੁੜ ਘੇੜ ਕੇ ਫਸ ਜਾਂਦੇ ਆ। ਆਹੀ ਤਾਂ ਤਾਪ ਚੜਿਆ ਹੋਇਆ ਆਪਾਂ ਨੂੰ। ਠੀਕ ਹੈ ਜੀ। ਹਾਂਜੀ, ਆਦੀ ਵਿਆਦੀ ਤੇ ਉਪਾਧੀ ਉਪਾਧੀ ਹੈ ਨਾ ਜੀ, ਹਾਂਜੀ। ਤਿੰਨੇ ਤਾਪ ਨਿਵਾਰਨ ਹਾਰ। ਬਿਲਕੁਲ, ਤਿੰਨੋਂ ਤਾਪ ਹੈਗੇ। ਆਦੀ ਜਿਹੜਾ ਹੈਗਾ ਇਹ ਚਿੰਤਾ ਸੋਚ ਫਿਕਰ ਰਹਿਣੀ ਹੈ ਇਹਦੇ ਨਾਲ। ਵਿਆਦੀ ਜਿਹੜੀ ਅਮਲ ਹੋ ਗਿਆ, ਜਿਹਦੀਆਂ ਲੀਹਾਂ ਬਣ ਗਈਆਂ, ਤੇ ਉਹ ਆਟੋਮੈਟਿਕਲੀ ਜਿਹੜਾ ਹੈਗਾ ਆਪਾਂ ਨੂੰ ਨਹੀਂ ਛੁੱਟਦਾ, ਉਹ ਅਮਲ ਹੋ ਗਏ। ਤੇ ਉਪਾਧੀ ਜਿਹੜੀ ਹੈਗੀ, ਮਨ ਜਿਹੜਾ ਹੈਗਾ ਹੋਰ ਦੇ ਹੋਰ ਜਿਹੜਾ ਹੈਗਾ ਸਵਾਦ ਜੋ ਦਿਸਦਾ ਹੈ, ਇਹਨੂੰ ਗਿਆਨ ਇੰਦਰੀਆਂ ਦੇ ਥਰੂ, ਕਰਮ ਇੰਦਰੀਆਂ ਦੇ ਦੁਆਰਾ ਇਹਨੇ ਨਵੇਂ ਜਿਹੜੇ ਹੈਗੇ ਸਵਾਦ ਭਾਲ ਲੈਣੇ ਆ। ਉਪਦਰਵ ਕਰਦਾ ਰਹਿੰਦਾ ਹਰ ਟਾਈਮ। ਆ 3 ਤਾਪ ਹੁੰਦੇ ਆ ਭਾਈ ਤ੍ਰਿਗੁਣੀ ਮਾਇਆ ਦੇ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਹੰਤਾ ਸੁਖ ਸੁਖ ਰਾਸ। ਰਾਸ। ਹਾਂਜੀ, ਤਾਂ ਕੋ ਬਿਗਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਬਸ ਆਹ ਤਾਪ ਨਹੀਂ ਲੱਗਦੇ ਉਹਨੂੰ। ਅਰਦਾਸ ਜਿਹੜੀ ਹੈ ਪਰਮਾਤਮਾ ਦੇ ਅੱਗੇ ਪੁਕਾਰ ਕਰ ਲਈਏ, ਪੁਕਾਰ ਕਰਕੇ ਮਾਲਕ ਪਰਮਾਤਮਾ ਕਹਿੰਦਾ ਹੈ ਭਾਈ ਪੂਰਾ ਗੁਰੂ ਤੈਨੂੰ ਮਿਲਾ ਦੇਣਾ ਹੈ, ਉਹਦੇ ਅਨੁਸਾਰ ਧਿਆਨ ਸਿਮਰਨ ਕਰ ਲਾ। ਜਿਹੜਾ ਆਪਾਂ ਹੁਣ ਥੋੜ੍ਹਾ ਜਿਹਾ ਆਪਾਂ ਕਰੀਏ। ਵਾਹਿਗੁਰੂ।